ਅੱਜ ਅਸੀਂ सरदार जसपाल सिंह होरां दियां ਜਿਹੜੀਆਂ 3 पुस्तकां राग सुरंगड़े गुरकीरत गायन च दोहरा श्री गुरु नानक राग रत्नावली ਜਿਹੜਾ है समर्पण करन जा रहे हैं। सरदार जसपाल सिंह जी एक बहुत ही विलक्षण शख्सियत ने गुरमत संगीत दे विच बड़ियां मल्लां मारियां ने। ਵੱਖ-ਵੱਖ ਕਾਲਜਾਂ ਦੇ ਵਿੱਚ ਅਧਿਆਪਨ ਤੋਂ ਇਲਾਵਾ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੰਗੀਤ ਦੇ ਖੇਤਰ ਦੇ ਵਿੱਚ ਇਹਨਾਂ ਨੂੰ ਸਾਡੀਆਂ ਇੱਥੋਂ ਦੀਆਂ ਸਥਾਨਕ ਸੰਸਥਾਵਾਂ ਤੋਂ ਇਲਾਵਾ ਕੈਨੇਡਾ ਦੀਆਂ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਬਹੁਤ ਹੀ ਨਿਵੇਕਲਾ ਜਿਹੜਾ ਹੈ ਕਾਰਜ ਗੁਰਬਾਣੀ ਸੰਗੀਤ ਦੇ ਵਿੱਚ ਇਹਨਾਂ ਨੇ ਆਰੰਭਿਆ। ਅਸੀਂ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਇਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹਾਂ। ਇਸ ਪੁਸਤਕ ਸਮਰਪਣ ਸਮਾਰੋਹ ਦੇ ਵਿੱਚ ਪਹੁੰਚਣ 'ਤੇ ਆਪ ਸਭ ਨੂੰ ਹਾਰਦਿਕ ਜੀ ਆਇਆਂ ਆਖਦੇ ਹਾਂ। ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਲਗਭਗ ਪਿਛਲੇ 2 ਦਹਾਕਿਆਂ ਤੋਂ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਨਿਵੇਕਲੇ ਕਾਰਜ ਕਰਦੀ ਆ ਰਹੀ ਹੈ, ਜਿਸ ਦੇ ਵਿੱਚ ਲੋੜਵੰਦ ਹੋਣਹਾਰ ਬੱਚਿਆਂ ਦੀ ਯੋਗ ਸਹਾਇਤਾ ਕਰਨਾ, ਵਾਤਾਵਰਣ ਦੀ ਸੰਭਾਲ ਸੰਬੰਧੀ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨੀ, ਭਰੂਣ ਹੱਤਿਆ ਰੋਕਣ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਲੈ ਕੇ ਆਉਣਾ, ਜਨਤਕ ਥਾਵਾਂ 'ਤੇ ਪੌਦੇ ਲੈ ਕੇ ਲਗਾਉਣੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਗਿਆਨੀ ਅਵਤਾਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਸਾਡੇ ਦਰਮਿਆਨ ਪਹੁੰਚੇ ਨੇ। ਮੈਂ ਬੇਨਤੀ ਕਰਾਂਗਾ ਖੜ੍ਹੇ ਹੋ ਕੇ ਉਹਨਾਂ ਦਾ ਅਸੀਂ ਸਤਿਕਾਰ ਕਰੀਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਡਾਕਟਰ ਬੀਰਪਾਲ ਕੌਰ ਜੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸਾਡੇ ਦਰਮਿਆਨ ਪਹੁੰਚੇ ਨੇ। ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਹਾਰਦਿਕ ਜੀ ਆਇਆਂ ਆਖਦੇ ਹਾਂ। हाँ जी दोनों ने बुला ली। श्री सुखविंदर खौसला जी साबका डिप्टी DO पटियाला उस स्टेज पर आ जान। सतिंदर सिंह नंदा जी साबका सहायक डायरैक्टर भाषा विभाग पंजाब वो भी स्टेज पर आने की खेचल करन। खौसला जी यू आर वेलकम। आज नंदा जी भी आ रहे, नंदा साहब प्लीज़ आ जाओ, आ जाओ सर। बहुत बहुत मेहरबानी, तुसी हमेशा ही सानू निवाजदे हो, बहुत बहुत शुक्रिया। सो मैं दस रहा सी कि ज्ञान ज्योति एजुकेशन सोसाइटी पिछले लंबे समय तो समाज सेवा के ਵੱਖ-ਵੱਖ ਖੇਤਰਾਂ ਦੇ ਵਿੱਚ ਨਿਵੇਕਲੇ ਕਾਰਜ ਕਰ ਰਹੀ ਹੈ, ਜਿਸ ਦੇ ਵਿੱਚ ਸਾਹਿਤ, ਸੱਭਿਆਚਾਰ ਤੇ ਵਾਤਾਵਰਣ ਦੀ ਸੰਭਾਲ ਸੰਬੰਧੀ ਵੱਖ-ਵੱਖ ਕਾਰਜ ਸ਼ਾਮਲ ਨੇ। ਸੋ ਸਾਡੇ ਸਾਹਿਤਕ ਪ੍ਰੋਗਰਾਮਾਂ ਦੀ ਲੜੀ ਦੇ ਵਿੱਚ ਅੱਜ ਅਸੀਂ सरदार जसपाल सिंह होरां दियां ਜਿਹੜੀਆਂ 3 पुस्तकां राग सुरंगड़े गुरकीरत गायन च दोहरा श्री गुरु नानक राग रत्नावली ਜਿਹੜਾ है समर्पण करन जा रहे हैं। सरदार जसपाल सिंह जी एक बहुत ही विलक्षण शख्सियत ने गुरमत संगीत ਦੇ ਵਿੱਚ ਬੜੀਆਂ ਮੱਲਾਂ ਮਾਰੀਆਂ ਨੇ। ਵੱਖ-ਵੱਖ ਕਾਲਜਾਂ ਦੇ ਵਿੱਚ ਅਧਿਆਪਨ ਤੋਂ ਇਲਾਵਾ
ਅੱਜ ਕੱਲ੍ਹ ਪੰਜਾਬ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੰਗੀਤ ਦੇ ਖੇਤਰ ਦੇ ਵਿੱਚ ਇਹਨਾਂ ਨੂੰ ਸਾਡੀਆਂ ਇੱਥੋਂ ਦੀਆਂ ਸਥਾਨਕ ਸੰਸਥਾਵਾਂ ਤੋਂ ਇਲਾਵਾ ਕੈਨੇਡਾ ਦੀਆਂ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਬਹੁਤ ਹੀ ਨਿਵੇਕਲਾ ਜਿਹੜਾ ਹੈ ਕਾਰਜ ਗੁਰਬਾਣੀ ਸੰਗੀਤ ਦੇ ਵਿੱਚ ਇਹਨਾਂ ਨੇ ਆਰੰਭਿਆ। ਅਸੀਂ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਇਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹਾਂ। ਸੋ ਪ੍ਰੋਗਰਾਮ ਨੂੰ ਜ਼ਿਆਦਾ ਲੰਮਾ ਨਾ ਲੈ ਕੇ ਜਾਈਏ, ਅਸੀਂ ਇਸ ਨੂੰ ਜਿਹੜਾ ਹੈ ਵਿਧੀਵਤ ਰੂਪ ਦੇ ਵਿੱਚ ਸ਼ੁਰੂ ਕਰੀਏ। ਤੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਮਾਣਯੋਗ ਸਰਦਾਰ ਉਪਕਾਰ ਸਿੰਘ ਜੀ ਨੂੰ। ਸੋ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਮੁੱਖ ਆਯੋਜਕ ਨੇ ਮੈਂ ਉਹ ਵੀ ਦੱਸ ਦੇਣਾ ਚਾਹਾਂ। ਸਾਡੇ ਗਿਆਨ ਜੋਤੀ ਦੇ ਪ੍ਰਧਾਨ ਸਰਦਾਰ ਉਪਕਾਰ ਸਿੰਘ ਜੀ, ਪ੍ਰੋਫੈਸਰ ਗੁਰਬਖਸ਼ ਸਿੰਘ ਜੀ ਅੰਟਾਲ ਜ਼ਿਲ੍ਹਾ ਨੋਡਲ ਅਫਸਰ ਨੇ ਸਵੀਪ ਦੇ, ਸਰਦਾਰ ਜਸਪਾਲ ਸਿੰਘ ਜੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਨੇ, ਸਰਦਾਰ ਸਤਵੀਰ ਸਿੰਘ ਜੀ ਇਹ ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਨੇ। ਸੋ ਇਹਨਾਂ ਦੇ ਨਿਵੇਕਲੇ ਉਪਰਾਲੇ ਨਾਲ ਅੱਜ ਦਾ ਅਸੀਂ ਇਹ ਪ੍ਰੋਗਰਾਮ ਜਿਹੜਾ ਹੈ ਆਯੋਜਿਤ ਕਰ ਸਕੇ ਹਾਂ। ਇੱਕ ਵਾਰੀ ਤਾੜੀਆਂ ਮਾਰ ਕੇ ਅਸੀਂ ਇਸ ਉਪਰਾਲੇ ਦੀ ਸ਼ਲਾਘਾ ਕਰੀਏ। ਸੋ ਹੁਣ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਸਾਡੇ ਮੁੱਖ ਮਹਿਮਾਨ ਅਤੇ ਪ੍ਰਧਾਨ ਜੀ ਨੂੰ ਬੁਕੇ ਦੇ ਕੇ ਉਹਨਾਂ ਨੂੰ ਅਸੀਂ ਵਿਧੀਵਤ ਰੂਪ ਦੇ ਵਿੱਚ ਜੀ ਆਇਆਂ ਕਹੀਏ। ਸਰਦਾਰ ਉਪਕਾਰ ਸਿੰਘ ਜੀ ਅੰਟਾਲ ਸਾਹਿਬ ਸਾਡੇ ਅੱਜ ਦੇ ਮਾਣਯੋਗ ਮੁੱਖ ਮਹਿਮਾਨ। ਮਾਣਯੋਗ ਗਿਆਨੀ ਅਵਤਾਰ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ। ਇੱਕ ਬੁਕੇ ਸਾਡੇ ਅੱਜ ਦੇ ਮਾਣਯੋਗ ਡਾਕਟਰ ਵੀਰਪਾਲ ਕੌਰ ਜੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੂੰ। ਇੱਕ ਬੁਕੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਜਿਹੜਾ ਹੈ ਫੋਕਸ ਸਰਦਾਰ ਜਸਪਾਲ ਸਿੰਘ ਹੋਰਾਂ ਨੂੰ ਸਰਦਾਰ ਉਪਕਾਰ ਸਿੰਘ ਹੋਰੀ ਭੇਟ ਕਰਨਗੇ। ਸੋ ਹੁਣ ਮੈਂ ਬੇਨਤੀ ਕਰਾਂਗਾ ਸੁਸਾਇਟੀ ਦੇ ਪ੍ਰਧਾਨ ਸਰਦਾਰ ਉਪਕਾਰ ਸਿੰਘ ਜੀ ਨੂੰ ਉਹ 2 ਮਿੰਟ ਲਈ ਤੁਹਾਨੂੰ ਆਇਆਂ ਨੂੰ ਸਾਰਿਆਂ ਨੂੰ ਵੈਲਕਮ ਕਰਨ ਅਤੇ ਸੁਸਾਇਟੀ ਬਾਰੇ ਥੋੜ੍ਹਾ ਚਾਨਣਾ ਪਾਉਣ। ਸਰਦਾਰ ਉਪਕਾਰ ਸਿੰਘ ਜੀ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿਸਟਰਡ ਪਟਿਆਲਾ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਅੱਜ ਦੀ ਕਿਤਾਬ ਰਿਲੀਜ਼ ਵਿੱਚ ਸ਼ਾਮਲ ਹੋਏ। ਮੈਂ ਗਿਆਨ ਜੋਤੀ ਸੁਸਾਇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ। ਉਸ ਤੋਂ ਬਾਅਦ ਡਾਇਰੈਕਟਰ ਮੈਡਮ ਸਾਡੇ ਕਾਫੀ ਪ੍ਰੋਗਰਾਮ, ਸਾਰੇ ਪ੍ਰੋਗਰਾਮ ਇਹਨਾਂ ਤੋਂ ਬਿਨਾਂ ਸਾਡਾ ਕੋਈ ਪ੍ਰੋਗਰਾਮ ਅਧੂਰਾ ਹੀ ਹੁੰਦਾ। ਅਤੇ ਅੱਜ ਵੀ ਮੈਂ ਇਹਨਾਂ ਨੂੰ ਉਸ ਦਿਨ ਬੇਨਤੀ ਕੀਤੀ ਸੀ, ਸਾਡੀ ਛੋਟੀ ਜਿਹੀ ਬੇਨਤੀ ਸਵੀਕਾਰ ਕਰਦੇ ਹੋਏ ਅੱਜ ਪ੍ਰੋਗਰਾਮ ਸ਼ਾਮਲ ਹੋਏ। ਇਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਅਤੇ ਡਾਕਟਰ ਨੰਦਾ ਜੀ ਡਾਇਰੈਕਟਰ ਸਾਡੇ ਵੱਡੇ ਭਰਾ ਨੇ, ਮੈਂ ਤਾਂ ਇੱਦਾਂ ਹੀ ਇਹਨਾਂ ਨੂੰ ਬੁਲਾਉਂਦਾ ਹੁੰਦਾ ਨੰਦਾ ਜੀ ਕਰਕੇ, ਅਤੇ ਉਹਨਾਂ ਨੂੰ ਵੀ ਇੱਥੇ ਪਹੁੰਚਣ ਦੇ ਜੀ ਆਇਆਂ ਕਹਿੰਦੇ ਹਾਂ। ਗੁਰਬਖਸ਼ੀਸ਼ ਸਿੰਘ ਜੀ ਨੂੰ ਸਾਡੇ ਪੁਰਾਣੇ ਮਿੱਤਰ ਨੇ ਅਤੇ ਸਭ ਜਾਣਦੇ ਹੀ ਹੋ ਤੁਸੀਂ, ਇਹਨਾਂ ਨੂੰ ਵੀ ਇੱਥੇ ਆਉਣ ਦੇ ਜੀ ਆਇਆਂ ਨੂੰ। ਅਤੇ ਆਪਣੇ ਵੱਲੋਂ ਮੈਂ ਭਾਈ ਜਸਪਾਲ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਜਿਨ੍ਹਾਂ ਨੇ ਆਪਣੀਆਂ 5 ਕਿਤਾਬਾਂ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਲਿਖੀਆਂ ਨੇ ਸੰਗੀਤ 'ਤੇ। ਇਹ ਕੰਮ ਬਹੁਤ ਔਖਾ, ਹਰੇਕ ਕੋਈ ਨਹੀਂ ਕਰ ਸਕਦਾ। ਅਤੇ ਮੈਂ ਇਹਨਾਂ ਨੂੰ ਦੱਸ ਦਿੰਦਾ, ਤੁਹਾਡੇ ਤੋਂ ਜ਼ਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਟਾਈਮ ਪਹਿਲਾਂ ਜ਼ਿਆਦਾ ਹੋ ਚੁੱਕਾ। ਅਗਲਾ ਪ੍ਰੋਗਰਾਮ ਪੇਸ਼ ਕਰਨ ਲਈ ਮੈਂ ਸਰਦਾਰ ਲੇਖਕ ਜੀ ਨੂੰ ਸਟੇਜ 'ਤੇ ਲਿਆਵਾਂਗਾ। ਖਾਸ ਤੌਰ 'ਤੇ ਸਤਵੀਰ ਸਿੰਘ ਜੀ ਕਾਫੀ ਮਿਹਨਤ ਹੈ ਇਸ ਪ੍ਰੋਗਰਾਮ ਕਰਨ 'ਚ, ਇਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ। ਅਤੇ ਖੋਸਲਾ ਸਾਹਿਬ ਦਾ ਜਿਹੜੇ ਸਾਡੇ ਐਸੇ ਪ੍ਰੋਗਰਾਮ 'ਚ ਹੁਣ ਤਾਂ ਸਾਡੇ ਮੈਂਬਰ ਹੀ ਬਣ ਗਏ, ਹੁਣ ਇਹਨੂੰ ਗੈਸਟ ਜੀ ਕਹਿੰਦੇ ਕਰਕੇ ਇਹਨਾਂ ਦਾ ਵੀ ਜੀ ਆਇਆਂ ਕਹਿੰਦੇ। ਥੈਂਕ ਯੂ, ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਸਰਦਾਰ ਉਪਕਾਰ ਸਿੰਘ ਜੀ। ਅੱਛੀਆਂ ਕਿਤਾਬਾਂ ਸਮੇਂ ਦੀ ਤਵਾਰੀਖ 'ਤੇ ਪਈਆਂ ਉਹ ਪੈੜਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਸਾਡੇ ਅਤੀਤ ਨਾਲ ਜੋੜਦੀਆਂ ਨੇ।
ਸਦੀਆਂ ਦਾ ਇਤਿਹਾਸ ਸਮੋਈ ਬੈਠੀਆਂ ਇਹ ਕਿਤਾਬਾਂ ਸਾਡੀਆਂ ਅੱਛੀਆਂ ਦੋਸਤ ਨੇ। ਕਿਹਾ ਜਾਂਦਾ ਕਿ ਜੇ ਕਿਸੇ ਬੰਦੇ ਬਾਰੇ ਪਤਾ ਕਰਨਾ ਹੋਵੇ, ਜੇ ਕਿਸੇ ਦੇ ਘਰ ਦੇ ਵਿੱਚ ਉਸ ਦੇ ਟੀਵੀ ਨਾਲੋਂ ਉਸ ਦੀ ਜਿਹੜੀ ਕਿਤਾਬਾਂ ਦੀ ਅਲਮਾਰੀ ਛੋਟੀ ਹੋਵੇ ਤਾਂ ਉਸ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ। ਅੱਜ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ, ਮੋਬਾਈਲ, ਇੰਟਰਨੈਟ ਨੇ ਸਾਡੀ ਆਉਣ ਵਾਲੀ ਜਨਰੇਸ਼ਨ, ਸਾਡੇ ਬੱਚਿਆਂ ਨੂੰ ਕਿਤਾਬਾਂ ਤੋਂ ਬਹੁਤ ਦੂਰ ਕਰ ਦਿੱਤਾ ਹੈ। ਅੱਜ ਅਮਰੀਕਾ ਦੇ ਵਿੱਚ 70% ਡਾਕਟਰ ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀਆਂ ਨੂੰ ਅੱਛੀਆਂ ਕਿਤਾਬਾਂ ਪੜ੍ਹਨ ਦੀ ਸਲਾਹ ਦੇ ਰਹੇ ਨੇ, ਜਿਸ ਦੇ ਸਿੱਟੇ ਵੀ ਅੱਛੇ ਨਿਕਲ ਰਹੇ ਨੇ। ਪਰ ਅਫਸੋਸ ਸਾਡੇ ਬੱਚੇ ਅੱਜ ਕਿਤਾਬੀ ਗਿਆਨ ਤੋਂ ਬਹੁਤ ਦੂਰ ਹੋ ਰਹੇ ਨੇ। ਸੋਸ਼ਲ ਮੀਡੀਆ ਇੱਕ ਡਿਜੀਟਲ ਡਰੱਗ ਦੀ ਤਰ੍ਹਾਂ ਅੱਜ ਸਾਡੇ ਬੱਚਿਆਂ ਦੇ ਜ਼ਿਹਨ ਦੇ ਵਿੱਚ ਬੈਠ ਚੁੱਕਿਆ। ਇੰਨੀ ਜ਼ਿਆਦਾ ਉਸ ਦੀ ਬੱਚਿਆਂ ਨੂੰ ਐਡਿਕਸ਼ਨ ਹੋ ਚੁੱਕੀ ਹੈ ਕਿ ਜੇ ਇੱਕ ਦਿਨ ਬੱਚੇ ਕੋਲ ਮੋਬਾਈਲ ਨਾ ਦਈਏ ਤਾਂ ਉਹ ਤਰਲੋ ਮੱਛੀ ਹੋਣ ਲੱਗ ਪੈਂਦੇ ਆ। ਸਾਨੂੰ ਸਾਰਿਆਂ ਨੂੰ ਰਲ ਕੇ ਇਹ ਹੰਭਲਾ ਮਾਰਨਾ ਚਾਹੀਦਾ ਹੈ ਕਿ ਇਸ ਸਮੱਸਿਆ ਤੋਂ ਦੂਰ ਲੈ ਜਾ ਕੇ ਮੁੜ ਬੱਚਿਆਂ ਨੂੰ ਕਿਤਾਬੀ ਗਿਆਨ ਨਾਲ ਜੋੜੀਏ। ਸੋ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਹੁਣ ਮੈਂ ਸਭ ਤੋਂ ਪਹਿਲਾਂ 2 ਮਿੰਟ ਲਈ ਸ਼੍ਰੀ ਕਾਕਾ ਰਾਮ ਜੀ ਵਰਮਾ, ਸਾਡੀ ਸੁਸਾਇਟੀ ਦੇ ਬਹੁਤ ਹੀ ਸੁਲਝੇ ਹੋਏ ਸਲਾਹਕਾਰ ਨੇ, ਹਮੇਸ਼ਾ ਹੀ ਪ੍ਰੋਗਰਾਮਾਂ ਦੇ ਵਿੱਚ ਸਾਡੀ ਰੂਪਰੇਖਾ ਨੂੰ ਜਿਹੜਾ ਹੈ ਅੱਛੀ ਜਿਹੜੀ ਹੈ ਸੇਧ ਦਿੰਦੇ ਰਹੇ ਨੇ। ਮੈਂ ਬੇਨਤੀ ਕਰਾਂਗਾ ਇਹ 2 ਮਿੰਟ ਲਈ ਆ ਕੇ ਆਪਣੇ ਵਿਚਾਰ ਰੱਖਣ। ਉਸ ਤੋਂ ਬਾਅਦ ਜਿਹੜਾ ਹੈ ਅਸੀਂ ਅਗਲੀ ਕਾਰਵਾਈ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜਵਾਬ ਨਹੀਂ ਆਇਆ। ਸਤਿ ਸ਼੍ਰੀ ਅਕਾਲ। ਸੋ ਨਾ ਬੜੇ ਮਹਾਨ ਕੰਮ 'ਤੇ ਆਏ ਹਾਂ, ਬੜੀ ਮਹਾਨ ਸ਼ਖਸੀਅਤਾਂ ਦੇ ਦਰਸ਼ਨ ਹੋ ਰਹੇ ਆ, ਹੈ ਨਾ, ਭਾਗਾਂ ਵਾਲਿਆਂ ਨੂੰ ਮਿਲਦੇ ਆ। ਤੋ ਕਿਤਾਬਾਂ ਦੀ ਗੱਲ ਚੱਲੀ ਆ। ਵਾਕਈ ਕਿਤਾਬਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਨੰਦਾ ਸਾਹਿਬ ਨਾਲ ਗੱਲ ਕਰ ਰਿਹਾ ਸੀ। ਮੈਂ ਇੱਕ ਰਾਤ ਆਰਟੀਕਲ ਲਿਖ ਰਿਹਾ ਸੀਗਾ ਡਾਕਟਰ APJ ਅਬਦੁਲ ਕਲਾਮ ਬਾਰੇ। ਡਾਕਟਰ APJ ਅਬਦੁਲ ਕਲਾਮ ਲਿਖਦੇ ਆ ਵੀ ਜਦੋਂ ਮੈਂ ਰਿਟਾਇਰ ਹੋ ਗਿਆ ਉਸ ਸਮੇਂ ਵਿਹਲਾ ਸੀਗਾ, ਲੇਕਿਨ ਮੇਰੀ ਬਚਪਨ ਦੀ ਆਦਤ ਨਹੀਂ ਗਈ ਕਿਤਾਬਾਂ ਪੜ੍ਹਨ ਦੀ। ਮੈਂ ਕਿਸੇ ਦੁਕਾਨ 'ਤੇ ਜਾਂਦਾ ਸੀਗਾ, ਜਾ ਕੇ 8-10 ਕਿਤਾਬਾਂ ਖਰੀਦਣੀਆਂ, ਘਰ ਲਿਆਉਣੀਆਂ, ਪੂਰਾ ਹਫ਼ਤਾ ਪੜ੍ਹਨਾ। ਹਫ਼ਤੇ ਬਾਅਦ ਫਿਰ ਜਾਣਾ ਦੁਕਾਨ 'ਤੇ, ਜਾ ਕੇ ਕਿਤਾਬਾਂ ਖਰੀਦਣੀਆਂ ਅਤੇ ਘਰ ਲਿਆਉਣੀਆਂ। ਇੱਕ ਦਿਨ ਕਲਾਮ ਸਾਹਿਬ ਨੇ ਦੁਕਾਨਦਾਰ ਨੂੰ ਕਿਹਾ ਵੀ ਇੱਕ ਅਮਰੀਕਾ ਦੇ ਬਹੁਤ ਉੱਚ ਕੋਟੀ ਦੇ ਮਨੋਵਿਗਿਆਨਿਕ ਡਾਕਟਰ ਦੀ ਲਿਖੀ ਹੋਈ ਇਹ ਫਲਾਣੀ ਕਿਤਾਬ ਆ, ਇਹ ਲੈ ਦਿਓ, ਦੇ ਦਿਓ। ਉਹਨੇ ਆਪਣੀ ਲਾਇਬ੍ਰੇਰੀ 'ਚ ਝਾਤ ਮਾਰੀ, ਕਹਿੰਦਾ ਸਰ ਇਹ ਕਿਤਾਬ ਹੈ ਨਹੀਂ। ਉਹ ਕਹਿੰਦੇ ਵੀ ਇਹ ਤਾਂ ਦੁਨੀਆ 'ਚ ਮਸ਼ਹੂਰ ਆ ਕਿਤਾਬ, ਤੁਹਾਡੇ ਕੋਲ ਨਹੀਂ ਹੈ। ਕਹਿੰਦੇ ਐਕਚੁਅਲੀ ਸਰ ਕਿਤਾਬਾਂ ਦੇ ਕਦਰਦਾਨ ਬਹੁਤ ਘੱਟ ਇਨਸਾਨ ਆ। ਕਿਤਾਬਾਂ ਪੜ੍ਹਨ ਦਾ ਸ਼ੌਂਕ ਖਤਮ ਹੋ ਗਿਆ, ਜਿਵੇਂ ਢੋਟ ਸਾਹਿਬ ਕਹਿ ਰਹੇ ਸੀਗੇ। ਕਲਾਮ ਸਾਹਿਬ ਨੂੰ ਦੁੱਖ ਹੋਇਆ, ਕਿਉਂਕਿ ਜੇ ਇਨਸਾਨ ਨੂੰ ਕੋਈ ਉੱਪਰ ਲੈ ਕੇ ਜਾਏਗਾ, ਜਾਂ ਤਾਂ ਗੁਰੂ ਲੈ ਕੇ ਜਾਏਗਾ ਜਾਂ ਗਿਆਨ ਲੈ ਕੇ ਜਾਏਗਾ। ਇਹ ਦੋਨੇ ਚੀਜ਼ਾਂ ਇੱਕ ਅੱਛੇ ਟੀਚਰ ਤੋਂ ਮਿਲਦੀਆਂ। ਚਲੋ ਕਲਾਮ ਸਾਹਿਬ ਦਾ ਮਨ ਦੁਖੀ ਹੋਇਆ। ਆਪਣੀ ਗੱਡੀ 'ਚ ਬੈਠੇ, ਡਰਾਈਵਰ ਗੱਡੀ ਚਲਾ ਰਿਹਾ ਸੀਗਾ। ਅੱਗੇ ਰੇਲਵੇ ਫਾਟਕ ਬੰਦ ਸੀਗਾ। ਗੱਡੀ ਰੁਕ ਗਈ ਅਤੇ ਉਹ ਬਾਹਰ ਦੇਖਣ ਲੱਗੇ ਅਤੇ ਉਹਨਾਂ ਨੇ ਦੇਖਿਆ ਫੁੱਟਪਾਥ ਦੇ ਉੱਪਰ ਇੱਕ ਗਰੀਬ ਜਿਹਾ ਬੰਦਾ ਕਿਤਾਬਾਂ ਰੱਖੀ ਬੈਠਾ ਹੈ। ਕਲਾਮ ਸਾਹਿਬ ਦੀ ਨਜ਼ਰ ਗਈ, ਉਹੀ ਕਿਤਾਬ ਜਿਹੜੀ ਦੁਕਾਨਦਾਰ ਤੋਂ ਮੰਗੀ ਸੀ ਉਹ ਫੁੱਟਪਾਥ 'ਤੇ ਪਈ ਸੀਗੀ। ਫਟਾਫਟ ਗੱਡੀ 'ਚ ਉਤਰੇ, ਜਾ ਕੇ ਕਿਤਾਬ ਚੱਕੀ, ਹੋਰ ਕਿਤਾਬਾਂ 'ਤੇ ਨਜ਼ਰ ਪਈ, ਉਹ ਵੀ ਦੇਖੀ। 27 ਕਿਤਾਬਾਂ ਸਿਲੈਕਟ ਕੀਤੀਆਂ ਕਲਾਮ ਸਾਹਿਬ ਨੇ। ਦੁਕਾਨਦਾਰ ਨੂੰ ਪੁੱਛਿਆ ਜੀ ਕਿੰਨੇ ਪੈਸੇ? ਕਹਿੰਦੇ ਸਰ ਜੋ ਮਰਜ਼ੀ ਦੇ ਦਿਓ, ਮੇਰੇ ਲਈ ਤਾਂ ਇੱਕ ਕਬਾੜ ਹੈ, ਕਿਉਂਕਿ ਮੈਂ ਕਬਾੜੀ ਤੋਂ ਖਰੀਦ ਕੇ ਲਿਆਇਆ। ਕਲਾਮ ਸਾਹਿਬ ਨੇ ਉਹਨਾਂ ਨੂੰ 5000 ਦਾ ਨੋਟ ਦਿੱਤਾ। ਉਹ ਕਹਿੰਦੇ ਜੀ ਇੰਨੀ ਦੀ ਜ਼ਰੂਰਤ ਨਹੀਂ ਹੈ। ਉਹ ਕਹਿੰਦੇ ਯਾਰ ਇਹ ਕਿਤਾਬਾਂ ਦੀ ਵੈਲਿਊ ਇੰਨੀ ਆ। ਅਤੇ ਫਿਰ ਉਹਨੂੰ ਕਿਹਾ ਵੀ ਜਿਹਨੇ ਵੀ ਕਬਾੜੀ ਤੋਂ ਤੈਨੂੰ ਅੱਛੀ ਕਿਤਾਬ ਮਿਲਦੀ ਹੈ ਲਿਆਏ ਕਰ, ਮੈਂ ਸ਼ਨੀਵਾਰ ਆ ਕੇ ਲੈ ਕੇ ਜਾਊਂਗਾ।
ਅਗਲੇ ਵਾਰੀ ਸ਼ਨੀਵਾਰ ਜਦੋਂ ਕਿਤਾਬਾਂ ਦੇਖ ਰਹੇ ਸੀ, ਅਚਾਨਕ ਉਹਨਾਂ ਦੇ ਇੱਕ ਟੀਚਰ ਮਿਲ ਗਏ। ਟੀਚਰ ਆਏ, ਉਹਨਾਂ ਨੇ ਪੈਰੀ ਹੱਥ ਲਾਇਆ। ਕਲਾਮ ਸਾਹਿਬ ਨੇ ਦੱਸਿਆ ਜੀ ਮੈਂ ਕਿਤਾਬਾਂ ਦੇਖਣ ਆਇਆ ਸੀ, ਤਾਂ ਇੱਥੇ ਮਿਲ ਗਈ, ਦੁਕਾਨ 'ਤੇ ਨਹੀਂ ਮਿਲੀ। ਤਾਂ ਟੀਚਰ ਨੇ ਜਿਹੜੀ ਗੱਲ ਕਹੀ ਬੜੀ ਸ਼ਾਨਦਾਰ ਕਹੀ, ਬਹੁਤ ਸ਼ਾਨਦਾਰ ਕਹੀ। ਇਹ ਸਾਡੇ ਦੇਸ਼ ਨਾਲ ਢੁਕਦੀ ਆ, ਅੱਜ ਦੇ ਜੋ ਹਾਲਾਤ ਆ ਉਹਦੇ ਨਾਲ ਢੁਕਦੀ ਆ। ਉਹ ਕਹਿੰਦੇ ਜਦੋਂ ਅੱਛੀਆਂ ਕਿਤਾਬਾਂ, ਅੱਛੇ ਗ੍ਰੰਥ ਸੜਕਾਂ 'ਤੇ ਗਿਰੇ ਹੋਣ ਅਤੇ ਜੁੱਤੀਆਂ, ਅੱਛੇ ਕੱਪੜੇ ਸ਼ੋਰੂਮਾਂ ਦੇ ਵਿੱਚ ਏਸੀ ਕਮਰਿਆਂ ਵਿੱਚ ਪਏ ਹੋਣ, ਤਾਂ ਸਮਝੋ ਦੇਸ਼ ਬਰਬਾਦ ਹੋ ਰਿਹਾ ਹੈ। ਤਾਂ ਕਿਤਾਬਾਂ ਨੂੰ ਅੱਗੇ ਅੱਛੇ ਇਨਸਾਨ ਨੂੰ ਅੱਛਾ ਬਣਾਉਣ ਲਈ ਸਿਰਫ ਕਿਤਾਬਾਂ ਦੀ ਜ਼ਰੂਰਤ ਹੈ। ਤਾਂ ਜਸਪਾਲ ਜੀ, ਮੈਂ ਤਾਂ ਤੁਹਾਨੂੰ ਬੜਾ ਪੁਰਾਣਾ ਜਾਣਦਾ ਸਰ, ਰੀਅਲੀ ਸੰਗੀਤ ਦੇ ਮਾਹਰ ਹੈ, ਆਪਣੇ ਆਨੰਦ ਦੇ ਵਿੱਚ ਮਸਤ ਰਹਿੰਦੇ ਆ। ਕਿਸੇ ਨੂੰ ਆਉਣ ਨੂੰ ਜਾਣ ਨੂੰ ਕਿਸੇ ਨਾਲ ਪਿਆਰ ਨਹੀਂ, ਆਪਣੀ ਕਿਤਾਬਾਂ 'ਚ ਮਸਤ, ਆਪਣੇ ਬੱਚਿਆਂ ਨਾਲ ਮਸਤ। ਤਾਂ ਬੜੀ ਜ਼ਿੰਦਗੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਗੁਜ਼ਾਰੀ ਆ, ਸ਼ਾਨਦਾਰ। ਬੜੇ ਬੱਚਿਆਂ ਨੂੰ ਇਨਾਮ ਦਵਾਏ ਆ ਆਪਣੇ ਸੰਗੀਤ ਨਾਲ। ਤਾਂ ਤੁਹਾਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਪਰਮਾਤਮਾ ਨੂੰ ਅਰਦਾਸ ਕਰਦੇ ਹਾਂ ਉਹ ਕਲਮ ਬੰਦ ਨਾ ਕਰਨਾ, ਤਾਂ ਕਿ ਤੁਹਾਡੀ ਕਲਮ ਸ਼ਾਇਦ ਕਿਸੇ ਨੂੰ ਹੋਰ ਰਸਤਾ ਦਿਖਾਏ। ਥੈਂਕ ਯੂ, ਜੈ ਹਿੰਦ। ਬਹੁਤ ਬਹੁਤ ਸ਼ੁਕਰੀਆ ਸ਼੍ਰੀ ਕਾਕਾ ਰਾਮ ਜੀ ਵਰਮਾ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਸ਼ਖਸੀਅਤਾਂ ਪਹੁੰਚੀਆਂ ਨੇ। ਸਰਦਾਰ ਚਮਕੌਰ ਸਿੰਘ ਜੀ ਟੌਹੜਾ, ਡਾਕਟਰ ਹਰਵਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਸਰਦਾਰ ਬਰਿੰਦਰ ਸਿੰਘ ਜੀ ਮਨੀ ਬਲੱਡ ਡੋਨਰ, ਹਰਿੰਦਰ ਸਿੰਘ ਜੀ, ਅਤੇ ਹੁਣੀ ਮੈਂ ਦੇਖ ਰਿਹਾ ਸੀ ਸਰਦਾਰ ਅਜਮੇਰ ਸਿੰਘ ਜੀ ਕੈਂਥ ਸਾਹਿਬ ਪਿੱਛੇ ਜਾ ਬੈਠੇ। कैंथ साहब बहुत पीछे जा बैठे हो सर, आगे आ जाओ प्लीज़, आगे आओ, आ जाओ सर। 25 ਤੋਂ ਵੱਧ ਕਿਤਾਬਾਂ ਦੇ ਰਚੈਤਾ ਸਰਦਾਰ ਅਜਮੇਰ ਸਿੰਘ ਜੀ ਕੈਂਥ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਬਸਿੰਦੇ ਹੋ ਗਏ ਨੇ, ਪਰ ਲੀਨ ਇਹਨਾਂ ਦਾ ਇੰਡੀਆ ਦੇ ਵਿੱਚ ਹੀ ਹੈ। ਮੈਂ ਸੋਚ ਰਿਹਾ ਸੀ ਜੂਨ ਦੇ ਵਿੱਚ ਆ ਕੇ ਤੁਹਾਨੂੰ ਉੱਥੇ ਵੈਲਕਮ ਕਰਾਂਗਾ, ਤੁਸੀਂ ਜਲਦੀ ਭੱਜ ਆਏ ਹੋ। ਜ਼ਰੂਰ ਜੀ। ਸੋ ਕੈਂਥ ਸਾਹਿਬ ਇੱਕ ਬਹੁਤ ਹੀ ਵਿਲੱਖਣ ਸ਼ਖਸੀਅਤ ਨੇ, ਜਿਨ੍ਹਾਂ ਨੇ ਕਵਿਤਾ, ਕਹਾਣੀ, ਗਜ਼ਲ ਹਰ ਵਿਧਾ 'ਤੇ ਆਪਣੀ ਹੱਥ ਅਜਮਾਈ ਕੀਤੀ ਆ, ਅਤੇ ਉਸ ਦੇ ਵਿੱਚ ਜਿਹੜਾ ਹੈ ਨਾਮਨਾ ਵੀ ਖੱਟਿਆ। ਇਹਨਾਂ ਦੀ ਇੱਕ ਕਿਤਾਬ ਬਾਰੇ ਮੈਨੂੰ ਵੀ ਲਿਖਣ ਦਾ ਜਿਹੜਾ ਮਾਣ ਹਾਸਲ ਹੋਇਆ ਸੀ। ਮੇਰਾ ਕੱਦ ਉੱਡਾ ਵੱਡਾ ਨਹੀਂ ਸੀ, ਪਰ ਮੈਂ ਕੋਸ਼ਿਸ਼ ਕੀਤੀ ਕਿ ਕੈਂਥ ਸਾਹਿਬ ਬਾਰੇ ਕੁਝ ਲਿਖਾਂ। ਥਾਪੜਾ ਦੇਤਾ ਤੁਸੀਂ, 2 ਮਿੰਟ ਦੇਵਾਂਗੇ ਜੀ। ਚਲੋ, ਤੁਹਾਡੇ ਤੋਂ ਪਹਿਲਾਂ ਮੈਂ ਬੇਨਤੀ ਕਰਦਾ, ਸਰਦਾਰ ਚਮਕੌਰ ਸਿੰਘ ਹੋਰੀ ਥੋੜ੍ਹਾ ਜਲਦੀ 'ਚ ਸੀਗੇ, ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਕੈਂਥ ਸਾਹਿਬ, ਯੂ ਆਰ ਵੈਲਕਮ ਟੂ ਇੰਡੀਆ। ਚਮਕੌਰ ਸਿੰਘ ਜੀ ਟੌਹੜਾ ਸਾਹਿਬ। ਟੌਹੜਾ ਇੰਸਟੀਚਿਊਟ ਤੋਂ ਨੇ ਜੀ, ਮੈਨੂੰ ਥੋੜ੍ਹਾ ਗਲਤ ਹੋ ਗਿਆ ਸੀ, ਸੌਰੀ। ਮੰਚ 'ਤੇ ਬਿਰਾਜਮਾਨ ਸਨਮਾਨਿਤ ਸ਼ਖਸੀਅਤਾਂ ਦੇ ਸਾਹਮਣੇ ਵਿਦਵਾਨ ਸਰੋਤਾਗਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬਾਂ ਦੀ ਗੱਲ ਹੋਈ ਹੈ। ਅਕਸਰ ਕਿਹਾ ਜਾਂਦਾ ਹੈ ਕਿ ਕਿਸੇ ਵੱਡੀ ਸ਼ਖਸੀਅਤ ਨੂੰ ਮਿਲਣ ਦੇ ਨਾਲ ਅਸੀਂ ਖੁਦ ਮਤਲਬ ਜਿਹੜਾ ਹੈਗਾ ਆਪਣੇ ਆਪ ਨੂੰ ਵਰੋਸਾਏ ਹੋਏ ਮਹਿਸੂਸ ਕਰਦੇ ਹਾਂ। ਜਿਹੜੀਆਂ ਸ਼ਖਸੀਅਤਾਂ ਇੱਥੋਂ ਚਲੀਆਂ ਗਈਆਂ, ਉਹਨਾਂ ਨਾਲ ਜੇ ਰਾਬਤਾ ਬਣਾਉਣਾ ਹੈ ਤਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਜਾਂ ਉਹਨਾਂ ਬਾਰੇ ਲਿਖੀਆਂ ਹੋਈਆਂ ਕਿਤਾਬਾਂ ਜਿਹੜੀਆਂ ਅਸੀਂ ਜਦੋਂ ਉਹਨਾਂ ਨੂੰ ਪੜ੍ਹਾਂਗੇ ਤਾਂ ਸਾਡਾ ਰਾਬਤਾ ਉਹਨਾਂ ਨਾਲ ਬਣਦਾ ਹੈ। ਅੱਜ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਅਗਰ ਧਿਆਨ ਨਾ ਕੀਤਾ ਜਾਵੇ ਤਾਂ ਗੁਰੂ ਨਾਨਕ ਸਾਹਿਬ ਨਾਲ ਰਾਬਤਾ ਬਣਦਾ ਹੈ। ਮਤਲਬ ਕਿਤਾਬਾਂ ਦੀ ਇੰਨੀ ਇੰਪੋਰਟੈਂਸ ਆ, ਜਾਂ ਇਹਦੀ ਇੰਨੀ ਕਹਿ ਲਓ ਕਿ ਸਾਡੇ ਜੀਵਨ ਦੇ ਵਿੱਚ ਮਹੱਤਤਾ ਹੈ ਕਿ ਕਈ ਵਾਰੀ ਅਸੀਂ ਇਹਨੂੰ ਫਾਰਮਲ ਲੈ ਜਾਂਦੇ। ਸੋ ਇਸ ਨਜ਼ਰੀਏ ਤੋਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ, ਮੈਂ ਸਰਦਾਰ ਜਸਪਾਲ ਸਿੰਘ ਜੀ ਹੁਣਾਂ ਨੂੰ ਬਹੁਤ ਵਧਾਈ ਦਿੰਦਾ ਕਿ ਅੱਜ ਉਹਨਾਂ ਦੀਆਂ 3 ਕਿਤਾਬਾਂ ਜਿਹੜੀਆਂ ਉਹ ਰਿਲੀਜ਼ ਹੋ ਰਹੀਆਂ ਨੇ, ਔਰ ਇਹਨਾਂ ਨੇ ਜਿਹੜਾ ਵਿਸ਼ਾ ਚੁਣਿਆ ਹੈ ਉਹ ਆਪਣੇ ਆਪ ਦੇ ਵਿੱਚ ਵਿਲੱਖਣ ਆ।
ਸੰਗੀਤ ਸਾਡੇ ਜੀਵਨ 'ਚ ਜਦੋਂ ਮਾਈਨਸ ਹੋ ਜਾਂਦਾ ਹੈ ਤਾਂ ਸਾਡਾ ਜੀਵਨ ਜਿਹੜਾ ਹੈ ਉਹ ਰੁੱਖਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡੇ ਅੱਜ ਜੀਵਨ ਦੇ ਵਿੱਚ ਜੇ ਕਲਾ ਕਲੇਸ਼ ਹਨ ਤਾਂ ਉਹਦੀ ਵਜ੍ਹਾ ਇਹ ਹੈ ਕਿ ਸੰਗੀਤ ਮਾਈਨਸ ਹੋਇਆ ਹੋਇਆ ਹੈ। ਜਿਸ ਤਰ੍ਹਾਂ ਦਾ ਉੱਚ ਕੋਟੀ ਦਾ ਸੰਗੀਤ ਸਾਨੂੰ ਗੁਰਬਾਣੀ ਦੇ ਵਿੱਚੋਂ ਮਿਲਦਾ ਹੈ, 31 ਰਾਗਾਂ ਦੇ ਵਿੱਚ ਗੁਰਬਾਣੀ ਦਾ ਉਚਾਰਨ ਹੋਇਆ ਹੈ। ਔਰ ਵਿਲੱਖਣ ਗੱਲ ਇਹ ਹੈ ਕਿ ਉਹ ਰਾਗ ਜਿਹੜੇ ਨੇ 31 ਉਹ ਕੇਵਲ ਪੰਜਾਬ ਦੇ ਜਾਂ ਪਟਿਆਲੇ ਦੇ ਜਾਂ ਆਲੇ ਦੁਆਲੇ ਦੇ ਨਹੀਂ ਹਨ। ਦੁਨੀਆ ਭਰ ਦੇ ਰਾਗ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ। ਮੈਂ ਕਿਉਂਕਿ ਪਹਿਲਾਂ ਪਹੁੰਚ ਗਿਆ ਸੀ 4:45 ਵਜੇ, 5 ਵਜੇ ਦਾ ਸਮਾਂ ਸੀ ਸਮਾਗਮ ਦਾ, ਅਤੇ ਮੈਂ ਵੀਰ ਜਸਪਾਲ ਸਿੰਘ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਤੁਖਾਰੀ ਰਾਗ ਜਿਹੜਾ ਤੁਖਾਰ ਦਾ ਅਫਗਾਨਿਸਤਾਨ ਤੋਂ ਉੱਪਰਲਾ ਇਲਾਕਾ ਹੈ। ਤਿਲੰਗ ਰਾਗ ਅਸੀਂ ਦੇਖਦੇ ਹਾਂ ਤੇਲੰਗਾਨਾ ਦਾ, ਗੌੜ ਰਾਗ ਜਿਹੜਾ ਹੈ ਬੰਗਾਲ ਦਾ ਹੈ, ਮਾਰੂ ਰਾਗ ਰਾਜਸਥਾਨ ਦਾ ਹੈ। ਮਤਲਬ ਅਲੱਗ-ਅਲੱਗ ਇਲਾਕਿਆਂ ਦੇ ਰਾਗ ਜਿਹੜੇ ਨੇ ਔਰ ਅਲੱਗ-ਅਲੱਗ ਕਲਚਰ ਨਾਲ ਸੰਬੰਧਿਤ ਜਿਹੜੇ ਨੇ। ਕੋਈ ਕਿਸੇ ਸੱਭਿਆਚਾਰ ਨਾਲ ਸੰਬੰਧਿਤ ਹੈ, ਕੋਈ ਕਿਸੇ ਸੱਭਿਆਚਾਰ ਨਾਲ ਸੰਬੰਧਿਤ ਹੈ। ਮੌਸਮਾਂ ਨਾਲ ਸੰਬੰਧਿਤ ਬਸੰਤ ਰਾਗ ਹੈ, ਮਲਾਰ ਰਾਗ ਹੈ। ਮੌਸਮਾਂ ਨਾਲ ਸੰਬੰਧਿਤ ਜਿਹੜੇ ਰਾਗ ਨੇ ਉਹ ਸਾਨੂੰ ਮਿਲਦੇ ਨੇ। ਮਤਲਬ ਸਾਡੇ ਜੀਵਨ ਨੂੰ ਇਹ ਰੰਗ ਦਿੰਦੇ ਨੇ। ਔਰ ਜੇ ਮੈਂ ਦੁਬਾਰਾ ਉਸ ਗੱਲ ਨੂੰ ਰਿਪੀਟ ਕਰਾਂਗਾ ਵੀ ਅੱਜ ਸਾਡੇ ਜੀਵਨ 'ਚ ਜੇ ਰੁੱਖਾਪਣ ਆ, ਟੈਨਸ਼ਨ ਆ, ਕਲਾ ਕਲੇਸ਼ ਆ, ਤਾਂ ਉਹ ਸਾਡੀ ਇਹਦੀ ਮੇਨ ਵਜ੍ਹਾ ਜੇ ਸੰਗੀਤ ਨਾਲ ਟੁੱਟੇ ਹੋਏ ਆ। ਕੀਰਤਨ ਸਾਨੂੰ ਜਿਹੜਾ ਬਖਸ਼ਿਆ ਗੁਰੂ ਸਾਹਿਬਾਨ ਨੇ, ਉਹਦੀ ਵਜ੍ਹਾ ਸਾਨੂੰ ਸਪਿਰਿਚੁਅਲ ਜਿਹੜੀ ਟੱਚ ਜਿਹੜੀ ਆ ਉਹ ਦੇਣ ਵਾਸਤੇ ਵਰਤਿਆ ਹੈ ਕਿ ਇੱਕੋ ਇੱਕ ਰਸਤਾ ਹੈ ਕਿ ਜਿਹੜੀ ਰੂਹ ਆ, ਰੂਹ ਨੂੰ ਕਿਵੇਂ ਮਤਲਬ ਜਿਹੜਾ ਹੈਗਾ ਤੁਸੀਂ ਰੰਗਣਾ ਹੈ। ਰੂਹ ਨੂੰ ਇੱਕ ਰੂਹ ਹੀ ਹੈ ਜਿਹੜੀ ਦੁਨੀਆ ਤੋਂ ਪਾਰ ਜਾ ਸਕਦੀ ਹੈ। ਸਾਡਾ ਦਿਮਾਗ ਜਿਹੜਾ ਹੈ ਉਹ ਦੁਨੀਆ ਤੋਂ ਪਾਰ ਨਹੀਂ ਜਾ ਸਕਦਾ, ਉਹ ਇੱਥੇ ਹੀ ਵਿਚਰੇਗਾ, ਉਹ ਗੱਲਾਂ ਬਾਤਾਂ 'ਚ ਹੀ ਵਿਚਰੇਗਾ, ਸਮਾਜਿਕ ਗੱਲਾਂ ਦੇ ਵਿੱਚ ਉਲਝੇਗਾ, ਰਾਜਨੀਤਿਕ ਗੱਲਾਂ ਦੇ ਵਿੱਚ ਉਲਝੇਗਾ। ਪਰੰਤੂ ਇੱਕ ਰੂਹ ਆ ਜਿਹੜੀ ਇਸ ਦੁਨੀਆ ਤੋਂ ਪਾਰ ਤੋਂ ਆਈ ਆ ਅਤੇ ਪਾਰ ਹੀ ਜਾਣਾ ਇਹਨੇ। ਅਤੇ ਜਦੋਂ ਇਹਨੇ ਸਕੂਨ ਲੈਣਾ ਹੈ ਤਾਂ ਇਹਨੂੰ ਪਾਰ ਜਾਣਾ ਪਏਗਾ। ਸੋ ਇਸ ਦ੍ਰਿਸ਼ਟੀ ਤੋਂ ਅੱਜ ਦੀਆਂ ਜਿਹੜੀਆਂ 3 ਕਿਤਾਬਾਂ ਰਿਲੀਜ਼ ਹੋ ਰਹੀਆਂ ਨੇ ਉਹ ਰੂਹ ਦੀ ਗੱਲ ਕਰਦੀਆਂ ਨੇ, ਉਹ ਰਾਗ ਦੀ ਗੱਲ ਕਰਦੀਆਂ ਨੇ, ਉਹ ਜੀਵਨ 'ਚ ਰੰਗ ਅਤੇ ਰਸ ਭਰਨ ਦੀ ਗੱਲ ਕਰਦੀਆਂ ਨੇ। ਸੋ ਇਸ ਦ੍ਰਿਸ਼ਟੀ ਤੋਂ ਮੈਂ ਇੱਕ ਵਾਰੀ ਫੇਰ ਵੀਰ ਜਸਪਾਲ ਸਿੰਘ ਹੋਣਾ ਨੂੰ ਵਧਾਈ ਦਿੰਦਾ। ਇਹਨਾਂ ਦੇ ਪਿਤਾ ਜੀ ਬਾਪੂ ਜੀ ਸਾਡੇ, ਉਹਨਾਂ ਨਾਲ ਮੇਰਾ ਪ੍ਰੇਮ ਸੀ, ਕਈ ਵਾਰੀ ਮਿਲੇ ਵੀ ਹਾਂ ਅਸੀਂ। ਔਰ ਇਹ ਪਰਿਵਾਰ ਦੇ ਉੱਪਰ ਬਖਸ਼ਿਸ਼ ਆ ਕਿ ਪਿਛੋਕੜ ਜਿਹੜਾ ਹੈ ਉਹ ਇੱਕ ਧਾਰਮਿਕ ਪਿਛੋਕੜ ਤੋਂ ਇਹ ਉਹਦੇ ਨਾਲ ਸਾਂਝ ਰੱਖਦੇ ਨੇ। ਔਰ ਇਹ ਗੁਰੂ ਦੀ ਵੱਡੀ ਬਖਸ਼ਿਸ਼ ਆ। ਔਰ ਇਹ ਬਖਸ਼ਿਸ਼ ਇਹਨਾਂ ਨੇ ਆਪਣੇ ਤੱਕ ਸਾਂਭ ਕੇ ਨਹੀਂ ਰੱਖੀ, ਕਿਤਾਬਾਂ ਦੇ ਰੂਪ ਦੇ ਵਿੱਚ ਵੰਡ ਰਹੇ ਨੇ। ਸੋ ਇਹ ਬਹੁਤ ਵੱਡੀ, ਉਸ ਤੋਂ ਵੀ ਵੱਡੀ ਬਖਸ਼ਿਸ਼ ਆ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਸਰਦਾਰ ਚਮਕੌਰ ਸਿੰਘ ਜੀਓ। ਬਹੁਤ ਹੀ ਸੰਖੇਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਰਾਗਾਂ ਦੀ ਵਿਰਾਟਤਾ ਬਾਰੇ ਸਾਡੇ ਸਾਹਮਣੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ। ਸਰਦਾਰ ਜਸਪਾਲ ਸਿੰਘ ਹੋਰਾਂ ਦੀ ਸ਼ਖਸੀਅਤ ਬਾਰੇ ਵੀ ਚਾਨਣਾ ਪਾਇਆ। ਸੋ ਇਸ ਤੋਂ ਪਹਿਲਾਂ ਕਿ ਮੈਂ ਸ੍ਰੀ ਅਜਮੇਰ ਕੈਂਥ ਹੋਰਾਂ ਨੂੰ ਸੱਦਾ ਦੇਵਾਂ, ਸਾਡੀਆਂ ਕੁਝ ਹੋਰ ਸ਼ਖਸੀਅਤਾਂ ਡਾਕਟਰ ਰਿਸ਼ਮਾ ਕੋਹਲੀ ਜੀ ਹਾਲ ਵਿੱਚ ਮੌਜੂਦ ਨੇ, ਬਜਿੰਦਰ ਠਾਕਰ, ਸਤੀਸ਼ ਵਿਦਰੋਹੀ ਜੀ ਪੁਆਧੀ ਦੇ ਕਲਾਕਾਰ ਨੇ, ਸਾਡੇ ਸੁਸਾਇਟੀ ਦੇ ਆਗੂ ਸਰਦਾਰ ਚਰਨਪਾਲ ਸਿੰਘ ਜੀ, ਮੈਡਮ ਮਨਜੀਤ ਕੌਰ, ਗੁਰਿੰਦਰਪਾਲ ਸੰਧੂ ਜੀ, ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਤਸ਼ਰੀਫ ਫਰਮਾ ਨੇ। ਸੋ ਸਾਰਿਆਂ ਨੂੰ ਹਾਰਦਿਕ ਜੀ ਆਇਆਂ ਆਖਦਾ ਹਾਂ। ਸੋ ਹੁਣ ਮੈਂ ਸੱਦਾ ਦੇਵਾਂਗਾ ਬਜਿੰਦਰ ਠਾਕਰ ਹੋਰਾਂ ਨੂੰ ਕਿ ਉਹ ਆਪਣੀ ਕੋਈ ਨਜ਼ਮ ਲੈ ਕੇ ਸਾਡੇ ਸਾਹਮਣੇ ਆਉਣ। ਉਸ ਤੋਂ ਬਾਅਦ ਸਰਦਾਰ ਅਜਮੇਰ ਸਿੰਘ ਕੈਂਥ ਹੋਰਾਂ ਦੇ ਵਿਚਾਰ ਅਸੀਂ ਸੁਣਾਂਗੇ। ਬਜਿੰਦਰ ਠਾਕਰ ਜੀ। मंच को प्रणाम।
ਮੈਂ ਸਰਦਾਰ ਜਸਪਾਲ ਸਿੰਘ ਜੀ ਨੂੰ ਉਹਨਾਂ ਦੀਆਂ 3 ਕਿਤਾਬਾਂ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਇਹਨਾਂ ਨੇ ਸੰਗੀਤ ਦੇ ਖੇਤਰ ਵਿੱਚ ਬਹੁਤ ਨਾਮ ਕਮਾਇਆ ਜੀ। ਅਤੇ ਮੈਂ ਤਾਂ ਇਹਨਾਂ ਜੇ ਕਹਿ ਲਓ ਕਿ ਹੁਣ ਸੂਰਜ ਨੂੰ ਦੀਵਾ ਦਿਖਾਉਣ ਜੋਗਾ ਕੋਸ਼ਿਸ਼ ਕਰਾਂਗਾ ਜੀ। ਮੈਂ ਇੱਕ ਮਾਂ ਬੋਲੀ ਪੰਜਾਬੀ ਦੇ ਉੱਪਰ ਕਵਿਤਾ ਪੇਸ਼ ਕਰ ਰਿਹਾ ਅਤੇ ਗਲਤੀ ਵਾਲਾ ਇੱਕ ਅੱਧਾ ਸੁਰ ਲੱਗ ਗਿਆ ਤਾਂ ਮਾਫ। ABCD पढ़दे ऊड़ा ऐड़ा ना भुल जायो जी। ABCD पढ़दे ऊड़ा ऐड़ा ना भुल जायो जी। अपनी बोली अपना विरसा बच्चों ना भुल जायो जी। ABCD पढ़दे ऊड़ा ऐड़ा ना भुल जायो जी। अपनी बोली अपना विरसा बच्चों ना भुल जायो जी। बिच अंग्रेजी ए फॉर एप्पल बी फॉर हुंदा बाल जी। बिच अंग्रेजी ए फॉर एप्पल बी फॉर हुंदा बाल जी। भूआ भी आंटी मासी भी आंटी है ना गल कमाल दी। भूआ भी आंटी मासी भी आंटी है ना गल कमाल दी। बेबे बापू भूआ मासी बेबे बापू भूआ मासी कहना ना भुल जायो जी। अपनी बोली अपना विरसा बच्चों ना भुल जायो जी। ABCD ए तां मुकदी छबियां ते साडी मुकदी 35 नाल जी। ए तां मुकदी छबियां ते साडी मुकदी 35 नाल जी। सस पैर बिंदी खख पैर बिंदी बिंदी करे कमाल जी। शेर तो शेर बनावे बिंदी पैर ससे बिंदी पायो जी। अपनी बोली अपना विरसा बच्चों ना भुल जायो जी। ABCD 1 2 करदे करदे 1 2 3 ना भुल जायो। एक दूनी दा पहाड़ा रल के उच्ची सुर गायो। बचपन विच लिखदे सी फट्टियां बचपन विच लिखदे सी फट्टियां कानी अते दवात सी। पोच के फट्टी सूरज दे नाल पाउंदे जांदे बात सी। ABCD पढ़दे ऊड़ा ऐड़ा ना भुल जायो जी। अपनी बोली अपना विरसा बच्चों ना भुल जायो जी। मैं नहीं आखदा भाषा कोई सिखनी माड़ी हुंदी है पर माँ बोली बच्चों माँ बोली हुंदी है। पर माँ बोली बच्चों माँ बोली हुंदी है। वेख के ऊंचे महल चुबारे चुगी अपनी ना टायो जी। अपनी बोली अपना विरसा बच्चों ना भुल जायो जी। नहीं शिफ्ता पंजाब मेरे दी की शिफ्त सुनावा जी। साग सरों मक्की दी रोटी उत्तों मक्खन पावा जी। नहीं शिफ्ता पंजाब मेरे दी की शिफ्त सुनावा जी। साग सरों मक्की दी रोटी उत्तों मक्खन पावा जी। अपने बच्चियां नू पीजे बर्गर ते ही न लगायो जी। ठाकुर आखे पंजाब पंजाबियत बचायो जी। ABCD पढ़दे ऊड़ा ऐड़ा ना भुल जायो जी। अपनी बोली अपना विरसा बच्चों ना भुल जायो जी। ਇਹ ਸੀ ਵਜਿੰਦਰ ਠਾਕਰ ਜਿਹੜੇ ਬਹੁਤ ਹੀ ਮਕਬੂਲ ਮਜ਼ਾਹੀਆ ਸ਼ਾਇਰ ਨੇ। ਮਾਂ ਬੋਲੀ ਬਾਰੇ ਵੀ ਕਿੰਨਾ ਸਰੋਕਾਰ ਰੱਖਦੇ ਨੇ ਇਹਨਾਂ ਦਾ। ਇਹ ਕਵਿਤਾ ਸੁਣ ਕੇ ਮੈਨੂੰ ਵੀ ਕੁਝ ਲਾਈਨਾਂ ਯਾਦ ਆ ਗਈਆਂ। ਕਹਿੰਦਾ ਮਾਂ ਬੋਲੀ ਬਿਨ ਦੁਨੀਆ ਉੱਤੇ ਕੌਮਾਂ ਦੀ ਪਹਿਚਾਨ ਨਹੀਂ ਰਹਿੰਦੀ। ਮਾਂ ਬੋਲੀ ਬਿਨ ਦੁਨੀਆ ਉੱਤੇ ਕੌਮਾਂ ਦੀ ਪਹਿਚਾਨ ਨਹੀਂ ਰਹਿੰਦੀ। ਆਪਣਾ ਸੱਭਿਆਚਾਰ ਭੁਲਾ ਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ। ਫੁੱਲ ਕਿਤੇ ਵੀ ਉੱਗਣ ਭਾਵੇਂ ਮਹਿਕਾਂ ਤੋਂ ਪਹਿਚਾਣੇ ਜਾਂਦੇ। ਦੁਨੀਆ ਦੇ ਵਿੱਚ ਲੋਕ
ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ। ਵਿਰਸੇ ਦੇ ਫੁੱਲ ਤਾਂ ਹੀ ਖਿੜਦੇ, ਵਿਰਸੇ ਦੇ ਫੁੱਲ ਤਾਂ ਹੀ ਖਿੜਦੇ, ਮਾਂ ਬੋਲੀ ਜੇ ਆਉਂਦੀ ਹੋਵੇ, ਰੂਹ ਦੇ ਪੱਤਣ ਜ਼ਿੰਦ ਮਜਾਜਨ, ਲੋਕ ਗੀਤ ਕੋਈ ਗਾਉਂਦੀ ਹੋਵੇ। ਕਿਧਰੇ ਵੀ ਅਸੀਂ ਦੁਨੀਆ ਦੇ ਵਿੱਚ ਵਸੀਏ, ਸਾਡੀ ਬੋਲੀ, ਸਾਡੀ ਮਾਂ ਬੋਲੀ ਸਾਡਾ ਵਿਰਸਾ ਹੈ, ਸਾਡਾ ਪਹਿਚਾਨ ਹੈ। ਸੋ ਉਸ ਨੂੰ ਭੁੱਲ ਭੁਲਾ ਕੇ ਕੋਈ ਵੀ ਵਿਅਕਤੀ ਦੁਨੀਆ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ। ਇਹੋ ਜਿਹੀਆਂ ਭਾਵਨਾਵਾਂ ਸੀ ਵਜਿੰਦਰ ਠਾਕਰ ਹੋਰਾਂ ਦੀ ਇਸ ਕਵਿਤਾ ਦੀਆਂ। ਸੋ ਹੁਣ ਮੈਂ ਸੱਦਾ ਦੇ ਰਿਹਾ ਸਾਡੇ ਬਹੁਤ ਹੀ ਮਕਬੂਲ ਸ਼ਾਇਰ, ਵਿਦਵਾਨ, ਲੇਖਕ, ਮੇਰੇ ਵੱਡੇ ਵੀਰ ਸਰਦਾਰ ਅਜਮੇਰ ਸਿੰਘ ਜੀ ਕੈਂਥ ਹੋਰਾਂ ਨੂੰ, ਜਿਹੜੇ 3 ਮਿੰਟ ਲਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਸਰਦਾਰ ਅਜਮੇਰ ਸਿੰਘ ਜੀ ਕੈਂਥ। ਹੈਲੋ। ਸ਼ਬਦ ਦੇ ਚਰਨਾਂ 'ਚ ਬੈਠੀ ਸਾਰੇ ਹੀ ਸਾਧ ਸੰਗਤ ਜੀ, ਗੱਜ ਵੱਜ ਕੇ ਬੋਲਣਾ ਹੈ ਜੈਕਾਰਾ। ਵਾਹਿਗੁਰੂ ਜੀ ਕਾ ਖਾਲਸਾ। 3 ਮਿੰਟ ਦੀ ਕੰਡੀਸ਼ਨ ਬੜੀ ਖੂਬਸੂਰਤ ਹੈ ਔਰ ਇਹ ਮੇਰੇ ਨਿੱਕੇ ਵੀਰ ਨੇ ਲਾਈ ਹੈ। ਔਰ ਜੇ ਕਿਸੇ ਨੂੰ ਕਿਹਾ ਜਾਵੇ ਕਿ ਤੂੰ ਸਾਰੀ ਜ਼ਿੰਦਗੀ ਆਪਣੀ 1 ਮਿੰਟ ਦੇ ਬਰੀਫ ਕਰ ਦੇਵੇ ਤਾਂ ਉਹ ਸ਼ਾਇਦ ਨਾ ਕਰ ਸਕੇ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ। ਬੈਠੋ। ਔਰ ਅੱਜ ਇੱਥੇ ਮੈਂ ਕਈ ਵਰ੍ਹਿਆਂ ਬਾਅਦ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋ ਰਿਹਾ। ਜਿਸਮਾਂ ਦੇ ਵਿੱਚ ਨਹੀਂ, ਰੂਹਾਂ ਦੇ ਵਿੱਚ। ਜਿਸਮ ਬਦਲ ਗਏ ਨੇ ਪਿਛਲੇ 40 ਵਰ੍ਹਿਆਂ ਤੋਂ। ਜਿਸਮ ਆਏ, ਚਲੇ ਗਏ, ਚਲੇ ਜਾਣਗੇ। ਕਈ ਅਜੋਕੇ ਨੇ, ਕਈ ਸਾਬਕਾ ਨੇ, ਕੋਈ ਸਬਕੇ ਨੇ। ਸਾਰੀਆਂ ਰੂਹਾਂ ਜਿਸਮਾਂ ਦੇ ਗੁਲਾਮ ਨੇ ਔਰ ਜਿਸਮ ਚਲੇ ਗਏ ਨੇ, ਰੂਹਾਂ ਇੱਥੇ ਹੀ ਨੇ। ਔਰ ਮੈਨੂੰ ਅਜੇ ਵੀ ਲੱਗਦਾ ਹੈ ਕਿ ਆਹ ਜਿਹੜਾ ਮੰਚ ਹੈ, ਇੱਥੋਂ ਅਜਮੇਰ ਕੈਂਥ ਨੇ, ਤੁਹਾਡੇ ਦਾਸ ਨੇ ਆਪਣਾ ਪਹਿਲਾ ਸ਼ਬਦ ਬੋਲਿਆ ਸੀ ਅੱਜ ਤੋਂ 40 ਵਰ੍ਹੇ ਪਹਿਲਾਂ। ਔਰ ਮੈਨੂੰ ਅੱਜ ਮਾਣ ਹੈ ਇਸ ਗੱਲ ਦਾ ਕਿ ਵਿੱਚ ਵਿਚਾਲੇ ਦਾ ਜਿਹੜਾ ਸਮਾਂ ਹੈ ਇਹ ਕਿੱਥੇ ਚਲਿਆ ਗਿਆ ਹੈ। ਉਹ ਲੋਕਾਂ ਨੂੰ ਕੀ ਹੋ ਗਿਆ ਹੈ, ਜਿਹੜੇ ਲੋਕ ਜੀਤ ਸਿੰਘ ਸੀਤਲ, ਕਪੂਰ ਸਿੰਘ ਘੁੰਮਣ ਔਰ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਇਸ ਡਿਪਾਰਟਮੈਂਟ ਨੂੰ ਸਿੰਜਿਆ ਆਪਣੇ ਲਹੂ ਅਤੇ ਖੂਨ ਪਸੀਨੇ ਦੀ ਕਮਾਈ ਦੇ ਨਾਲ। ਅੱਜ ਉਹ ਡਿਪਾਰਟਮੈਂਟ ਕਿੱਥੇ ਹੈ? ਕਦੇ ਆਪਣੇ ਆਪ ਨੂੰ ਸਵਾਲ ਕਰ ਲਏ ਜਾਣ ਤਾਂ ਮੈਨੂੰ ਲੱਗਦਾ ਬਹੁਤ ਚੰਗਾ ਹੋਏਗਾ, ਕਿਉਂਕਿ ਅਸੀਂ ਸਵਾਲ ਨਹੀਂ ਕਰਨੇ, ਅਸੀਂ ਤਾਂ ਗੱਲਾਂ ਕਰਨੀਆਂ ਨੇ। ਇੱਥੇ ਹਰਨੇਕ ਸਿੰਘ ਢੋਟ ਹੋਰਾਂ ਨੇ ਗੱਲ ਕੀਤੀ ਸੀ ਔਰ ਇਸ ਬੰਦੇ ਨੂੰ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਸਮਰੱਥਾ, ਕਾਬਲੀਅਤ, ਨਿਮਰਤਾ ਇਸ ਬੰਦੇ ਵਿੱਚ ਘੁੱਟ ਕੇ ਭਰੀ ਹੋਈ ਆ। ਇੱਕ ਚੀਜ਼ ਨਹੀਂ ਹੈਗੀ। ਔਰ ਮੈਂ ਇਹ ਥੋਤੋਂ ਮੰਗ ਕਰਾਂਗਾ, ਉਮੀਦ ਕਰਾਂਗਾ ਕਿ ਉਹ ਪ੍ਰਮਾਤਮਾ ਕਿਸੇ ਨਾਲ ਨੂੰ ਦੇਵੇ ਜਿਸ ਨੂੰ ਹੰਕਾਰ ਕਿਹਾ ਜਾਂਦਾ ਹੈ। ਔਰ ਸਾਡੇ ਸਾਰਿਆਂ 'ਚ ਸਾਡੀ ਬਦਕਿਸਮਤੀ ਹੈ, ਕਿਸੇ ਨਾ ਕਿਸੇ ਰੂਪ 'ਚ ਹੈ। ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ। ਇਹਨਾਂ ਨੇ ਕਿਹਾ ਸੀਗਾ, ਮੈਨੂੰ ਉਮੀਦ ਸੀ ਕਿ ਆਪਾਂ ਨਿਊਜ਼ੀਲੈਂਡ ਮਿਲਾਂਗੇ। ਔਰ ਢੋਟ ਸਾਹਿਬ, ਮੈਨੂੰ ਇੱਥੇ ਆਉਣਾ ਪਿਆ, ਕਈ ਕਾਰਨ ਸੀ। ਇੱਕ ਤਾਂ ਮੈਂ ਗੁਰਬਖਸ਼ੀਸ਼ ਸਿੰਘ ਹੋਰਾਂ ਦਾ ਫੋਨ ਆਇਆ ਮੇਰੇ ਕੋਲ 5:15 ਵਜੇ ਅਤੇ ਇਹਨਾਂ ਨੇ ਅਰਜੈਂਟ ਕਾਲ ਕੀਤੀ। ਕਹਿੰਦੇ ਕੈਂਥ ਵੀਰ ਜੀ ਜਿੱਥੇ ਵੀ ਹੈਗੇ ਉਹ ਆ ਜਾਓ। ਮੈਂ ਕਿਹਾ ਜੀ ਹਾਜ਼ਰ ਹੋ ਗਿਆ। ਅਤੇ 4 ਵਜੇ ਮੈਂ ਇੱਕ ਸ਼ੂਟਿੰਗ ਖਤਮ ਕਰਕੇ ਆਇਆ ਸੀਗਾ। ਬਾਇਓਪਿਕ 'ਤੇ ਫਿਰ ਇੱਕ ਡਾਕੂਮੈਂਟਰੀ ਹੋ ਰਹੀ ਹੈ, ਲਗਾਤਾਰ ਕੰਮ ਚੱਲ ਰਿਹਾ, ਉਸ ਕਰਕੇ ਮੈਨੂੰ ਨਿਊਜ਼ੀਲੈਂਡ ਆਉਣਾ ਪਿਆ। ਢੋਟ ਸਾਹਿਬ, ਅਸੀਂ ਥੋੜ੍ਹੀ ਉਡੀਕ ਕਰਾਂਗੇ, ਤੁਹਾਡੀ ਨਹੀਂ ਤੁਹਾਡੇ ਪਰਿਵਾਰ ਦੀ ਵੀ ਇੰਤਜ਼ਾਰ ਕਰਾਂਗੇ। ਤੁਸੀਂ ਉੱਥੇ ਆਓ, ਜੀ ਆਇਆਂ ਨੂੰ ਸਿਰ ਮੱਥੇ। ਬਾਕੀ ਭਾਈ ਸਾਹਿਬ, ਤੁਹਾਨੂੰ 3 ਪੁਸਤਕਾਂ ਦੀਆਂ ਮੁਬਾਰਕਾਂ। ਇਹ ਪੁਸਤਕਾਂ ਨਹੀਂ ਹੈਗੀਆਂ, ਮੈਨੂੰ ਲੱਗਦਾ ਹੈ ਇਹ ਤੁਹਾਡੀ ਜ਼ਿੰਦਗੀ ਦਾ ਪਲ ਪਲ ਦਾ ਖੂਨ ਪਸੀਨਾ ਇੱਕ ਜਗ੍ਹਾ 'ਤੇ ਇਕੱਠਾ ਕੀਤਾ ਹੋਇਆ ਹੈ। ਸ਼ਬਦ ਉਦੋਂ ਤੱਕ ਅਮਰ ਨਹੀਂ ਹੋ ਸਕਦਾ ਜਦੋਂ ਤੱਕ ਉਸ ਨੂੰ ਸੰਗੀਤ ਨਾ ਮਿਲੇ। ਔਰ ਸੰਗੀਤ ਦੀ ਬੜਮੁੱਲੀ ਦਾਤ ਮੇਰੇ ਜਿਹੇ ਨਲਾਇਕ ਬੰਦਿਆਂ ਨੂੰ ਤਾਂ ਨਹੀਂ ਮਿਲਦੀ, ਮਾफ़ ਕਰਨਾ। ਬੜੇ ਖੁਸ਼ਨਸੀਬ ਵਾਲਿਆਂ ਨੂੰ ਖੁਸ਼ਨਸੀਬੀ ਨਸੀਬ ਹੁੰਦੀ ਹੈ ਅਤੇ ਤੁਸੀਂ ਖੁਸ਼ਨਸੀਬ ਹੋ ਕਿ ਤੁਹਾਨੂੰ ਇਹ ਦਾਤ ਮਿਲੀ ਹੈ। ਔਰ ਅਸੀਂ ਖੁਸ਼ਨਸੀਬ ਹਾਂ ਕਿ ਤੁਸੀਂ ਸਾਡੇ ਰੂਬਰੂ ਹੋ ਰਹੇ ਹੋ, ਤੁਹਾਨੂੰ ਅਸੀਂ ਸੁਣ ਰਹੇ ਹਾਂ। ਤੁਹਾਡੇ ਮੁਖਾਰ ਬਿੰਦ ਤੋਂ ਹੋਰ ਵੀ ਗੱਲਾਂ ਸੁਣਾਂਗੇ। ਅਤੇ ਬਾਕੀ ਰਹੀ ਗੱਲ, ਮੇਰੇ ਭੈਣ ਬੈਠੇ ਨੇ ਇੱਥੇ ਭਾਸ਼ਾ ਵਿਭਾਗ ਦੇ ਜੋ ਇੱਕ ਕੈਪਟਨ ਨੇ,
ਇਸ ਸ਼ਿਪ ਦੇ, ਜੋ ਜਹਾਜ਼ ਚਲਾਇਆ ਜਾ ਰਿਹਾ, ਉਹਦੇ ਇਹ ਮੁਖੀ ਨੇ। ਮੈਂ ਇਹਨਾਂ ਦੀ ਚਰਨਾਂ 'ਚ ਇੱਕ ਬੇਨਤੀ ਜ਼ਰੂਰ ਕਰਕੇ ਜਾਵਾਂਗਾ। ਕੋਈ ਪਲਾਨਿੰਗ ਨਹੀਂ ਸੀ, ਇਹ ਕੁਦਰਤੀ ਹੋ ਗਿਆ, ਕੋਇਨਸੀਡੈਂਟ ਆ ਕਿ ਥੋੜ੍ਹਾ ਜਿਹਾ ਕੋਸ਼ਿਸ਼ ਕਰਿਆ ਕਰਨ ਕਿ ਸਾਹਿਤਕਾਰਾਂ ਦੇ ਨਾਲ ਰਾਬਤਾ ਕਾਇਮ ਜ਼ਰੂਰ ਰੱਖਣ, ਕਿਉਂਕਿ ਇਹ ਸਿਰਫ ਕਲੈਰੀਕਲ ਮੈਂਟੈਲਿਟੀ ਦੇ ਨਾਲ ਡਿਪਾਰਟਮੈਂਟ ਨਹੀਂ ਚੱਲਣੇ। ਡਿਪਾਰਟਮੈਂਟ ਕਲੈਰੀਕਲ ਮੈਂਟੈਲਿਟੀ ਨਾਲ ਨਹੀਂ ਚੱਲਣੇ। ਕਿ ਭਾਈ ਸਾਹਿਬ ਹੁਣ ਗੱਲ ਕਰਕੇ ਗਏ ਸੀਗੇ, ਕਿਤਾਬਾਂ ਵਿਕਦੀਆਂ ਨੇ ਕਬਾੜ ਦੇ ਵਿੱਚ। ਅਬਦੁਲ ਕਲਾਮ ਸਾਹਿਬ ਦੀ ਗੱਲ ਕੀਤੀ, ਥੋੜ੍ਹੇ ਦਾਸ ਨੇ 10-10 ਪੈਸੇ ਦੀਆਂ ਕਿਤਾਬਾਂ ਖਰੀਦੀਆਂ ਨੇ ਪੰਜਾਬੀ ਸਾਹਿਤਕਾਰਾਂ ਕੋਲੋਂ, ਚੋਰ ਬਾਜ਼ਾਰ 'ਚੋਂ, ਦਿੱਲੀ 'ਚੋਂ, ਔਰ ਭੇਟ ਕੀਤੀਆਂ ਮੈਂ ਬੜੇ ਸਤਿਕਾਰ ਅਤੇ ਪਿਆਰ ਦੇ ਨਾਲ ਫਲਾਨੀ ਕੌਰ, ਫਲਾਨਾ ਸਿੰਘ, ਫਲਾਨੇ ਸਾਹਿਤਕਾਰ ਨੂੰ। ਉਹ ਕਿਤਾਬਾਂ ਚੋਰ ਬਾਜ਼ਾਰ ਦੇ ਵਿੱਚ 10-10 ਪੈਸੇ ਦੀਆਂ 40 ਸਾਲ ਪਹਿਲਾਂ, 25 ਸਾਲ ਪਹਿਲਾਂ ਥੋੜ੍ਹੇ ਦਾਸ ਨੇ ਖਰੀਦੀਆਂ ਨੇ, ਔਰ ਪਿਛਲੇ ਦਿਨਾਂ ਦੇ ਵਿੱਚ 20,000 ਕਿਤਾਬ ਡੋਨੇਟ ਕੀਤੀ ਹੈ ਕਿ ਕਿਤਾਬ ਦੀ ਬੇਅਦਬੀ ਨਾ ਹੋਵੇ। ਕਿਤਾਬ, ਮੈਨੂੰ ਮਾफ़ ਕਰਨਾ, ਮੈਂ ਬਹੁਤ ਹੀ ਨਿਮਰਤਾ ਸਹਿਤ ਥੋਤੋਂ ਆਗਿਆ ਲੈ ਕੇ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਸ਼ਬਦ ਜਦੋਂ ਹੋ ਗਿਆ ਨਾ, ਉਹ ਗੁਰਮੁਖ ਦੇ ਮੁਖਾਰ ਬਿੰਦ ਤੋਂ ਗੁਰਮੁਖੀ ਦਾ ਸਤਿਕਾਰ ਲੈ ਗਿਆ। ਔਰ ਮੈਂ ਇਹ ਗੱਲ ਕਹਿਣ 'ਚ ਹਿਚਕਿਚਾਹਟ ਨਹੀਂ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਬਰਾਬਰ ਦਾ ਸ਼ਬਦ ਹੋ ਜਾਂਦਾ ਹੈ ਅਤੇ ਸੰਗੀਤ ਕੀਰਤਨ ਦੇ ਬਰਾਬਰ ਦਾ ਰੁਤਬਾ ਕਾਇਮ ਕਰ ਜਾਂਦਾ ਹੈ। ਔਰ ਇਸ ਲਈ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਮੰਚ ਦੇ ਉੱਪਰ ਬੜੇ ਸਮਰਥਾਵਾਨ ਬੰਦੇ ਬੈਠੇ ਨੇ, ਮੇਰੇ ਮਿੱਤਰ ਸਾਰੇ। ਔਰ ਉਸ ਮੰਚ ਉਦੋਂ ਹੀ ਹੈ ਵੀਰੋ ਜਦੋਂ ਤੁਸੀਂ ਹੋ। ਜਦੋਂ ਤੁਸੀਂ ਨਹੀਂ ਹੋ ਤਾਂ ਮੰਚ ਦਾ ਕੋਈ ਮਤਲਬ ਨਹੀਂ ਹੈ। ਮੰਚ ਇਕੱਲਾ ਆਪਣੀ ਗੱਲ ਨਹੀਂ ਕਰ ਸਕਦਾ। ਮੰਚ ਉਦੋਂ ਹੀ ਗੱਲ ਕਰ ਸਕਦਾ ਹੈ ਜਦੋਂ ਤੁਹਾਡੇ ਜੋ ਸਮਰੱਥ ਸ਼ਖਸੀਅਤਾਂ ਬੈਠੀਆਂ ਨੇ। ਮੇਰੇ ਸਾਹਮਣੇ ਇੱਕ ਭਾਈ ਸਾਹਿਬ ਬੈਠੇ ਨੇ, ਮੇਰੇ ਸਰ ਨੇ, ਇਹ ਮੈਨੂੰ ਪਹਿਚਾਣਨਗੇ ਨਹੀਂ, ਉਹ ਵੀਰ ਜੀ ਬੈਠੇ ਨੇ, ਮੈਨੂੰ ਨਾਮ ਨਹੀਂ ਚੇਤੇ, ਲੇਕਿਨ ਇਹਨਾਂ ਦਾ ਚੰਡਿਆ ਹੋਇਆ ਹੈ ਕੈਂਥ। ਇਹਨਾਂ ਨੂੰ ਨਹੀਂ ਪਤਾ, ਕਿਉਂਕਿ ਪਤਾ ਨਹੀਂ ਮੇਰੇ ਜਿਹੇ ਕਿੰਨੇ ਕੁ ਨਿਕਲ ਚੁੱਕੇ ਨੇ ਇਹਨਾਂ ਦੇ ਥੱਲੋਂ ਪੁਲਾਂ 'ਚੋਂ। ਆ ਕੈਂਥ ਜੋ ਤੁਹਾਡਾ ਦਾਸ ਤੁਹਾਡੇ ਸਾਹਮਣੇ ਮਾੜਾ ਮੋਟਾ ਬੋਲਣ ਦੇ ਕਾਬਿਲ ਹੈ, ਤਾਂ ਇਹਨਾਂ ਸ਼ਖਸੀਅਤਾਂ ਦੀ ਬਦੌਲਤ ਹੈ। ਔਰ ਮੈਨੂੰ ਕਦੇ ਵੀ ਹਿਚਕਿਚਾਹਟ ਨਹੀਂ ਹੋਈ ਗੱਲ ਕਹਿਣ ਦੇ ਵਿੱਚ। ਕੈਂਥ ਨੇ ਇਸ ਬੱਚੇ ਤੋਂ ਵੀ ਸਿੱਖਿਆ ਹੈ, ਇਸ ਜ਼ਰੇ ਤੋਂ ਵੀ ਸਿੱਖਿਆ ਹੈ, ਵਿਰੋਧੀਆਂ ਤੋਂ ਵੀ ਸਿੱਖਿਆ ਹੈ, ਔਰ ਇਸ ਡਿਪਾਰਟਮੈਂਟ ਤੋਂ ਵੀ ਸਿੱਖਿਆ, ਜੋ ਡਿਪਾਰਟਮੈਂਟ ਕਿਲ੍ਹਾ ਮੁਬਾਰਕ ਦੇ ਵਿੱਚ ਹੁੰਦਾ ਸੀ। ਛੋਟੀ ਜਗ੍ਹਾ ਦੇ ਵਿੱਚ ਬੜੇ ਵੱਡੇ ਕੰਮ ਹੁੰਦੇ ਸੀ। ਔਰ ਮੈਂ ਅੱਗੇ ਗੱਲ ਨਹੀਂ ਕਹਾਂਗਾ, ਸਮਝਣ ਵਾਲੇ ਸਮਝ ਲੈਣਗੇ ਕਿ ਸਾਡੇ ਕੋਲ ਬੜੀ ਵੱਡੀ ਬਿਲਡਿੰਗ ਹੈ, ਹੋ ਸਕੇ ਤਾਂ ਅਸੀਂ ਉਹਦੇ ਮੇਚ ਦੇ ਕੰਮ ਨਾ ਕਰੀਏ, ਤਾਂ ਉਹਦੇ ਬਰਾਬਰ ਦੇ ਕੰਮ ਨਾ ਕਰੀਏ, ਉਹਦੇ ਵਰਗੇ ਕੰਮ ਜ਼ਰੂਰ ਕਰਨੇ ਸ਼ੁਰੂ ਕਰ ਦਈਏ। ਅੱਖਾਂ ਖੋਲ੍ਹ ਕੇ, ਦਿਮਾਗ ਦੀਆਂ ਖਿੜਕੀਆਂ ਖੋਲ੍ਹ ਕੇ कि साहित्यक समर्था की है, अदरवाइज इस घर को आग लगी है घर के चिराग से। ये गल इंप्लीमेंट होएगी, क्योंकि खतरा पंजाबी नूं किते नहीं है, सातों ही खतरा है। असी परिवार हिंदी बोलते हैं, इंग्लिश बोलते हैं, बच्चों को पीजे बर्गर, हुण गल करदे ठाकुर साहब मेरा बड़ा निक्का वीर है, और पीजे बर्गर ते कौन लाउंदा है? सेवियां कित्थे चलियां गईयां, बंद कित्थे चले गए, कड़ा प्रसाद कित्थे चले, कचौरियां जो मावां साड़ियां बनाउंदियां सी कित्थे चले गईयां। अज असी जोमैटो फमैटो की नाम रखे ने, उन्हां तो मंगवाउने आ, फोन करते हैं तो खा के असी गल्लां करते हैं पंजाबी नूं बचाउण दियां। ये थोड़ा दास न्यूजीलैंड च है, सारा संसार फिरन दा मौका दिता वक्त ने थोड़े आशीर्वाद नाल, किते मैनूं पंजाबी नूं खतरा नहीं दिखिया। इत्थे आके खतरा क्यों हो जाता वीर जी? इत्थे आके क्यों साड़ियां बेअदबियां हुंदियां ने, क्यों साड़ी मुशक्कत रुलदी है, क्यों साढ़े बड़ियां दी कुर्बानियां खत्म हो रही ने? कौन कर रहा है? अंदरों हो रहा है सारा कुछ, बाहरों कुछ नहीं हो रहा। इसलिए अंदरों बचाओ, बाहरों कोई खतरा नहीं है। इस दे नाल ही समाप्ति। भाई साहब तुहानूं बहुत बहुत मुबारक। खुदा करे कि तुहाडी कलम, तुहाडा संगीत, तुहाडी मुशक्कत इसे तरह निरंतर रहे तो सरशार करती रहे तो सानू निवाजते रहो। बहुत 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 धन्यवाद जी। इन्ना लाउड है। बहुत बहुत शुक्रिया कैंथ साहब। साडे अज दे इस प्रोग्राम दे विच डॉक्टर नरेंद्र सिंह होरी पहुँचे ने, हार्दिक जी आया आखदे हैं। सरदार सुखदर्शन सिंह जी नैशनल अवार्डी प्रिंसीपल रिटायर्ड, वो भी साडे दरम्यान पहुँचे ने, हार्दिक जी आया आखदे हैं। दिसे नेरा तां शब्दां नूं जगा लैना, दिसे नेरा तां शब्दां नूं जगा लैना, कदे तारे कदे जुगनू
ਬਣਾ ਲੈਣਾ। ਕਿਸੇ ਸ਼ਾਇਰ ਦੀਆਂ ਲਾਈਨਾਂ ਨੇ, ਜੇ ਮਰਨ ਤੋਂ ਬਾਅਦ ਵੀ ਜਿਉਣਾ ਚਾਹੁੰਦੇ ਹੋ ਤਾਂ ਇੱਕ ਕੰਮ ਜ਼ਰੂਰ ਕਰ ਜਾਇਓ, ਜਾਂ ਕੁਝ ਪੜ੍ਹਨ ਲਈ ਲਿਖ ਜਾਇਓ ਜਾਂ ਕੁਝ ਲਿਖਣ ਲਈ ਕਰ ਜਾਇਓ। ਕਿਤਾਬਾਂ ਸਮੇਂ ਦੀ ਤਵਾਰੀਖ 'ਤੇ ਪਈਆਂ ਸਦੀਵੀ ਪੈੜਾਂ ਨੇ। ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਸਾਡੇ ਵਿਰਸੇ ਨਾਲ, ਸਾਡੀਆਂ ਬੀਤੀਆਂ ਸਦੀਆਂ ਨਾਲ, ਕਹਿੰਦੇ ਆ ਕਿ ਜੇ ਅੱਛੀ ਕਿਤਾਬ ਪੜ੍ਹਨੀ ਹੋਵੇ, ਜੇ ਸਾਡੇ ਬੀਤੇ ਦੇ ਸਿਆਣਿਆਂ ਨਾਲ ਗੱਲਾਂ ਕਰਨੀਆਂ ਹੋਣ ਤਾਂ ਕੋਈ ਅੱਛੀ ਕਿਤਾਬ ਚੱਕੋ ਅਤੇ ਪੜ੍ਹਨ ਲੱਗ ਪਵੋ। ਸੋ ਬਹੁਤ ਵੱਡਾ ਕਾਰਜ ਹੈ ਕਿਤਾਬਾਂ ਲਿਖਣੀਆਂ। ਸਰਦਾਰ ਜਸਪਾਲ ਸਿੰਘ ਹੋਰੀ ਵਧਾਈ ਦੇ ਪਾਤਰ ਨੇ। ਸੋ ਹੁਣ ਮੈਂ ਸੱਦਾ ਦੇਣ ਜਾ ਰਿਹਾ ਪੁਆਧੀ ਦੇ ਸਾਡੇ ਇੱਕ ਬਹੁਤ ਹੀ ਪ੍ਰਤਿਸ਼ਠਿਤ ਸ਼ਾਇਰ ਨੇ ਸਤੀਸ਼ ਵਿਦਰੋਹੀ ਜੀ। ਮਾਹੌਲ ਨੂੰ ਥੋੜ੍ਹਾ ਜਿਹਾ ਮਜ਼ਾਹੀਆ ਬਣਾ ਲਈਏ। ਉਸ ਤੋਂ ਬਾਅਦ ਮੈਂ ਸੱਦਾ ਦੇਵਾਂਗਾ ਭਾਈ ਰਵਿੰਦਰ ਸਿੰਘ ਰਾਜ ਸਾਡੇ 'ਚ ਮੌਜੂਦ ਨੇ, ਉਹ ਆਪਣੇ ਵਿਚਾਰ ਲੈ ਕੇ ਸਾਡੇ ਨਾਲ ਰੂਬਰੂ ਹੋਣਗੇ। ਸੋ ਹੁਣ ਤੁਹਾਡੇ ਸਾਹਮਣੇ ਨੇ ਸਤੀਸ਼ ਵਿਦਰੋਹੀ ਜੀ। मारी बोली बड़ी स्वाद, मारा तो आदेश पुआद, और मारी बोली मारा लहजा, जमियो कराबा बहजा बहजा। बाबे नानक की बोली आ जी, मारे थर वाली बोली आ। वाहिगुरू जी का खालसा, वाहिगुरू जी की फतेह, काकी वाली बोली आ। दुनिया के किसी कोने में चले जाइए, गुरु घर के बाहर लिखा होएगा गुरु का लंगर, किते दान ही होएगा। गुरबाणी के विच साडी जिहड़ी ये पुआधी बोली आ, गुरु साहिबाना ने बहुत मान दिता हुआ इन्होंने। दो चार आप पुआधी के शेर साझे कर लिए। फिर एक वैसे तो थोड़ा जिहा सिख इतिहास नाल संबंधित आ, पर थोड़ा जिहा माहौल भी चेंज करना पएगा, मजाइया भी चलना पऊगा विच मैनूं, क्योंकि हमारी बोली थोड़ी जी पंच ज़्यादा मारा जी। बोली मारी देखो किन्नी मिठी लगा, बाबे नानक ने सच्चियों बनाई होवेगी, और बच्चा बच्चा दुखी हो जिया धरती के उस कोने पा, जिथा किसी बेवकूफ़ ने सरकार बनाई होवेगी। और यो टब्बर भी इकट्ठा इव रह नहीं सकता मिलका, यो टब्बर भी इकट्ठा इव रह नहीं सकता मिलका। कंप्यूटर मोबाइल और लैपटॉप ने पक्का बंडी पाई होवेगी, और एप्पल पा एक बुड़का सा मारिया हुआ, एप्पल पा एक बुड़का सा मारिया हुआ लगा किसी अंग्रेज़ ने झूठ खंडाई होवेगी। और फैसले फूसले तो पुराने बुढ़े करके बस, इब तो काले कोट पा चिट्टी टाई होवेगी। और यारी जट की तूत का मोछा ऊई नहीं बन गई, पता नहीं किन्नी बार छांग छंगाई होवेगी। यो हमारे पुआधी के कुछ शेर दे जी। इव अपनी पुआधी भाषा की एक रचना कहियो, कंकरा पत्थर की काढ़ कौन कटदा, जे ना काग तिहाया हुंदा, और जे भांजी मारा का नाल जाया हुंदा, मैं थारे जवाकां का ताया हुंदा। और थारे वर्गी बोली मैं भी बोलदा फटाफट, डैडी महाराजे हरियाणे माना ब्याया हुंदा, और मैं भी अपने सस सौरे गल दुख सुख बंडा लिंदा बसमा जागा। मैं भी अपने सस सौरे गल दुख सुख बंडा लिंदा बसमा जागा। तीमियाँ जितना जे बंदियां का माफ़ कराया हुंदा, और लत्तां घुटदा मैं भी थानू मिल जांदा पूपनियां गियां। लत्तां घुटदा मैं भी थानू मिलदा पूपनियां गियां। सरबण जैसे सोहणे पुत्त ने जे ना सबक सिखाया हुंदा, और सच की गठड़ी हरेक पिंड मां पहुँचांदा मैं दसो कितरा। सच की गठड़ी हरेक पिंड में पहुँचांदा मैं दसो कितना, जे झूठियां का ना तड़फाया हुंदा, और सोहना जा एक महल हुंदा दरबारी हुंदे मारे भी पटियाले मां। सोहना जा एक महल हुंदा दरबारी हुंदे मारे भी पटियाले मां, जे ना गुटका गणेश और राज दरबार रगड़ रगड़ का खाया हुंदा, और मारे देश दियां सड़कां थुक गैलां भरियां हुंदियां। मारे देश दियां सड़कां थुक गैलां भरियां हुंदियां। अखबारां के पहले बरके पा जे गुटके का ना विज्ञापन आया हुंदा, और छड़े जेठ पा इन्नियां तोहमतां जमी ना लगदियां। छड़े जेठ पा इन्नियां तोहमतां जमी ना लगदियां,
ਜੇ ਉਸ ਤੇ ਪਹਿਲਾਂ ਦਿਓਰ ਕਾ ਸਾਕ ਕਰਾਇਆ ਹੁੰਦਾ ਔਰ ਨਾ ਪੜੋਲੇ ਜੱਡੇ ਜੱਡੇ ਪੇਟ ਨਾ ਹੁੰਦੇ ਮਾਰੇ ਲੀਡਰਾਂ ਕੇ, न पढ़ोले जड्डे जड्डे पेट ना हुंदे मारे लीडरां के, खान सूरिया ने जे थोड़ा थोड़ा खाया हुंदा और मरदे हुए भी जो ही सोचा मेरे देश का लीडर भी जे कफन मां भी बड़ा सारा गोजा लाया हुंदा और अपाहज माँ बाप मर जांदे भुखे, अपाहज माँ बाप मर जांदे भुखे जे स्कूल मां ते हटा का राजू मनीटर नूं ढाबे पाना लाया हुंदा और वफादारी का असली मतलब मैनू पता ना लगे था, वफादारी का असली मतलब मैनू पता ना लगे था जे कुत्ते छड्ड का बंदियां नूं यार बनाया हुंदा और असली रब तो थारे अंदरे आ नफरत छड्ड दिओ, असली रब तो थारे अंदरे आ नफरत छड्ड दिओ। बाइबल कुरान और गीता ग्रंथ ने कदे ना पार लंघाया हुंदा और धरती के तले वाला पानी माने जमियों गंदा कर दिया मिलका, धरती हेठला पानी माने जमियों गंदा कर दिया मिलका, आसमान में भी जहर फैला देंदे जे मंगल व नलका लाया हुंदा और मारी धरती हरी भरी लहरांदी इतरियों, मारी धरती हरी भरी लहरांदी इतरियों, जल देवता ने जे लक्कड़हारे नूं कोई ना कुहाड़ा फड़ाया हुंदा और ओलंपिक मैडल जित जित का कोठे भर दिंदियां मारियां कुड़ियां, ओलंपिक मैडल जित जित का कोठे भर दिंदियां मारियां कुड़ियां, जे धीआं नूं ना भुक्खा मां मरवाया हुंदा और ऐनी सोहनी बोली थमें सीखण जांदे दसो कित्था जे उपकार सर ने पूरा विद्रोही ना बुलाया हुंदा। धन्नवाद जी। बहुत अच्छे सतीश विद्रोही जी, किड्डे वड्डे वड्डे व्यंग ने ਜਿਹੜੇ ਪੌਦੀ ਬੋਲੀ ਦੇ ਵਿੱਚ ਲੀਡਰ ਸੋਚਦੇ ਆ ਕਫਨ ਬੋਝੇ ਮਾਂ ਲਾਇਆ ਹੁੰਦਾ, ਧੀਆਂ ਨੂੰ ਕੁੱਖਾਂ ਨਾ ਮਰਵਾਇਆ ਹੁੰਦਾ ਤਾਂ ਕਿੰਨੇ ਮੈਡਲ ਜਿੱਤੇ ਜਾ ਸਕਦੀ ਸੀ। ਇਹ ਹਕੀਕਤਾਂ ਨੇ। ਇਹਨਾਂ ਸਮਾਜਿਕ ਲਾਂਤਾਂ ਤੋਂ ਅੱਜ ਸਾਨੂੰ ਕੁਝ ਸਿੱਖਣ ਦੀ, ਕੁਝ ਸਮਝਣ ਦੀ ਲੋੜ ਆ। ਅਸੀਂ ਸਾਰੇ ਰਲ ਕੇ ਇਸ ਪਾਸੇ ਵੀ ਹਮਲਾ ਮਾਰੀਏ। ਸੋ ਹੁਣ ਮੈਂ ਦਾਵਤ ਦੇ ਰਿਹਾ ਡਾਕਟਰ ਹਰਵਿੰਦਰ ਕੌਰ पंजाबी यूनिवर्सिटी पटियाला तो ने, वो अपने विचार सरदार जसपाल सिंह होरां बारे साडे नाल सांझे करनगे। डॉक्टर हरविंदर कौर पंजाबी यूनिवर्सिटी पटियाला तो। ਅੱਜ ਦੇ ਇਸ ਸਮਾਗਮ ਵਿੱਚ ਪਹੁੰਚੀਆਂ ਸਮੂਹ ਸ਼ਖਸੀਅਤਾਂ, ਵਿਦਵਾਨ, ਅਧਿਆਪਕ, ਖੋਜਾਰਥੀ, ਵਿਦਿਆਰਥੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਪੁਸਤਕਾਂ ਦਾ ਜੋ ਪ੍ਰਕਾਸ਼ਨ ਹੈ ਉਹ ਹੋਣਾ ਹੈ। ਸਾਡੇ ਸਤਿਕਾਰਯੋਗ ਅਧਿਆਪਕ ਸਰਦਾਰ ਜਸਪਾਲ ਸਿੰਘ ਜੀ, ਅਤੇ ਮੈਂ ਮੂੰਹ ਜ਼ੁਬਾਨੀ ਬਹੁਤ ਕੁਛ ਬੋਲ ਸਕਦੀ ਹਾਂ, ਘੰਟਾ ਵੀ ਬੋਲ ਸਕਦੀ ਹਾਂ, 2 ਘੰਟੇ ਵੀ ਬੋਲ ਸਕਦੀ ਹਾਂ, ਕਿਉਂਕਿ ਮੈਂ ਸਰ ਮੇਰੇ ਪਹਿਲੇ ਅਧਿਆਪਕ ਨੇ ਅਤੇ ਮੈਂ ਇਹਨਾਂ ਤੋਂ ਸਾਹ ਸੁਰ ਜਿਹੜਾ ਹੈਗਾ ਹੈ ਇਹਨਾਂ ਤੋਂ ਹੀ ਆ ਕੇ ਸਿੱਖਿਆ। ਕਈ ਵਾਰ ਤਾਂ ਅਧਿਆਪਕ ਕੋਲ ਬੰਦਾ ਤਾਂ ਜਾਂਦਾ ਹੈ ਨਾ ਕਿ ਪਹਿਲੇ ਸਿੱਖਿਆ ਹੁੰਦਾ ਹੈ, ਲੇਕਿਨ ਸਾਨੂੰ ਕੁਛ ਨਹੀਂ ਸੀ ਪਤਾ, ਅਸੀਂ ਪਿੰਡਾਂ 'ਚੋਂ ਆਏ ਸੀ। ਸਰ ਨੇ ਸਾਨੂੰ ਬਹੁਤ ਹੀ ਪਿਆਰ ਦੇ ਨਾਲ, ਬਹੁਤ ਹੀ ਸ਼ੁੱਧ ਹਿਰਦੇ ਦੇ ਨਾਲ ਸਿੱਖਿਆ ਦਿੱਤੀ। ਸੋ ਮੈਂ ਲਿਖ ਕੇ ਲੈ ਕੇ ਆਈ ਹਾਂ ਕਿ ਤਾਂ ਜੋ ਮੈਂ ਸਮੇਂ ਦੇ ਵਿੱਚ ਰਹਿ ਸਕਾਂ। ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਇਸ ਸੁਭਾਗੇ ਸਮੇਂ ਮੈਨੂੰ ਵੀ ਕੁਝ ਬੋਲਣ ਦਾ ਮੌਕਾ ਦਿੱਤਾ ਗਿਆ। ਸਰਦਾਰ ਜਸਪਾਲ ਸਿੰਘ ਜੀ ਅਜਿਹੇ ਸੰਗੀਤ ਅਧਿਆਪਕ ਹਨ ਜਿਨ੍ਹਾਂ ਨੂੰ ਕੇਵਲ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਬੈਠੇ ਸੰਗੀਤ ਨੂੰ ਪਿਆਰ ਕਰਨ ਵਾਲੇ ਬਹੁਤ ਸਤਿਕਾਰ ਦਿੰਦੇ ਹਨ। ਸਰਦਾਰ ਜਸਪਾਲ ਸਿੰਘ ਜੀ ਨੇ ਆਪਣੀ ਪੜ੍ਹਾਈ ਸੰਗੀਤ ਗਾਇਨ, ਵਾਦਨ, ਤੰਤੀ ਸਾਜ਼ਵਾਦਨ ਵਿੱਚ ਕੀਤੀ ਅਤੇ ਬਤੌਰ ਸੰਗੀਤ ਅਧਿਆਪਕ ਅਨੇਕ ਸੰਸਥਾਵਾਂ ਵਿੱਚ ਸੰਗੀਤ ਦੀ ਤਾਲੀਮ ਦਿੱਤੀ। ਆਪ ਜੀ ਨੂੰ 35 ਸਾਲ ਦਾ ਸੰਗੀਤ ਅਧਿਆਪਨ ਕਰਾਉਣ ਦਾ ਤਜਰਬਾ ਹੈ, ਜਿਸ ਵਿੱਚ ਸੰਗੀਤ ਦੀ ਹਰੇਕ ਵਿਧਾ ਜਿਵੇਂ ਗੁਰਮਤਿ ਸੰਗੀਤ, ਸ਼ਾਸਤਰੀ ਸੰਗੀਤ, ਤੰਤੀ ਸਾਜ਼ਵਾਦਨ, ਤਾਲ ਸਾਜ਼ਵਾਦਨ ਸ਼ਾਮਲ ਹਨ। ਸਰ ਤੋਂ ਸੰਗੀਤ ਦੀ ਸਿਖਲਾਈ ਲੈ ਕੇ ਅਨੇਕ ਵਿਦਿਆਰਥੀ ਇਸ ਖੇਤਰ ਵਿੱਚ ਅਗਾਂਹ ਸੰਗੀਤ ਸਿਖਾ ਰਹੇ ਹਨ। ਮੈਨੂੰ ਵੀ ਸਰ ਤੋਂ ਸੰਗੀਤ ਦੀ ਸਿੱਖਿਆ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਸਰਦਾਰ ਜਸਪਾਲ ਸਿੰਘ ਜੀ ਮੇਰੇ ਪਹਿਲੇ ਸੰਗੀਤ ਅਧਿਆਪਕ
ਹਨ ਜਿਨ੍ਹਾਂ ਤੋਂ ਸੰਗੀਤ ਦੇ ਸੁਰਾਂ ਦੀ ਜਾਣਕਾਰੀ ਹਾਸਲ ਕੀਤੀ। ਸਰ ਆਪਣੀ ਡਿਊਟੀ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਿਸ਼ਕਾਮ ਰੂਪ ਦੇ ਵਿੱਚ ਆਪਣੇ ਵਾਧੂ ਸਮੇਂ ਦੇ ਵਿੱਚ ਸਿਖਾਉਣ ਦਾ ਜਿਹੜਾ ਹੈਗਾ ਹੈ ਇਹਨਾਂ ਦੇ ਹਿੱਸੇ ਹੀ ਆਇਆ ਹੈ। ਬੜੇ ਹੀ ਸ਼ੁੱਧ ਹਿਰਦੇ ਦੇ ਨਾਲ ਸਰ ਗੁਰਮਤਿ ਅਤੇ ਗੁਰਮਤਿ ਸੰਗੀਤ ਦੀ ਸਿੱਖਿਆ ਦਿੰਦੇ ਹਨ ਅਤੇ ਦੇ ਰਹੇ ਹਨ। ਜਦੋਂ ਅਸੀਂ 5 ਵਿਦਿਆਰਥਣਾਂ ਸਰ ਕੋਲ ਸਿੱਖਣ ਲੱਗੀਆਂ ਸਕੂਲ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਤਾਂ ਮੈਨੂੰ ਯਾਦ ਹੈ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਮੈਨੂੰ ਯਾਦ ਹੈ ਕਿ ਸਾਨੂੰ ਸਰ ਨੇ ਗੁਰਮਤਿ ਨਾਲ ਵੀ ਜੋੜਿਆ ਸੀ। ਅਸੀਂ ਅੰਮ੍ਰਿਤਧਾਰੀ ਸੀ, ਲੇਕਿਨ ਸਾਨੂੰ ਗੁਰਬਾਣੀ ਜ਼ਿਆਦਾ ਪੜ੍ਹਨੀ ਨਹੀਂ ਸੀ ਆਉਂਦੀ ਕਿਉਂਕਿ ਪਿੰਡਾਂ ਵਿੱਚੋਂ ਆਏ ਸੀ। ਤਾਂ ਸਰ ਨੇ ਸਾਨੂੰ ਕਿਹਾ ਕਿ ਤੁਹਾਨੂੰ ਗੁਰਬਾਣੀ ਤੁਸੀਂ ਨਿਤਨੇਮ ਕਰਦੇ ਹੋ? ਅਸੀਂ ਕਿਹਾ ਵੀ ਅਸੀਂ ਜਾਪ ਸਾਹਿਬ ਨਹੀਂ ਕਰਦੇ। ਕਹਿੰਦੇ ਕਿਉਂ? ਮੈਂ ਕਿਹਾ ਜੀ ਆਂਦਾ ਨਹੀਂ। ਕਹਿੰਦੇ ਚਲੋ ਪਹਿਲਾਂ ਜਾਪ ਸਾਹਿਬ ਸਿਖਾਇਆ ਅਤੇ ਨਾਲ ਨਾਲ ਸਾਨੂੰ ਸੁਰ ਦੀ ਸਿੱਖਿਆ ਦਿੱਤੀ। ਭਾਵੇਂ ਕਿ ਜ਼ਿੰਦਗੀ ਵਿੱਚ ਬਹੁਤ ਵੱਡੀਆਂ ਔਕੜਾਂ ਆਈਆਂ, ਪਰ ਗੁਰੂ ਦੇ ਲੜ ਲੱਗੇ ਹੋਣ ਕਾਰਨ ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ। ਸਰ ਨੇ ਸ਼ਬਦ ਗਾਇਨ, ਪ੍ਰੈਕਟੀਕਲ ਸਿੱਖਿਆ ਦੇਣ ਦੇ ਨਾਲ ਨਾਲ ਸ਼ਬਦ ਕੀਰਤਨ ਰਚਨਾਵਾਂ ਨੂੰ ਪੁਸਤਕ ਰੂਪ ਵਿੱਚ ਛਾਪਣ ਦਾ ਜਿਹੜਾ ਹੈ ਕਾਰਜ ਕੀਤਾ। ਆਪ ਜੀ ਸ਼ਬਦ ਕੀਰਤਨ ਦੀਆਂ ਹੁਣ ਤੱਕ 5 ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹੋ। ਸਭ ਤੋਂ ਪਹਿਲੀ ਪੁਸਤਕ ਰਾਗ ਸੁਰੰਗੜੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਗਾਤਮਕ ਬਾਣੀ 'ਤੇ ਆਧਾਰਿਤ ਹੈ। ਦੂਸਰੀ ਪੁਸਤਕ ਗੜਗਜ ਧਮਾਲ ਰਣ ਰੁੱਧੇ ਜਮਾਲ 10ਮ ਗ੍ਰੰਥ ਦੀ ਬਾਣੀ ਹੈ, ਜੋ ਸ਼ਬਦ ਜੋ ਹੈਡਿੰਗ ਹੈ ਇਸ ਪੁਸਤਕ ਦਾ, ਉਸ ਤੋਂ ਹੀ ਭਲੀ ਭਾਂਤ ਪਤਾ ਲੱਗਦਾ ਕਿ ਬੀਰ ਰਸ ਵਿੱਚ ਲਿਖੀ ਗਈ ਪੁਸਤਕ ਹੈ। ਤੀਸਰੀ ਪੁਸਤਕ ਗੁਰਕੀਰਤ ਗਾਇਨ 'ਚ ਦੋਹਰਾ 10ਮ ਗ੍ਰੰਥ ਬਾਣੀ ਵਿੱਚੋਂ। ਇਸ ਪੁਸਤਕ ਦੀ ਖਾਸੀਅਤ ਇਹ ਹੈ ਕਿ ਜਿੰਨੇ ਵੀ ਦੋਹਰੇ ਹਨ ਉਹਨਾਂ ਨੂੰ ਰਾਗਬੱਧ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੇ ਵਿੱਚ ਸੁਰ ਲਿਪੀਬੱਧ ਕੀਤਾ ਹੈ। ਚੌਥੀ ਪੁਸਤਕ ਸ੍ਰੀ ਗੁਰੂ ਨਾਨਕ ਦੇਵ ਰਾਗ ਰਤਨਾਵਲੀ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਰਾਗ ਹਨ। ਪੰਜਵੀਂ ਪੁਸਤਕ ਜੋ ਹੁਣੇ ਹੀ ਆਈ ਹੈ, ਪੰਜਵੀਂ ਪੁਸਤਕ ਇੱਕ ਗੁਰਮਤਿ ਸੰਗੀਤ ਲੜੀ ਮੈਨੂੰ ਲੱਗਦਾ ਸਰ ਨੇ ਸ਼ੁਰੂ ਕੀਤੀ ਹੈ, ਜਿਸ ਦੇ ਅੰਤਰਗਤ ਉਹਨਾਂ ਨੇ ਇਹ ਸੋਚਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਨੂੰ ਸੁਰਲਿਪੀਬੱਧ ਕਰਨ ਦਾ ਕਾਰਜ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਅਰਦਾਸ ਹੈ ਕਿ ਗੁਰੂ ਸਾਹਿਬ ਇਸ ਕੋਸ਼ਿਸ਼ ਨੂੰ ਜਿਹੜੀ ਹੈਗੀ ਕਾਮਯਾਬ ਕਰਨ ਸਰ ਨੂੰ। ਅਤੇ ਇਹ ਪੁਸਤਕ ਹੈਗੀ ਹੈ ਗੁਰੂ ਤੇਗ ਬਹਾਦਰ ਜੀ ਦੀ ਸੰਪੂਰਨ ਬਾਣੀ ਸ਼ਬਦ ਸੁਰ ਰਚਨਾਵਲੀ। ਇਸ ਪੁਸਤਕ ਦੇ ਵਿੱਚ ਸੰਪੂਰਨ ਬਾਣੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ। ਸੋ ਇਸ ਦੇ ਨਾਲ ਨਾਲ ਇੱਕ ਹੋਰ ਗੱਲ ਇਹਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਲਿਖਤੀ ਰੂਪ ਵਿੱਚ ਆਪਣੇ ਸਾਹਮਣੇ ਹੈ, ਦੂਸਰਾ ਇਹਨਾਂ ਨੇ ਇਸ ਪੁਸਤਕ ਨੂੰ ਪ੍ਰੈਕਟੀਕਲ ਰੂਪ ਵਿੱਚ ਉਹ ਵੀ ਵਿਦਿਆਰਥੀਆਂ ਦੇ ਲਈ ਤਿਆਰ ਕੀਤਾ ਹੈ, ਜੋ ਅੱਜ ਜਦੋਂ ਰਿਲੀਜ਼ ਸਮਾਰੋਹ ਹੋਏਗਾ ਉਸ ਵਿੱਚ ਸ਼ਾਇਦ ਇਸ ਦਾ ਸਾਰੇ ਵਿਦਿਆਰਥੀਆਂ ਨੂੰ ਦੱਸਿਆ ਜਾਵੇਗਾ। ਸੋ ਅਰਦਾਸ ਹੈ ਕਿ ਪ੍ਰਮਾਤਮਾ ਇਹਨਾਂ ਦੇ ਅੰਗ ਸੰਗ ਰਹਿਣ ਅਤੇ ਸਾਰੇ ਜਿਹੜੇ ਕਾਰਜ ਨੇ ਉਹ ਨੇਪਰੇ ਚੜ੍ਹਾਉਣ। ਪੁਸਤਕਾਂ ਦਾ ਬਹੁਤ ਛਪਦੀਆਂ ਨੇ, ਮੈਂ ਗੱਲ ਕਰ ਹੀ ਚੁੱਕੀ ਹਾਂ ਕਿ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਨਾਲ ਨਾਲ ਇਹ ਵਿਦਿਆਰਥੀਆਂ ਨੂੰ ਇਹ ਜਿਹੜਾ ਮਟੀਰੀਅਲ ਹੈ ਮੁਹੱਈਆ ਕਰਾ ਰਹੇ ਨੇ। ਅਤੇ ਇਹਨਾਂ ਤੋਂ ਸਿੱਖੇ ਹੋਏ ਵਿਦਿਆਰਥੀ, ਅੱਜ ਕੁਝ ਵਿਦਿਆਰਥੀ ਸੀਨੀਅਰ ਪਹੁੰਚੇ ਨਹੀਂ, ਕਿਉਂਕਿ ਇਹਨਾਂ ਤੋਂ ਸਿੱਖੇ ਹੋਏ ਵਿਦਿਆਰਥੀ ਜਿਹੜੇ ਸਾਡੇ ਸਮੇਂ ਵਿੱਚ ਸਿੱਖਦੇ ਸੀਗੇ, ਘਰ ਘਰ ਜਾ ਕੇ ਸ਼ਬਦ ਕੀਰਤਨ ਦੀ ਸਿੱਖਿਆ ਦੇ ਰਹੇ ਨੇ ਅਤੇ ਸੰਗੀਤ ਦੀ ਸਿੱਖਿਆ ਵੀ ਨਾਲ ਨਾਲ ਦੇ ਰਹੇ ਨੇ। ਸੋ ਮੈਨੂੰ ਲੱਗਦਾ ਕਿ ਜਿਸ ਸ਼ੁੱਧ ਹਿਰਦੇ ਦੇ ਨਾਲ ਸਰ ਨੇ ਅਤੇ ਗੁਰਮਤਿ ਮਰਿਆਦਾ ਅਨੁਸਾਰ ਸਾਨੂੰ ਸੰਗੀਤ ਦੀ ਸਿੱਖਿਆ ਦਿੱਤੀ ਹੈ, ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ ਹੈ। ਸਾਹਮਣੇ ਵਿਦਿਆਰਥੀ ਬੈਠੇ ਨੇ, ਇਹਨਾਂ ਤੋਂ ਤੁਸੀਂ ਪੁੱਛ ਵੀ ਸਕਦੇ ਹੋ ਇਕੱਲੇ ਇਕੱਲੇ ਵਿਦਿਆਰਥੀ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ। ਮੈਨੂੰ ਅੱਜ ਤੱਕ ਅਧਿਆਪਕ ਬਹੁਤ ਕੁਝ ਸਿੱਖਿਆ ਸਾਰੇ ਅਧਿਆਪਕਾਂ ਤੋਂ, ਲੇਕਿਨ ਜਿਸ ਸ਼ੁੱਧਤਾ ਦੇ ਨਾਲ, ਜਿਸ ਗੁਰਮਤਿ ਮਰਿਆਦਾ ਅਨੁਸਾਰ, ਜਿਸ ਭਾਵਨਾ ਦੇ ਨਾਲ ਨਿਸ਼ਕਾਮ ਰੂਪ ਵਿੱਚ ਸਰਦਾਰ ਜਸਪਾਲ ਸਿੰਘ ਜੀ ਸੰਗੀਤ ਅਧਿਆਪਕ ਵਜੋਂ ਵਿਚਰੇ ਨੇ ਅਤੇ ਵਿਚਰ ਰਹੇ ਨੇ, ਤਾਂ ਇਸ ਦਾ ਜਿਹੜੀ ਐਗਜ਼ਾਮਪਲ ਹੈ ਸ਼ਾਇਦ ਕਿਤੇ ਹੋਰ ਨਾ ਮੈਂ ਦੇ ਸਕਾਂ ਆਪਣੇ ਵੱਲੋਂ। ਸੋ ਬਹੁਤ ਬਹੁਤ ਧੰਨਵਾਦ ਸਰ, ਅਤੇ ਬਹੁਤ ਹੀ ਖੁਸ਼ੀ ਹੈ, ਬਹੁਤ ਵਧਾਈਆਂ। ਅਤੇ ਇਸ ਸਮੇਂ ਬਹੁਤ ਹੀ ਹੋਰ ਵੀ ਖੁਸ਼ੀ ਹੈ ਕਿ ਅੱਜ ਬੁੱਕ ਰਿਲੀਜ਼ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਤ ਸ਼ਖਸੀਅਤ ਭਾਈ ਸਾਹਿਬ ਅਵਤਾਰ ਸਿੰਘ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਬਹਾਦਰਗੜ੍ਹ ਤੋਂ ਇੱਥੇ ਪਹੁੰਚੇ ਨੇ, ਅਤੇ ਮੈਡਮ ਜੋ ਇਸ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹਨਾਂ ਸ਼੍ਰੀਮਤੀ ਵੀਰਪਾਲ ਕੌਰ ਜੀ, ਅਤੇ ਹੋਰ ਸਮੂਹ ਸ਼ਖਸੀਅਤਾਂ ਸਰਦਾਰ ਸਤਬੀਰ ਸਿੰਘ ਜੀ ਅਧਿਆਪਕ, ਅਤੇ ਹੋਰ ਬਹੁਤ ਸਾਰੇ ਨਾਮ ਨੇ ਜਿਨ੍ਹਾਂ ਦੇ ਫਿਰ ਆਪਾਂ ਟਾਈਮ ਬਹੁਤ ਸ਼ਾਰਟ ਹੈ, ਸਾਰਿਆਂ ਦਾ ਹੀ ਬਹੁਤ ਧੰਨਵਾਦ ਵੀ ਹੈਗਾ ਹੈ। ਅਤੇ ਵਿਦਿਆਰਥੀ ਖਾਸ ਕਰਕੇ ਉਹ ਵੀ ਧੰਨਵਾਦ ਦੇ ਪਾਤਰ ਨੇ। ਬੜੇ ਸੁਭਾਗੇ ਹਾਂ ਆਪਾਂ ਕਿ ਆਪਾਂ ਇਹੋ ਜਿਹੇ ਟੀਚਰ ਤੋਂ ਸਿੱਖਿਆ ਲਿੱਤੀ ਹੈ। ਬਹੁਤ ਬਹੁਤ ਵਧਾਈਆਂ ਜੀ, ਹੋਈਆਂ ਗਲਤੀਆਂ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਡਾਕਟਰ ਹਰਵਿੰਦਰ ਕੌਰ ਜੀ,
ਬਹੁਤ ਹੀ ਸੰਖੇਪ ਪਰ ਭਾਵਪੂਰਤ ਸ਼ਬਦਾਂ ਦੇ ਵਿੱਚ ਤੁਸੀਂ ਸਰਦਾਰ ਜਸਪਾਲ ਸਿੰਘ ਜੀ ਹੋਰਾਂ ਬਾਰੇ ਚਾਨਣਾ ਪਾਇਆ। ਅਜਿਹੀ ਨਿਵੇਕਲੀ ਸ਼ਖਸੀਅਤ ਬਾਰੇ ਅਜਿਹੀਆਂ ਪ੍ਰਭਾਵਕਾਰੀ ਗੱਲਾਂ ਸੁਣ ਕੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਫਖਰ ਮਹਿਸੂਸ ਕਰਦੀ ਹੈ ਕਿ ਇਹੋ ਜਿਹੀ ਵਿਲੱਖਣ ਸ਼ਖਸੀਅਤ ਦੀਆਂ ਜਿਹੜੀਆਂ ਪੁਸਤਕਾਂ ਨੇ ਉਹ ਸੁਸਾਇਟੀ ਦੁਆਰਾ ਰਿਲੀਜ਼ ਕੀਤੀਆਂ ਜਾ ਰਹੀਆਂ ਨੇ। ਸੋ ਹੁਣ ਮੈਂ ਬੇਨਤੀ ਕਰਾਂਗਾ ਭਾਸ਼ਾ ਵਿਭਾਗ ਦੇ ਸਾਬਕਾ ਸਹਾਇਕ ਡਾਇਰੈਕਟਰ ਅਤੇ ਪ੍ਰਸਿੱਧ ਨਾਟਕਕਾਰ ਸਰਦਾਰ ਸਤਿੰਦਰ ਸਿੰਘ ਜੀ ਨੰਦਾ ਹੋਰਾਂ ਲਈ ਕਿ ਉਹ 2 ਮਿੰਟ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਸਰਦਾਰ ਸਤਿੰਦਰ ਸਿੰਘ ਜੀ ਨੰਦਾ, ਸਹਾਇਕ ਡਾਇਰੈਕਟਰ ਸਾਬਕਾ ਭਾਸ਼ਾ ਵਿਭਾਗ ਪੰਜਾਬ। ਕੀ ਹਾਲ ਹੈ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਚ 'ਤੇ ਸੁਸ਼ੋਭਿਤ ਮਹਾਨ ਸ਼ਖਸੀਅਤਾਂ ਅਤੇ ਸਾਹਮਣੇ ਸੰਗੀਤ ਪ੍ਰੇਮੀਓ ਅਤੇ ਸਾਹਿਤਕਾਰੋ, ਅੱਜ ਦੇ ਇਸ ਸਮਾਗਮ ਦੇ ਵਾਸਤੇ ਮੈਂ ਬੇਸੁਰਾ ਆਦਮੀ ਟੁਕਦਾ ਨਹੀਂ ਸੀ, ਪਰ ਜੋ ਮੈਨੂੰ ਡਿਊਟੀ ਦਿੱਤੀ ਹੈ ਅਤੇ ਮੈਨੂੰ ਆਖਿਆ ਗਿਆ 2 ਮਿੰਟ ਬੋਲਣੇ ਅਤੇ ਮੈਂ 2 ਮਿੰਟ ਤੋਂ ਵੱਧ 1 ਸੈਕਿੰਡ ਵੀ ਨਹੀਂ ਲਵਾਂਗਾ। ਸੰਗੀਤ ਦਾ ਸਾਡੇ ਮਨੁੱਖਾ ਸਰੀਰ ਉੱਤੇ ਇੰਨਾ ਡੂੰਘਾ ਪ੍ਰਭਾਵ ਹੈ ਕਿ ਅਸੀਂ ਇੱਕ ਪਲ ਵੀ ਇਸ ਤੋਂ ਅਛੂਤੇ ਨਹੀਂ ਰਹਿ ਸਕਦੇ, ਜੰਮਣ ਤੋਂ ਲੈ ਕੇ ਮਰਨ ਤੱਕ। ਕੁਝ ਉਦਾਹਰਣ ਦੇਣੇ ਇਸ ਟਾਈਮ ਸਮੇਂ ਦੀ ਘਾਟ ਨੂੰ ਮੁੱਖ ਰੱਖਦਿਆਂ ਬਹੁਤ ਜ਼ਿਆਦਾ ਨਹੀਂ ਟੁਕੜੇ, ਇਸ ਲਈ ਮੈਂ ਸੰਖੇਪ ਵਿੱਚ ਹੀ ਗੱਲ ਕਰਾਂਗਾ ਕਿ ਸੰਗੀਤ ਕਿੱਥੇ ਕਿੱਥੇ ਤੱਕ ਬਿਰਾਜਮਾਨ ਹੈ। ਮਨੁੱਖਾਂ ਤੋਂ ਇਲਾਵਾ ਰੁੱਖਾਂ ਵਿੱਚ ਵੀ ਹੈ, ਜੀਵ ਜੰਤੂਆਂ ਵਿੱਚ ਵੀ ਹੈ, ਹਰ ਥਾਂ 'ਤੇ ਸੰਗੀਤ ਹੈ। ਸੰਗੀਤ ਤੋਂ ਬਿਨਾਂ ਸਾਡੀ ਸਾਰੀ ਇੱਕ ਔਸ਼ਧੀ ਵੀ ਹੈ। ਹਾਂਜੀ, ਜੇ ਗੁਰਬਾਣੀ 'ਚੋਂ ਇਹਦੇ ਉਦਾਹਰਣ ਦੇਖੇ ਜਾਣ ਤਾਂ ਬਹੁਤ ਸਾਰੇ ਮਿਲ ਜਾਂਦੇ ਹਨ। ਹਾਂਜੀ, 31 ਰਾਗਾਂ ਨੂੰ ਕਿਸ ਤਰੀਕੇ ਨਾਲ ਸੁਰਬੱਧ ਕੀਤਾ ਅੱਜ ਸਾਨੂੰ ਉਪਲਬਧ ਹੁੰਦਾ ਹੈ। ਮੇਰੇ ਕੋਲ ਇੰਨਾ ਗਿਆਨ ਨਹੀਂ ਕਿ ਮੈਂ ਤੁਹਾਨੂੰ ਇਕੱਲੇ ਰਾਗ ਬਾਰੇ ਇੱਥੇ ਕੁਝ ਜਾਣਕਾਰੀ ਦੇ ਸਕਾਂ। ਇਹ ਸਰਦਾਰ ਜਸਪਾਲ ਸਿੰਘ ਹੋਰੀ ਹੀ ਦੱਸ ਸਕਦੇ ਹਨ, ਜਾਂ ਜਿਹੜੇ ਸੰਗੀਤ ਨਾਲ ਆਚਾਰ ਰੂਪ 'ਚ ਜੁੜੇ ਹੋਏ ਹਨ ਉਹ ਇਸ ਦਾ ਵਿਖਿਆਨ ਕਰ ਸਕਦੇ ਹਨ। ਜਸਪਾਲ ਸਿੰਘ ਹੋਰਾਂ ਦੀਆਂ ਪੁਸਤਕਾਂ ਮੈਂ ਹਾਲੇ ਪੜ੍ਹੀਆਂ ਨਹੀਂ, ਦੇਖੀਆਂ ਅਜੇ ਪੂਰੀ ਤਰ੍ਹਾਂ ਨਹੀਂ, ਪਰ ਮੈਂ ਇਹਨਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਜਿੱਥੇ ਤੱਕ ਹੋ ਸਕਿਆ ਇਸ ਦਾ ਪ੍ਰਚਾਰ ਵੀ ਕਰਾਂਗਾ। ਇਹ ਮੈਂ ਤੁਹਾਡੇ ਨਾਲ ਅਖਬਾਰਾਂ ਮੈਗਜ਼ੀਨਾਂ ਰਾਹੀਂ ਉਹ ਮੈਂ ਇੱਥੇ ਕਰਾ ਕਰਦਾ। ਹੁਣ ਮੇਰਾ 1.5 ਮਿੰਟ ਦੇ ਲਗਭਗ ਮੇਰਾ ਮੁੱਕ ਗਿਆ, ਅੱਧਾ ਮਿੰਟ ਹੋਰ। ਇੱਥੇ ਸਾਡੇ ਠਾਕੁਰ ਸਾਹਿਬ ਬੈਠੇ ਨੇ, ਇਹਨਾਂ ਨੇ ਬਹੁਤ ਖੂਬਸੂਰਤ ਪੰਜਾਬੀ ਸ਼ੈਲੀ ਦੇ ਵਿੱਚ ਪੰਜਾਬੀ ਭਾਸ਼ਾ ਬਾਰੇ ਗੱਲ ਕੀਤੀ ਹੈ। 35 ਅੱਖਰ, 35 ਦੇ ਉੱਤੇ 7 ਅੱਖਰ ਹੋਰ ਵੀ ਜੋੜ ਦਿੱਤੇ ਗਏ ਹਨ ਜੋ ਪਹਿਲਾਂ ਨਹੀਂ ਸਨ, ਪਰੰਤੂ ਅੱਜ ਉਹਨਾਂ ਦੀ ਲੋੜ ਹੈ, ਜਿਨ੍ਹਾਂ ਨੂੰ ਪੈਰ ਬਿੰਦੀ ਦੇ ਭਾਵ ਨਾਲ ਅਭਿਵਿਅਕਤ ਕੀਤਾ ਜਾਂਦਾ ਹੈ। ਇਹ ਅੱਖਰ ਨਹੀਂ ਹਨ, ਇਹ ਆਵਾਜ਼ਾਂ ਹਨ। ਇਹ ਆਵਾਜ਼ਾਂ ਹਨ। एक नुक्ते ने महरम को मुजरम बना दिया, एक नुक्ते ने खुदा को जुदा बना दिया। ये तुसी देखो, थोड़ा जिहा ध्यान देखो, ये अखर ਹਨ। ਇਹਨਾਂ ਦੇ ਅੱਗੋਂ ਸ਼ਬਦ ਬਣਦੇ ਨੇ, ਸ਼ਬਦਾਂ ਤੋਂ ਬਾਅਦ ਵਾਕ ਬਣਦੇ ਨੇ। ਉਹਦੀ ਅੱਜ ਅਸੀਂ ਬਹੁਤ ਜ਼ਿਆਦਾ ਲੋੜ ਮਹਿਸੂਸ ਕਰਦੇ ਹਾਂ। ਇੱਕ ਹੋਰ ਸ਼ਬਦ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੈ, ਜਿੱਥੇ ਵੀ ਦੇਖਦੇ ਹਾਂ ਉੱਥੇ ਕਹਿ ਦਿੰਦੇ ਇਹ ਸਾਹਿਬਾਨਾਂ ਨੂੰ। ਮੇਰੇ ਵੀਰੋ, ਮੈਨੂੰ ਮਾफ़ ਕਰ ਦੇਣਾ, ਸਾਹਿਬਾਨਾ ਕੋਈ ਸ਼ਬਦ ਨਹੀਂ ਹੈ, ਇੱਕ ਵੀ ਨਹੀਂ ਹੈ ਕਿਸੇ ਵੀ ਡਿਕਸ਼ਨਰੀ, ਕਿਸੇ ਵੀ ਯੂਨੀਵਰਸਲ ਦੇਖ ਲਓ ਜਾ ਕੇ, ਇਹ ਸ਼ਬਦ ਨਹੀਂ ਹੈ। ਸਿੰਗਲਰ 'ਚ ਤੋਂ ਪਲੂਰਲ ਦਾ ਹੈ ਸਾਹਿਬਾਨ, ਸਾਹਿਬ, ਸਾਹਿਬ ਮੇਰਾ ਮਿਹਰਬਾਨ, ਸਾਹਿਬ ਇੱਕ ਪਲੂਰਲ, ਸਾਹਿਬਾਨ, ਸਾਹਿਬਾਨਾ ਕੋਈ ਸ਼ਬਦ ਨਹੀਂ ਹੈ। ਪਲੀਜ਼ ਅਸੀਂ ਕਹਿ ਦਿੰਦੇ ਹਾਂ ਇਹਨਾਂ ਹਾਲਾਤਾਂ ਵਿੱਚੋਂ ਮੈਂ ਗੁਜ਼ਰਿਆ। ਨੋ 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 ਨੋ, ਹਾਲ ਤੋਂ ਹਾਲਾਤ। ਪਰ ਮੈਂ ਅੱਜ ਇੱਥੇ
ਕੁਛ ਨਹੀਂ ਗੱਲ ਕਰਨੀ, ਕਿਉਂਕਿ ਅੱਜ ਬਹੁਤ ਹੀ ਢੁਕਵਾਂ ਸਮਾਂ ਹੈ। ਸਰਦਾਰ ਜਸਪਾਲ ਸਿੰਘ ਜੀ ਦੀਆਂ 3 ਕਿਤਾਬਾਂ ਅੱਜ ਇੱਥੇ ਪ੍ਰਕਾਸ਼ਿਤ ਹੋ ਰਹੀਆਂ ਨੇ, ਪ੍ਰਕਾਸ਼ਮਾਨ ਹੋ ਰਹੀਆਂ ਨੇ, ਅਤੇ 5 ਮੈਨੂੰ ਪਤਾ ਲੱਗਾ ਕਿ ਇਹਨਾਂ ਨੇ ਰਚੀਆਂ ਹਨ। ਪਰ ਬਹੁਤ ਖੁਸ਼ੀ ਦੀ ਗੱਲ ਹੈ, ਮੈਂ ਤੁਹਾਨੂੰ ਸਭ ਨੂੰ ਇਸ ਉਪਲਕਸ਼ ਵਿੱਚ ਬਹੁਤ ਮੁਬਾਰਕਬਾਦ ਦਿੰਦਾ ਹਾਂ ਜਸਪਾਲ ਸਿੰਘ ਜੀ, ਅਤੇ ਆਸ ਕਰਦਾ ਹਾਂ ਕਿ ਤੁਸੀਂ ਸੰਗੀਤ ਵਿੱਚ ਹੀ ਨਹੀਂ, ਸੰਗੀਤ ਬਾਰੇ ਵੀ ਬਹੁਤ ਕੁਝ ਜਾਣੂ ਹੋ, ਜੋ ਤੁਹਾਨੂੰ ਇਹਦੇ ਪੁਸਤਕਾਂ ਦੇ ਵਿੱਚ ਭੇਟ ਕਰਕੇ ਸਾਨੂੰ ਨਿਮਾਣਿਆਂ ਨੂੰ ਮਾਣ ਬਖਸ਼ਣ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਰਦਾਰ ਸਤਿੰਦਰ ਸਿੰਘ ਜੀ ਨੰਦਾ। ਸੋ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਬਖਸ਼ ਸਿੰਘ ਜੀ ਅੰਟਾਲ, ਜਿਹੜੇ ਕਿ ਜ਼ਿਲ੍ਹਾ ਨੋਡਲ ਅਫਸਰ ਨੇ ਸਵੀਪ ਦੇ, ਅੱਜ ਦੇ ਇਸ ਪ੍ਰੋਗਰਾਮ ਨੂੰ ਉਲੀਕਣ ਦੇ ਵਿੱਚ ਵੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਉਹਨਾਂ ਦਾ ਜਿਹੜਾ ਹੈ ਵੱਡਾ ਹੱਥ ਹੈ। ਸੋ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਡਾਕਟਰ ਗੁਰਬਖਸ਼ ਸਿੰਘ ਜੀ ਅੰਟਾਲ। ਜਦੋਂ ਗੱਲ ਸ਼ਬਦ ਦੀ ਤੁਰਦੀ ਹੈ, ਜਦੋਂ ਗੱਲ ਸ਼ਬਦ ਦੀ ਤੁਰਦੀ ਹੈ ਤਾਂ ਬਦੋ ਬਦੀ ਉਹ ਪਲ ਯਾਦ ਆ ਜਾਂਦੇ ਨੇ ਜਦੋਂ ਬਾਬੇ ਨਾਨਕ ਦੀ ਰਚੀ ਬਾਣੀ ਨੂੰ ਗੁਰੂ ਅੰਗਦ ਦੇਵ ਜੀ ਉਚਾਰਦੇ ਨੇ ਅਤੇ ਪਿੱਛੇ ਵਿਰਧ ਅਵਸਥਾ 'ਚ ਬੈਠੇ ਭਾਈ ਬਾਲਾ ਜੀ ਅੱਖਾਂ ਭਰ ਲੈਂਦੇ ਨੇ, ਅਤੇ ਉਦੋਂ ਵਿਚਾਰ ਹੁੰਦਾ ਕਿ ਗੁਰਮੁਖੀ ਦਾ ਗੱਲ ਕੀਤੀ ਜਾਵੇ, ਸਾਨੂੰ ਉਹ ਭਾਸ਼ਾ ਦਿੱਤੀ ਜਾਵੇ। ਅੱਜ ਅਸੀਂ ਬਹੁਤ ਭਾਗਾਂ ਵਾਲੇ ਹਾਂ ਕਿ ਉਹ ਸ਼ਬਦ ਦੀ ਹਾਜ਼ਰੀ ਵਿੱਚ ਬਿਰਾਜਮਾਨ। ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਕਿਸਮਤ ਵਾਲੇ ਹਾਂ ਕਿ ਅੱਜ ਕਿਤਾਬਾਂ ਦਾ ਵਿਮੋਚਨ ਕਰਨ ਲਈ ਉਹ ਸ਼ਖਸੀਅਤ ਨੇ, ਮੇਰੀ ਮੁਰਾਦ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਜੋ ਉਸ ਗੁਰੂ ਦੇ ਵਜ਼ੀਰ ਨੇ, ਅਤੇ ਨਾਲ ਭਾਸ਼ਾ ਵਿਭਾਗ ਦੇ ਸਾਡੇ ਮਾਨਯੋਗ ਡਾਇਰੈਕਟਰ ਡਾਕਟਰ ਵੀਰਪਾਲ ਜੀ ਉਹਨੇ। ਅਤੇ ਅੱਜ ਮੈਂ ਕਿੰਨਾ ਕਰਮਾਂ ਵਾਲਾ ਕਿ ਮੈਂ ਉਸ ਗੁਰੂ, ਜਿਹੜੇ ਮੇਰੇ ਅਧਿਆਪਕ ਨੇ ਸਰਦਾਰ ਜਸਪਾਲ ਸਿੰਘ ਜੀ, ਜਿਨ੍ਹਾਂ ਦੀ ਉਂਗਲ ਫੜ ਕੇ ਕਦੇ ਤੁਰਨਾ ਸਿੱਖਿਆ, ਮੇਰੇ ਯੂਨੀਵਰਸਿਟੀ ਸਕੂਲ ਦੇ ਅਧਿਆਪਕ ਸਰਦਾਰ ਜਸਪਾਲ ਸਿੰਘ ਜੀ, ਸਰਦਾਰ ਸਤਬੀਰ ਸਿੰਘ ਜੀ, ਇਹਨਾਂ ਦੇ ਕਾਰਨ ਜਿਹੜਾ ਸੀਗਾ ਅਸੀਂ ਕੁਛ ਪਰਿਵਾਰ ਜਿਹੜਾ ਸਾਡਾ ਅੱਗੇ ਵੱਧ ਸਕਿਆ, ਬਹੁਤ ਕੁਛ ਦਿੱਤਾ ਹੈ। ਅਤੇ ਜੇ ਸਰ ਦੀ ਗੱਲ ਕਰੀਏ, ਮੇਰੇ ਨਿੱਕੇ ਬ੍ਰਦਰ ਉਜਾਗਰ, ਉਹਨੂੰ ਮਿਊਜ਼ਿਕ ਦੀਆਂ ਬੁਲੰਦੀਆਂ, ਅਤੇ ਦਲਬੀਰ ਹੁਣ ਇੱਥੇ ਬੈਠਿਆ ਸੀ ਛੋਟਾ ਭਰਾ, ਕਿੰਨੇ ਹੀ ਇਸ ਫੁਲਵਾੜੀ ਦੇ ਵਿੱਚ ਕਿੰਨੇ ਹੀ ਫੁੱਲ ਨੇ ਜਿਹੜੇ ਕਿੰਨੇ ਸੋਹਣੇ ਸਜੇ ਹੋਏ ਨੇ ਨੀਲੀਆਂ ਪੱਗਾਂ ਦੇ ਵਿੱਚ, ਬਾਣੇ ਦੇ ਵਿੱਚ, ਉਹ ਸਾਰੇ ਦੇ ਸਾਰੇ ਇਸ ਪਾਰਸ ਨੇ ਤਰਾਸ਼ੇ ਹੋਏ ਨੇ। ਸਰ ਬਾਰੇ ਮੈਨੂੰ ਇੱਕੋ ਹੀ ਲਾਈਨਾਂ ਯਾਦ ਆ ਜਾਂਦੀਆਂ, ਪਾਤਰ ਸਾਹਿਬ ਦੀਆਂ ਲਾਈਨਾਂ, ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ, ਜਿੱਥੇ ਮੈਂ ਤੁਰਦਾ ਉਹ ਰਾਹ ਬਣਦੇ ਨੇ, ਸਦੀਆਂ ਤੋਂ ਇਸ ਗੱਲ ਦੇ ਕਾਫਲੇ ਗਵਾਹ ਬਣਦੇ ਨੇ, ਸਦੀਆਂ ਤੋਂ ਇਸ ਗੱਲ ਦੇ ਕਾਫਲੇ ਬਣਦੇ ਨੇ। ਮੈਨੂੰ ਉਹ ਮੰਜ਼ਰ ਵੀ ਯਾਦ ਹੈ ਜਦੋਂ ਮਿਊਜ਼ਿਕ ਦੇ ਲਈ ਫੜ ਕੇ ਲੈ ਆਉਣਾ ਬੱਚਿਆਂ ਨੂੰ, ਚੱਲ ਸਿੱਖ। ਉਜਾਗਰ ਨੇ ਸ਼ੁਰੂ 'ਚ ਸਰ ਤੋਂ ਚਿੱਤਰ ਵੀ ਬਹੁਤ ਖਾਧੇ, ਪਰ ਉਹ ਇੰਨਾ ਕੁ ਪਿਆਰ ਦਿੱਤਾ ਸਰ ਨੇ ਕਿ ਅੱਜ ਉਜਾਗਰ ਨੂੰ ਉਜਾਗਰ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਇਹਨਾਂ ਦਾ। ਅਤੇ ਫਿਰ ਸਰ ਦਾ ਉਹ ਭਾਵਕ ਪਲ ਵੀ ਆਏ ਜਦੋਂ ਜ਼ਿੰਦਗੀ ਦੇ ਵਿੱਚ ਇੱਕ ਦੁਰਘਟਨਾ ਵਾਪਰੀ, ਅਤੇ ਉਹ ਮੇਰੇ ਜ਼ਿਹਨ ਦੇ ਵਿੱਚ ਅੱਜ ਵੀ ਉਹ ਚੀਜ਼ ਯਾਦ ਆ ਜਾਂਦੀ ਹੈ ਕਿ ਉਹਨੇ ਸਰ ਦੀ ਆਵਾਜ਼ ਨੂੰ ਵੀ ਬੇਸ਼ੱਕ ਸਾਡੇ ਤੋਂ ਦੂਰ ਕੀਤਾ, ਪਰ ਇਹਨਾਂ ਨੇ ਸ਼ਬਦਾਂ ਦੇ ਰੂਪ ਦੇ ਵਿੱਚ ਉਸ ਨੂੰ, ਆਵਾਜ਼ ਨੂੰ ਹੋਰ ਬੁਲੰਦ ਕਰ ਦਿੱਤਾ। ਜਦੋਂ ਸਰ ਹੌਸਪੀਟਲ ਨੇ, ਮੈਡਮ ਸਾਡੇ ਸਤਿਕਾਰਤ ਅੱਜ ਜੋ ਉੱਥੇ ਕਿਤੇ ਦੇਖ ਰਹੇ ਹੋਣਗੇ ਕਿ ਕਿਸ ਬੁਲੰਦੀਆਂ 'ਤੇ ਪਹੁੰਚਾਇਆ ਸਰ ਨੇ ਉਹਨਾਂ ਨੂੰ। ਬੇਟਾ ਵੀ
ਹੌਸਪੀਟਲ ਹੈ। ਜਦੋਂ ਉਜਾਗਰ ਨੇ ਦੱਸਿਆ ਤੇ ਮੈਂ ਜਦੋਂ ਪਹੁੰਚਿਆ ਤੇ ਮੈਂ ਸੋਚ ਰਿਹਾ ਕਿ ਉਸ ਬੇਟੀ ਦਾ ਕੀ ਹਾਲ ਹੋਊ, ਪਰ ਮੈਂ ਉਦਣ ਗੁਰਮਤਿ ਦੀ ਤਾਕਤ ਦੇਖੀ ਕਿ ਜੇ ਕੋਈ ਪਰਿਵਾਰ ਜੁੜਿਆ ਬਾਣੀ ਦੇ ਨਾਲ ਤਾਂ ਉਸ ਬੇਟੀ ਨੇ ਜਕਾਰੇ ਲਾ ਕੇ ਜਦੋਂ ਮਾਤਾ ਨੂੰ ਆਪਣੀ ਨੂੰ ਵਿਦਾ ਕੀਤਾ ਤਾਂ ਉਹ ਪਲ ਵਿਲੱਖਣ ਸੀ। ਉਹ ਇੱਕ ਤਾਕਤ ਸੀ ਉਹਦੇ ਕੋਲ ਜੋ ਬਾਣੀ ਨੇ ਦਿੱਤੀ, ਅਤੇ ਹਲੇ ਵੀ ਨਿਰੰਤਰ ਤੁਰੇ ਹੋਏ ਨੇ। ਜਿਵੇਂ ਨੰਦਾ ਸਾਹਿਬ ਨੇ ਗੱਲ ਕੀਤੀ ਕਿ ਕਿਤਾਬਾਂ ਨੂੰ ਹਲੇ ਮੈਂ ਵੀ ਨਹੀਂ ਪੜ੍ਹਿਆ, ਅਤੇ ਮੈਂ ਅੱਜ ਕੱਲ੍ਹ ਮੋਹਾਲੀ ਵਿਖੇ ਮੇਰੀ ਪੋਸਟਿੰਗ ਹੋ ਗਈ ਅਤੇ ਸਰ ਨੇ ਕਿਹਾ ਕਿ ਜ਼ਰੂਰ ਆਉਣਾ, ਅਤੇ ਹੱਕ ਨਾਲ ਕਿਹਾ। ਗੁਰਬਖਸ਼ੀਸ਼ ਮੈਂ ਹਾਂਜੀ ਸਰ ਪਹੁੰਚਣਾ। ਸਤਵੀਰ ਸਰ ਬਾਰ-ਬਾਰ ਪਹੁੰਚਣਾ। ਮੈਂ ਗੁਸਤਾਖ ਹੋਵਾਂਗਾ ਜੇ ਮੈਂ ਜ਼ਿਕਰ ਨਾ ਕਰਾਂ ਸਰਦਾਰ ਉਪਕਾਰ ਸਿੰਘ ਜੀ, ਜਿਨ੍ਹਾਂ ਨੇ ਸਾਰਾ ਤਾਣਾ ਬਾਣਾ ਰਚਿਆ। ਮੇਰਾ ਤਾਂ ਇੱਕ ਨਾਂ ਪਾ ਦਿੱਤਾ, ਮੈਂ ਉਹਦੇ ਵਿੱਚ ਮੇਰੀ ਕਿਤੇ ਵੀ ਕੋਈ ਕੰਟਰੀਬਿਊਸ਼ਨ ਨਹੀਂ, ਸਾਰੀ ਕੰਟਰੀਬਿਊਸ਼ਨ ਇਹਨਾਂ ਦੀ ਹੈ। ਅਤੇ ਮੈਂ ਤਾਂ ਸਮਾਂ ਮਾਣ ਮਹਿਸੂਸ ਕਰਦਾ ਕਿ ਤੁਸੀਂ ਮੈਨੂੰ ਉੱਥੇ ਬੁਲਾਇਆ ਅਤੇ ਸੁਭਾਗਾ ਬਣਾ ਦਿੱਤਾ। ਜਿਵੇਂ ਬਰਜਿੰਦਰ ਠਾਕੁਰ ਜੀ ਨੇ ਗੱਲ ਕੀਤੀ, ਕਾਕਾ ਰਾਮ ਵਰਮਾ ਜੀ ਨੇ ਕੀਤੀ, ਸਾਡਾ ਛੋਟਾ ਵੀਰ ਨਰਿੰਦਰ ਬੈਠਿਆ, ਖੋਸਲਾ ਸਾਹਿਬ ਬੈਠੇ ਨੇ। ਕਦੇ ਪੰਜਾਬੀ ਲਈ ਚੰਦ ਲਾਈਨਾਂ ਮੈਂ ਵੀ ਲਿਖੀਆਂ ਸੀ, ਉਹ ਜ਼ਰੂਰ ਤੁਹਾਡੇ ਰੂਬਰੂ ਕਰਨੀਆਂ ਚਾਹਾਂਗਾ ਕਿ ਰੱਬ ਰੁੱਸੇ ਤਾਂ ਟੱਲ ਖੜਕਾ ਮੰਦਰਾਂ ਦੇ ਉਸ ਨੂੰ ਮਨਾ ਲਈਏ। ਰੱਬ ਰੁੱਸੇ ਤਾਂ ਟੱਲ ਖੜਕਾ ਮੰਦਰਾਂ ਦੇ ਉਸ ਨੂੰ ਮਨਾ ਲਈਏ, ਯਾਰ ਰੁੱਸੇ ਤਾਂ ਬੇਵਫਾ ਜਾਣ ਕੇ ਦਿਲੋਂ ਉਸ ਦੀ ਯਾਦ ਭੁਲਾ ਲਈਏ। ਪਰ ਆਪਣੇ ਵਿਰਸੇ ਨੂੰ ਜੇਕਰ ਅੱਗ ਲੱਗੇ, ਕਿਵੇਂ ਉਸ ਦਾ ਸੇਕ ਹੰਢਾ ਲਈਏ। ਅੱਗ ਲੱਗੀ ਹੈ ਪਿੱਲੂ ਵਾਰਸ ਅਤੇ ਸ਼ਿਵ ਦੇ ਸਿਵਿਆਂ ਨੂੰ, ਕਿਵੇਂ ਬੋਲੋ ਤਾਰਾ ਨਾਲ ਭੰਗੜਾ ਪਾ ਲਈਏ। ਹੀਰ ਸੋਹਣੀ ਅਤੇ ਸੱਸੀ ਦਾ ਰੂਪ ਛੱਡ ਕੇ, ਕਿਵੇਂ ਕੁੜੀ ਗੁਜਰਾਤ ਦੀ ਦਾ ਰੂਪ ਹੰਢਾ ਲਈਏ। ਅੱਜ ਵੀ ਜੇ ਆ ਤੁਹਾਡੇ ਕੋਲ ਅਣਖ ਲੋਕੋ, ਚਲੋ ਵਾਰਸ ਦੇ ਪਿੰਡ ਫੇਰਾ ਪਾ ਆਈਏ। ਚਲੋ ਵਾਰਸ ਦੇ ਪਿੰਡ ਫੇਰਾ ਪਾ ਆਈਏ। ਉੱਥੇ ਰੋਂਦੀ ਹੈ ਰੂਹ ਪੰਜਾਬੀਆਂ ਦੀ, ਚਲੋ ਉਹਨੂੰ ਵੀ ਹਿੱਕ ਨਾਲ ਲਾ ਆਈਏ। ਚਲੋ ਉਹਨੂੰ ਵੀ ਹਿੱਕ ਨਾਲ ਲਾ ਆਈਏ। ਨੰਦਾ ਸਾਹਿਬ ਨੇ ਗੱਲ ਕੀਤੀ ਕਿ ਸੰਗੀਤ ਹਰ ਚੀਜ਼ 'ਚ ਹੈ। ਝਰਨਾ ਵਗਦਾ ਉਹਦਾ ਆਪਣਾ ਸੰਗੀਤ ਹੈ, ਪੱਤਿਆਂ ਦੀ ਖੜਖੜ ਹੈ ਆਪਣਾ ਸੰਗੀਤ ਹੈ, ਘੋੜਾ ਤੁਰਦਾ ਉਹਦੀ ਟਾਪ ਆਪਣਾ ਸੰਗੀਤ ਹੈ, ਬਾਰਿਸ਼ ਹੁੰਦੀ ਹੈ ਤਾਂ ਉਹਦਾ ਆਪਣਾ ਸੰਗੀਤ ਹੈ। ਅਤੇ ਜਦੋਂ ਸੰਗੀਤ ਦੇ ਨਾਲ ਸ਼ਬਦ ਦਾ ਸੁਮੇਲ ਹੋ ਜਾਵੇ, ਅਤੇ ਸ਼ਬਦ ਵੀ ਉਹ ਜਿਹੜੇ ਸਾਡੇ ਗੁਰੂਆਂ ਦੀ ਬਾਣੀ 'ਚੋਂ ਉਪਜੇ ਹੋਏ ਸ਼ਬਦ ਨੇ, ਜਿਨ੍ਹਾਂ ਦੇ ਉੱਤੇ ਸਰ ਦਾ ਸਭ ਤੋਂ ਵੱਡਾ ਕੰਮ ਹੈ। ਸਰ ਨੇ ਡਾਇਰੈਕਟ ਕੀਤੀਆਂ ਆਪਣੇ ਵਿਦਿਆਰਥੀਆਂ ਨੂੰ ਲੈ ਕੇ 500 ਤੋਂ ਵੱਧ ਵਿਦਿਆਰਥੀਆਂ ਨੂੰ ਸੁਖਮਣੀ ਸਾਹਿਬ ਦਾ, ਸਵਈਏ ਦਾ, ਰਾਗ ਮਹੱਲਾ 9ਵਾਂ ਗੁਰੂ ਤੇਗ ਬਹਾਦਰ ਸਾਹਿਬ ਦੇ, ਅਤੇ ਕੀ ਨਹੀਂ ਕੀਤਾ ਸੰਗੀਤ ਲਈ। ਮੈਂ ਇੱਥੇ ਹੈਰੀਟੇਜ ਮੇਲਾ ਸੀ, ਉਹਦੇ ਵਿੱਚ ਕਲਚਰਲ ਪ੍ਰੋਗਰਾਮ ਦਾ ਮੈਨੂੰ ਇੰਚਾਰਜ ਲਾਇਆ, ਤਾਂ ਸਰ ਮੈਨੂੰ ਕਹਿੰਦੇ ਉੱਥੇ ਕੀ ਕਰੀਏ। ਮੈਂ ਕਿਹਾ ਸਰ ਇੱਕ ਤੁਸੀਂ ਜਿਹੜੀ ਪੰਜਾਬੀ ਦੀ ਕੋਈ, ਇਹਨਾਂ ਨੇ ਮੈਨੂੰ ਪੰਜਾਬੀ ਦਾ ਊੜਾ ਆੜਾ ਸਾਰਾ ਕੁਛ ਸੰਗੀਤਬੱਧ ਲੈਅ ਦੇ ਵਿੱਚ ਦਿੱਤਾ, ਜਿਹਨੂੰ ਉੱਥੇ ਅਸੀਂ ਪੇਸ਼ ਕੀਤਾ ਅਤੇ ਸਾਰਿਆਂ ਨੇ ਉਸ ਨੂੰ ਬੜਾ ਮਾਣ ਦਿੱਤਾ। ਸੋ ਇੱਕ ਮੁਜੱਸਮਾ ਨੇ, ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਅੱਜ ਆ ਜਿਹੜਾ ਸਾਡੇ ਕੁਛ, ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹਾਂਗਾ ਇੱਥੇ ਆ ਕੇ ਮੰਚ 'ਤੇ, ਕਿ ਭਾਸ਼ਾ ਵਿਭਾਗ ਕੀ ਕਰ ਰਿਹਾ ਜਾਂ ਦੂਸਰਾ, ਮੈਂ ਉੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਇੱਕ ਐਪ ਹਰ ਸਕੂਲਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਇੱਕ ਸਾਹਿਤਕ ਮੰਚ ਬਣਾਇਆ ਜਾਵੇ। ਕਿਉਂਕਿ ਜੋ ਮੈਂ ਪਟਿਆਲੇ ਸੀ ਉਹ ਚਿੱਠੀਆਂ ਪੜ੍ਹਦਾ ਰਿਹਾ, ਗੌਰਮੈਂਟ ਪੋਲੀਟੈਕਨਿਕ ਕਾਲਜ ਵੂਮੈਨ 'ਚ ਸੀ, ਅਸੀਂ ਉੱਥੇ ਮੰਚ ਬਣਾਇਆ ਵੀ। ਫਿਰ ਇਹਨਾਂ ਨੇ ਕਿਹਾ ਉਹਦੇ ਵਿੱਚ ਆਪਣੀਆਂ ਗਤੀਵਿਧੀਆਂ ਪਾਓ। ਇਸ ਮੰਚ ਦੇ ਉੱਤੇ ਬਹਿ ਕੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਕਰੀਏ ਕਿ ਅਸੀਂ ਕਿੰਨਿਆਂ ਨੇ ਪਾਈਆਂ। ਇਕੱਲਾ ਕੁਛ ਨਹੀਂ ਕਰ ਸਕਦਾ ਜਿੰਨਾ ਚਿਰ ਅਸੀਂ ਇਹਨਾਂ ਦੀਆਂ ਬਾਹਾਂ ਨਹੀਂ ਬਣਾਂਗੇ। ਜਦੋਂ ਅਸੀਂ ਇਹਨਾਂ ਦੀਆਂ ਬਾਹਾਂ ਬਣ ਗਏ ਫਿਰ ਉਹ ਦਿਨ ਦੂਰ ਨਹੀਂ। ਪੰਜਾਬੀ ਕਿਤੇ ਨਹੀਂ ਗੁਆਚੀ, ਪੰਜਾਬੀ ਸਾਡੀ ਹੈ। ਪੰਜਾਬੀ ਜਿਵੇਂ ਗੱਲ ਕੀਤੀ ਸੀ ਕਿ ਪੁਆਧੀ, ਮੇਰਾ ਵੀ ਪੁਆਧ ਹੈ, ਪੁਆਧ ਤੋਂ ਵੀ ਵੱਧ ਖਾਦਰ ਹੈ, ਕਿਉਂਕਿ ਜਦੋਂ ਰਾਜਪੁਰੇ ਤੋਂ ਇੱਧਰ ਨੂੰ ਆ ਜਾਈਏ ਤਾਂ ਉਹਨੂੰ ਖਾਦਰੀ ਕਹਿੰਦੇ ਨੇ। ਪੰਜਾਬੀ ਦੀਆਂ ਉਪ ਬੋਲੀਆਂ ਨੇ,
ਹੁਣ ਵੀ ਜੇ ਪੰਜਾਬੀ ਸਰਹੱਦਾਂ ਪਾਰ ਟੱਪੀ, ਉਹ 'ਚ ਕੁਝ ਸ਼ਬਦ ਅਸੀਂ ਅੰਗਰੇਜ਼ੀ ਦੇ ਜਾਂ ਦੂਜੇ ਲਏ ਨੇ। ਪਹਿਲਾਂ ਵੀ ਸਾਡੇ ਵਿੱਚ ਫਾਰਸੀ ਦੇ ਅਤੇ ਉਰਦੂ ਦੇ ਸ਼ਬਦ ਆਏ ਨੇ, ਹਿੰਦੀ ਦੇ ਸ਼ਬਦ ਆਏ ਨੇ। ਉਹ ਕੁਝ ਸ਼ਬਦ ਜੁੜੇ ਨੇ। ਪੰਜਾਬੀ ਨੂੰ ਕੋਈ ਖਤਰਾ ਨਹੀਂ। ਪੰਜਾਬੀ ਉਹਨਾਂ ਚਿਰ ਕਿਤੇ ਖਤਰਾ ਨਹੀਂ ਜਿੰਨਾ ਚਿਰ ਪੰਜਾਬੀ ਮਾਂ ਦੇ ਪੁੱਤ ਜਿਉਂਦੇ ਨੇ, ਧੀਆਂ ਜਿਉਂਦੀਆਂ ਨੇ। ਅਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਉਸ ਸ਼ਖਸੀਅਤ ਨੂੰ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ, ਮੈਂ ਸਰ ਇਹੀ ਕਹਾਂਗਾ ਕਿ 5 ਕਿਤਾਬਾਂ ਦਾ ਸੰਗ੍ਰਹਿ 51 ਬਣ ਜਾਵੇ ਅਤੇ ਪ੍ਰਮਾਤਮਾ ਤੁਹਾਨੂੰ ਲੋਕ ਗੀਤ ਜਿੰਨੀ ਲੰਮੀ ਉਮਰ ਦੇ ਦੇਵੇ, ਤਾਂ ਕਿ ਆ ਜਿਹੜੀ ਫੁਲਵਾੜੀ ਮੈਂ ਦੇਖ ਰਿਹਾ, ਫੁਲਵਾੜੀ ਇਕੱਲੀ ਫੁਲਵਾੜੀ ਨਹੀਂ, ਇੱਕ ਵੱਡਾ ਬਗੀਚਾ ਬਣ ਜਾਵੇ ਅਤੇ ਮੇਰੇ ਬਾਬੇ ਨਾਨਕ ਦੇ ਖਾਬ ਪੂਰੇ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਗੁਰਬਖਸ਼ਿਸ਼ ਸਿੰਘ ਜੀ ਅੰਟਾਲ। ਇਹ ਸੀ ਅੰਟਾਲ ਸਾਹਿਬ, ਜਿਨ੍ਹਾਂ ਦੀ ਸ਼ਖਸੀਅਤ ਦੇ ਵਿੱਚੋਂ ਝਰਦੇ ਸ਼ਬਦਾਂ ਦੇ ਵਿਸਮਾਦ ਨੂੰ ਅਸੀਂ ਮਾਣਿਆ ਹੈ। ਸੋ ਹੁਣ ਇਸ ਤੋਂ ਪਹਿਲਾਂ ਕਿ ਅਸੀਂ ਕਿਤਾਬਾਂ ਰਿਲੀਜ਼ ਕਰੀਏ, ਲੋਕ ਸਮਰਪਣ ਕਰੀਏ, ਸੋ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਭਾਈ ਰਵਿੰਦਰ ਸਿੰਘ ਰਾਜ ਹੋਰਾਂ ਨੂੰ ਗੁਰਮਤਿ ਪ੍ਰਚਾਰ ਮਿਸ਼ਨ ਤੋਂ ਨੇ, ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਉਸ ਤੋਂ ਬਾਅਦ ਅਸੀਂ ਅੱਜ ਇਹ ਕਿਤਾਬਾਂ ਰਿਲੀਜ਼ ਕਰਾਂਗੇ ਅਤੇ ਉਸ ਉਪਰੰਤ ਮਾਣਯੋਗ ਪ੍ਰਧਾਨ ਜੀ ਦੇ ਵਿਚਾਰ ਸੁਣਾਂਗੇ। ਸਭ ਤੋਂ ਪਹਿਲਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਿਮਾਣਾ ਜਿਹਾ ਗੁਰੂ ਘਰ ਦਾ ਕੂਕਰ ਹਾਂ, ਗੁਰੂ ਕਾ ਕੀਰਤਨੀਆ, ਅਤੇ ਉਹ ਮਾਣ ਮੈਨੂੰ ਬਖਸ਼ਿਆ ਸਰਦਾਰ ਜਸਪਾਲ ਸਿੰਘ ਹੋਣਾ ਨੇ। ਅਤੇ ਜਿੰਨੀਆਂ ਸ਼ਖਸੀਅਤਾਂ, ਜਿੰਨੇ ਵਿਦਵਾਨ ਸੱਜਣ ਇੱਥੇ ਬੈਠੇ ਨੇ, ਸਾਡਾ ਸੁਭਾਅ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲੱਖਾਂ ਦੀ ਸੰਗਤ ਵਿੱਚ ਤੇ ਖੁੱਲ੍ਹ ਕੇ ਬੋਲ ਲਈਦਾ, ਪਰ ਇਹਨਾਂ ਵਿਦਵਾਨਾਂ ਦੇ ਵਿੱਚ ਅੱਜ ਮੈਨੂੰ ਥੋੜ੍ਹੀ ਜਿਹੀ ਝਿਜਕ ਲੱਗ ਰਹੀ ਹੈ, ਕਿਉਂਕਿ ਉਹ ਮਾਹੌਲ ਬਚਪਨ ਤੋਂ ਉਹਦੇ ਵਿੱਚ ਹੀ ਅਸੀਂ ਰਹੇ ਹਾਂ। ਅਤੇ ਉੱਥੇ ਭਾਵੇਂ ਲੱਖਾਂ ਦਾ ਇਕੱਠ ਹੋਵੇ, ਕੋਈ ਪਰਵਾਹ ਨਹੀਂ, ਅਤੇ ਪਰ ਅੱਜ ਆ 5-7 ਬੰਦੇ ਹੀ ਮੈਨੂੰ ਡਰਾ ਰਹੇ ਨੇ ਵੀ ਸ਼ਾਇਦ ਕਿਤੇ ਮੈਂ ਕੁਛ ਉੱਤੇ ਥੱਲੇ ਨਾ ਬੋਲਦਾ ਅਤੇ ਬਾਅਦ 'ਚ ਮੈਨੂੰ ਜਵਾਬ ਦੇਣਾ ਪੈ ਜੇ। ਪਰ ਉਸਤਾਦ ਜੀ ਦਾ ਸਿਰ 'ਤੇ ਮਿਹਰ ਭਰਿਆ ਹੱਥ ਹੈ, ਅਤੇ ਮੈਂ 2 ਕੁ ਗੱਲਾਂ ਕਹਿ ਕੇ ਸਮਾਪਤੀ ਕਰਾਂਗਾ। ਹਾਂਜੀ ਹਾਂ, ਹਾਂਜੀ, ਸਾਰਿਆਂ ਨੂੰ ਬੇਨਤੀ ਹੈ ਵੀ ਸਾਹਮਣੇ ਆ ਜਾਓ। ਅਤੇ ਜਿਵੇਂ ਕਿ ਮੇਰੇ ਤੋਂ ਪਹਿਲਾਂ ਅਤੀ ਸਤਿਕਾਰਯੋਗ ਮੇਰੇ ਵੱਡੇ ਭੈਣ ਜੀ ਕਹਾਂ, ਮਾਤਾ ਜੀ ਕਹਾਂ, ਉਹ ਬੋਲ ਕੇ ਗਏ ਨੇ ਉਸਤਾਦ ਜੀ ਬਾਰੇ, ਸਾਰਾ ਕੁਝ ਉਹਨਾਂ ਨੇ ਦੱਸ ਦਿੱਤਾ। ਅਤੇ ਮੇਰੇ ਮਨ ਵਿੱਚ ਵੀ ਉਹੀ ਗੱਲਾਂ ਸੀ, ਕਿਉਂਕਿ ਪਹਿਲਾਂ ਅਸੀਂ ਸਿੱਖਦੇ ਰਹੇ ਉਸਤਾਦ ਜੀ ਕੋਲੋਂ, ਅਤੇ ਅੱਜ ਮੇਰੇ ਬੱਚੇ ਸਿੱਖ ਰਹੇ ਨੇ। ਕਾਕਾ ਮਨਮੀਤ ਸਿੰਘ, ਬੱਚੀ ਅਸੀਸਪ੍ਰੀਤ ਕੌਰ, ਕਾਕਾ ਕਰਮਜੋਤ ਸਿੰਘ ਬੈਠੇ ਨੇ, ਅੱਜ ਉਹ ਇਹਨਾਂ ਕੋਲੋਂ ਸਿੱਖ ਰਹੇ ਨੇ। ਅਤੇ ਰਹੀ ਗੱਲ ਕਿਤਾਬਾਂ ਦੀ, ਜਿਵੇਂ ਕਿ ਸਰਦਾਰ ਸਾਹਿਬ ਨੇ ਕਿਹਾ ਵੀ ਇਹਨਾਂ ਦੀ ਗਿਣਤੀ 5 ਤੋਂ 51 ਹੋਣੀ ਚਾਹੀਦੀ ਹੈ, ਅਤੇ ਮੈਂ ਕੱਲ੍ਹ ਹੀ ਉਸਤਾਦ ਜੀ ਕੋਲ ਬੈਠਾ ਸੀ, ਅਤੇ ਅਗਲੀਆਂ ਜਿਹੜੀਆਂ 51 ਗਿਣਤੀ ਦੀ ਤਿਆਰੀ ਉਸਤਾਦ ਜੀ ਜਿਵੇਂ ਕਰ ਰਹੇ ਨੇ, ਉਹ ਮੈਂ ਕੋਲ ਬੈਠ ਕੇ ਵੇਖਦਾ ਜਦੋਂ, ਅਤੇ ਮੈਂ ਦੱਸਣਾ ਚਾਹਾਂਗਾ ਅੱਜ ਤੋਂ 15 ਸਾਲ ਪਹਿਲਾਂ ਮੈਂ ਵੀ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ, ਪਰ 15 ਸਾਲ ਹੋ ਗਏ ਨੇ, ਅਜੇ 1 ਪੇਜ ਪੂਰਾ ਨਹੀਂ ਹੋਇਆ ਉਹਦਾ। ਮੈਂ ਪਹਿਲਾਂ ਬੇਨਤੀ ਕੀਤੀ, ਮਾਫੀ ਪਹਿਲਾਂ ਮੰਗ ਲਾ। 15 ਸਾਲ ਹੋ ਗਏ, ਅਜੇ 1 ਪੇਜ ਪੂਰਾ ਨਹੀਂ ਹੋਇਆ। ਅਤੇ ਮੈਂ ਜਦੋਂ ਉਸਤਾਦ ਜੀ ਨੂੰ ਵੇਖਦਾ ਵੀ ਉਹ ਕਿਤਾਬਾਂ ਲਿਖ ਰਹੇ ਨੇ ਬੈਠ ਕੇ ਆਪਣੀ ਅੱਖਾਂ ਦੇ ਨਾਲ, ਅਤੇ ਸੋਚਦਾ ਵੀ ਕੈਸੀ ਰੂਹ ਹੈ, ਕਿਉਂਕਿ ਸੰਗਤ ਜੀ ਕਿਤਾਬ ਲਿਖਣੀ ਤਾਂ ਬੜੀ ਦੂਰ ਦੀ ਗੱਲ ਹੈ, ਪੜ੍ਹਨੀ ਬੜੀ ਔਖੀ ਅੱਜ ਦੇ ਸਮੇਂ 'ਚ। ਅਤੇ ਸਾਡਾ ਜਿਹੜਾ ਨੌਜਵਾਨ ਵਰਗ ਹੈ ਅੱਜ ਪੜ੍ਹਨ ਦੀ ਬਜਾਏ ਸੁਣਨਾ ਪਸੰਦ ਕਰਨ ਲੱਗ ਪਿਆ। ਜੇ ਮੈਂ ਆਪਣੀ ਵੀ ਗੱਲ ਕਰ ਲਾਂ ਪਾਵਾਂ, ਸਾਡਾ ਜਿਹੜਾ ਲਾਣਾ ਖਾਸ ਕਰਕੇ ਪ੍ਰਚਾਰਕ
ਕਿਤੇ ਕੋਈ ਸਮਾਗਮ ਤੇ ਜਾਣਾ ਤੇ ਉਸ ਵਿਸ਼ੇ ਦੀ ਕੋਈ ਵੀਡੀਓ ਸੁਣ ਲੈਣੀ ਤੇ ਅੱਗੇ ਜਾ ਕੇ ਸੁਣਾ ਦੇਣੀ, ਗੱਲ ਖਤਮ। ਕਿਹੜਾ ਕਿਤਾਬ ਲੱਭੇ, ਪਹਿਲਾਂ ਖਰੀਦੇ ਫਿਰ ਪੜ੍ਹੇ, ਉਹਨੂੰ ਸਮਝ ਨਹੀਂ। ਤੇ ਜੇ ਖੋਲ ਕੇ ਬਹਿ ਜਾਓ ਤੇ 15 ਮਿੰਟਾਂ ਬਾਅਦ ਕਿਤਾਬ ਦੇ ਉੱਤੇ ਸਿਰ ਰੱਖਿਆ ਹੁੰਦਾ ਤੇ ਸੁੱਤੇ ਹੋਈਦਾ। ਪੜ੍ਹਨੀ ਬੜੀ ਔਖੀ, ਲਿਖਣ ਦੀ ਤੇ ਬਹੁਤ ਦੂਰ ਦੀਆਂ ਗੱਲਾਂ ਨੇ। ਤੇ ਸਤਿਗੁਰ ਕਿਰਪਾ ਕਰਨ ਅੱਜ ਜਿਹੜੀਆਂ 3 ਕਿਤਾਬਾਂ ਰਾਗ ਸੁਰੰਗੜੇ, ਗੁਰਕੀਰਤ ਗਾਇਨ ਦੋਹਰਾ ਦਸਮ ਗ੍ਰੰਥ ਵਿੱਚੋਂ ਤੇ ਸ੍ਰੀ ਗੁਰੂ ਨਾਨਕ ਰਾਗ ਰਤਨਾਵਲੀ, ਇਹ 3 ਕਿਤਾਬਾਂ ਗੁਰੂ ਸਾਹਿਬ ਜੀ ਨੇ ਸਰਦਾਰ ਜਸਪਾਲ ਸਿੰਘ ਜੀ ਪਾਸੋਂ ਸੇਵਾ ਲਈ ਤੇ ਅਗਲੀਆਂ ਹੋਰ ਕਿਤਾਬਾਂ ਦੀ ਤਿਆਰੀ ਹੈ ਜਿਹੜੀ ਚੱਲ ਰਹੀ ਹੈ। ਔਰ ਕੱਲ੍ਹ ਮੈਨੂੰ ਦੱਸ ਰਹੇ ਸਨ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਰਾਗ ਆਤਮਕ ਤਰੀਕੇ ਦੇ ਨਾਲ ਸਾਰੀਆਂ ਕਿਤਾਬਾਂ ਕੱਲੀ ਕੱਲੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਰਾਗ ਸੁਰੰਗੜੇ, ਇਹ ਤਾਂ ਕਿਤਾਬ ਤਿਆਰ ਹੋ ਚੁੱਕੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੀ ਬਾਣੀ, ਉਹ 19 ਰਾਗ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ, ਉਹ ਵੀ ਕਿਤਾਬ ਤਿਆਰ ਹੈ। ਤੇ ਹੁਣ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਪੂਰਨ ਬਾਣੀ, ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਪੂਰਨ ਬਾਣੀ, ਗੁਰੂ ਰਾਮਦਾਸ ਮਹਾਰਾਜ ਜੀ ਦੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ, ਤੇ ਉਸ ਤੋਂ ਬਾਅਦ ਭਗਤਾਂ ਦੀ ਸੰਪੂਰਨ ਬਾਣੀ। ਸਾਰੀ ਬਾਣੀ ਵਿਦ ਨੋਟੇਸ਼ਨ, ਵਿਦ ਤਾਲਾਂ ਪੜਤਾਲਾਂ, ਸਭ ਕੁਝ ਉਹ ਕਿਤਾਬਾਂ ਦੀ ਤਿਆਰੀ ਹੈ ਜਿਹੜੀ ਚੱਲ ਰਹੀ ਹੈ। ਤੇ ਜਦੋਂ ਮੈਂ ਵੇਖਦਾ ਕਾਗਜ਼ਾਂ ਦਾ ਢੇਰ ਤੇ ਅੰਦਰੋਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ। ਕੱਲ੍ਹ ਕਹਿ ਰਹੇ ਸਨ ਕਾਰਜ ਚੱਲ ਰਿਹਾ ਤੇ ਕਿੱਥੇ ਤੱਕ ਚੱਲਦਾ। ਮੈਂ ਕਿਹਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਦਿਲੋਂ ਅਰਦਾਸ ਹੈ ਕਿ ਗੁਰੂ ਸਾਹਿਬ ਇਹ ਕਾਰਜ ਤੁਹਾਡੇ ਤੋਂ ਹੱਥੀਂ ਸੇਵਾ ਲੈ ਕੇ ਹੀ ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਗੇ। ਇਹੀ ਸਾਡੀ ਅਰਦਾਸ। ਸੋ ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਵੀ ਕਿਤਾਬ ਦੇ ਨਾਲ ਨਾਲ ਥਿਊਰੀ ਤਾਂ ਤਿਆਰ ਹੋ ਗਈ ਤੇ ਪ੍ਰੈਕਟੀਕਲ ਵੀ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਲਿਖ ਦਿੱਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੁਰੀ ਆਓ, ਵੀ ਜਿਹਨੂੰ ਪ੍ਰੇਮ ਖੇਲਣ ਦਾ ਚਾਅ ਪਹਿਲਾਂ ਸਿਰ ਤਲੀ ਤੇ ਧਰੇ। ਥਿਊਰੀ ਤਾਂ ਲਿਖ ਦਿੱਤਾ ਤੇ ਪ੍ਰੈਕਟੀਕਲ ਵੀ ਚਾਹੀਦਾ ਨਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸਿਰ ਤਲੀ ਤੇ ਧਰ ਕੇ ਵਿਖਾ ਦਿੱਤਾ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਵੀ ਕਿਹੜਾ ਵੀ ਜਿਹੜਾ ਸਿਰ ਤਲੀ ਤੇ ਧਰ ਸਕਦਾ ਹੈ। ਵੀ ਉਹ ਪ੍ਰੈਕਟੀਕਲ ਵੀ ਨਾਲ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੇ। ਜੇ ਲਿਖ ਦਿੱਤਾ ਨਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਲਿਖ ਤਾਂ ਦਿੱਤਾ ਪਰ ਕੌਣ ਹੈ ਜਿਹੜਾ ਆਪਣੇ ਤਨ ਨੂੰ ਅਗਨ ਦੇ ਵਿੱਚ ਸਾੜ ਲਵੇ, ਆਪਣੇ ਟੋਟੇ ਟੋਟੇ ਕਰਵਾ ਲਵੇ। ਤੇ ਉਹ ਫਿਰ ਪ੍ਰੈਕਟੀਕਲ ਵੀ ਨੌਵੇਂ ਪਾਤਸ਼ਾਹ ਜੀ ਦੇ ਸਮੇਂ ਭਾਈ ਦਿਆਲਾ ਜੀ ਨੇ ਆਪਣੇ ਆਪ ਨੂੰ ਰੂਹ ਦੇ ਵਿੱਚ ਸਾੜ ਕੇ ਕਰਕੇ ਦਿਖਾਤਾ ਗੁਰੂ ਸਾਹਿਬ ਦੇ ਸਾਹਮਣੇ। ਭਾਈ ਮਨੀ ਸਿੰਘ ਜੀ ਨੇ ਬੰਦ ਕਟਵਾ ਕੇ ਉਹ ਪ੍ਰੈਕਟੀਕਲ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਦੇ ਦਿੱਤਾ ਵੀ ਕੋਈ ਇਹ ਨਾ ਕਵੇ ਵੀ ਖਾਲੀ ਲਿਖ ਦਿੱਤਾ, ਕਰੇ ਕੌਣ। ਤੇ ਉਸੇ ਤਰ੍ਹਾਂ ਸਰਦਾਰ ਜਸਪਾਲ ਸਿੰਘ ਜੀ ਵੱਲੋਂ ਇਹ ਥਿਊਰੀ ਦੀਆਂ ਕਿਤਾਬਾਂ ਤਾਂ ਤਿਆਰ ਹੋ ਗਈਆਂ ਤੇ ਨਾਲ ਪ੍ਰੈਕਟੀਕਲ ਵੀਡੀਓ ਰੂਪ ਦੇ ਵਿੱਚ, ਜਿਸ ਤਰ੍ਹਾਂ ਕਿ ਨਾਲ ਮੇਰੇ ਵੀਰ ਬੈਠੇ ਨੇ ਵਿਰਦੀ ਸਾਹਿਬ, ਇਹਨਾਂ ਦੀ ਅਣਥੱਕ ਮਿਹਨਤ ਹੈ। ਉਹ ਜਿਹੜੀਆਂ ਵੀਡੀਓ ਸਾਹਿਬ ਜੀ ਨੂੰ ਸੁਣਾਵਾਂਗੇ, ਦਿਖਾਵਾਂਗੇ। ਮੈਂ ਪ੍ਰਿੰਸੀਪਲ ਅਪਰੀਸੀ ਨੂੰ ਕਹਾਂਗਾ ਕਿ ਉਹ ਇਹਦੇ ਵਿੱਚ ਲਾਈਟਾਂ ਬੰਦ ਕਰ ਦਿਓ। ਮੈਂ ਬੇਨਤੀ ਕਰਦੇ ਹਾਂ ਵੀ ਇਹ ਪ੍ਰੋਜੈਕਟਰ ਹੈ ਨਾ ਜਿਹੜਾ ਇੱਥੇ ਖਰਾਬ ਹੈ, ਚੱਲਿਆ ਨਹੀਂ, ਬੜੀ ਕੋਸ਼ਿਸ਼ ਕੀਤੀ ਹੈ ਤੇ ਹੁਣ ਆਪਾਂ ਨੂੰ ਲੈਪਟਾਪ ਦੀ ਸਕਰੀਨ ਤੇ ਹੀ ਉਹ ਵੀਡੀਓ ਦੇਖਣੀ ਪਏਗੀ। 2 ਮਿੰਟ ਬੰਦ ਕਰ ਦਿਓ। ਸਕਰੀਨ ਥੋੜੀ ਛੋਟੀ ਹੈ, ਥੋੜਾ ਜਿਹਾ ਧਿਆਨ ਰੱਖਿਓ। ਬਾਕੀ ਆਵਾਜ਼ ਹੈ ਜਿਹੜੀ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਸੁਣੀ ਜਾਣੀ ਹੈ। ਹਾਂਜੀ, ਉਹ ਵਾਲੀ ਵੀਡੀਓ ਜਦੋਂ ਮੈਂ ਕਹਾਂਗਾ ਉਦੋਂ ਚਲਾਇਓ, ਠੀਕ ਹੈ। ਸੋ ਇਹ ਵੀਡੀਓ ਬੱਚਿਆਂ ਦੇ ਲਈ ਖਾਸ ਕਰਕੇ ਉਸਤਾਦ ਜੀ ਵੱਲੋਂ ਤਿਆਰ ਕਰ ਦਿੱਤੀ ਗਈ ਹੈ ਕਿ ਆਪਾਂ ਕਿਸ ਤਰੀਕੇ ਦੇ ਨਾਲ ਵਿੱਚ ਥੋੜਾ ਜਿਹਾ ਪਟਿਆਲੇ ਤੋਂ ਬਾਹਰ ਵੀ ਅਸੀਂ ਕਈ ਸਾਲ ਰਹੇ ਤੇ ਸੰਪਰਕ ਟੁੱਟ ਗਿਆ ਉਸਤਾਦ ਜੀ ਹੋਣਾ ਨਾਲ। ਤੇ ਫਿਰ ਇੱਕ ਵਾਰੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਦੋਂ ਮੇਲ ਹੋਇਆ ਤੇ ਫਿਰ ਦੁਬਾਰਾ ਜਦੋਂ ਆਉਣ ਜਾਣ ਸ਼ੁਰੂ ਹੋਇਆ ਤੇ ਲੋਕਡਾਊਨ ਲੱਗ ਗਿਆ। ਤੇ ਲੋਕਡਾਊਨ ਦੇ ਵਿੱਚ ਫਿਰ ਉਸਤਾਦ ਜੀ ਵੱਲੋਂ ਘਰ ਬੈਠੇ ਜਦੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਤੇ ਜੋ ਅਸੀਂ ਬੱਚਿਆਂ ਨੂੰ ਕੋਲ ਬਿਠਾ ਕੇ ਨਹੀਂ ਸੀ ਸਿਖਾ ਪਾ ਰਹੇ, ਇਹਨਾਂ ਨੇ ਆਪਣੇ ਘਰ ਬੈਠਿਆਂ ਹੀ ਸਾਡੇ ਬੱਚਿਆਂ ਨੂੰ ਸਿਖਾ ਦਿੱਤਾ। ਤੇ ਮੈਂ ਦੱਸਣਾ ਚਾਹਾਂਗਾ ਉਹ ਬੱਚੇ ਜਿੱਥੇ ਬੈਠੇ ਨੇ 3 ਵਾਰ ਸਟੇਟ ਲੈਵਲ ਤੋਂ ਫਸਟ ਪ੍ਰਾਈਜ਼ ਰਾਗਾਂ ਦੇ ਵਿੱਚ ਉਹ ਬੱਚੇ ਹਾਸਲ ਕਰ ਚੁੱਕੇ ਨੇ। ਤੇ ਬੱਚਿਆਂ ਦੇ ਨਾਲੋਂ ਵੱਧ ਐਕਸਾਈਟਮੈਂਟ ਜਦੋਂ ਵੀ ਅਸੀਂ ਕਿਸੇ ਕੰਪੀਟੀਸ਼ਨ ਤੇ ਜਾਣਾ ਤੇ ਉਸਤਾਦ ਜੀ ਨੂੰ ਹੋਣੀ। ਕੀਰਤਨ ਤੋਂ ਬਾਅਦ ਹੀ ਫੋਨ ਬਾਰ-ਬਾਰ ਉਸਤਾਦ ਜੀ ਦਾ ਆਈ ਜਾਣਾ, ਕਿਵੇਂ ਰਹੀ ਪਰਫਾਰਮੈਂਸ, ਬੱਚੇ ਘਬਰਾਏ ਤਾਂ ਨਹੀਂ। ਮੈਂ ਕਿਹਾ ਤੁਹਾਡਾ ਆਸ਼ੀਰਵਾਦ ਹੋਵੇ ਤੇ ਬੱਚੇ ਘਬਰਾ ਜਾਣ। ਤੇ ਜਦੋਂ ਫਸਟ ਪ੍ਰਾਈਜ਼ ਬੱਚਿਆਂ ਦਾ ਨਿਕਲਣਾ ਤੇ ਅਸੀਂ ਫਿਰ ਸਿੱਧਾ ਘਰ ਨਹੀਂ, ਪਹਿਲਾਂ ਉਸਤਾਦ ਜੀ ਦੇ ਕੋਲ। ਬੱਚਿਆਂ ਨੂੰ ਵੀ ਚਾਹ ਹੋਣਾ ਵੀ ਪਹਿਲਾਂ ਸਰ ਕੋਲ ਜਾਣਾ ਸੀ, ਘਰ ਬਾਅਦ 'ਚ ਜਾਵਾਂਗੇ, ਪਹਿਲਾਂ ਸਰ ਨੂੰ ਦੱਸਣਾ ਵੀ ਆਹ ਪ੍ਰਾਈਜ਼ ਮਿਲਿਆ ਤੇ ਆਹ ਪੋਜੀਸ਼ਨ ਆਈ ਹੈ ਕੰਪੀਟੀਸ਼ਨ ਦੇ ਵਿੱਚ। ਸੋ ਇਹ ਸਾਰੀਆਂ ਬਖਸ਼ਿਸ਼ਾਂ
ਗੁਰੂ ਸਾਹਿਬ ਜੀ ਵੱਲੋਂ ਇਹਨਾਂ ਦੇ ਥਰੂ ਸਾਡੇ ਤੱਕ ਪਹੁੰਚ ਰਹੀਆਂ ਨੇ। ਸੋ ਸਾਡੀ ਸੰਸਥਾ ਖਾਲਸਾ ਪ੍ਰਚਾਰ ਮਿਸ਼ਨ ਜੋ ਐਜੂਕੇਸ਼ਨ ਤੇ ਕੰਮ ਕਰ ਰਹੀ ਹੈ, ਉਹਦੇ ਵੱਲੋਂ ਮੈਂ ਛੋਟਾ ਜਿਹਾ ਇੱਕ ਮਾਣ ਮੋਮੈਂਟੋ ਉਸਤਾਦ ਜੀ ਵਾਸਤੇ ਲੈ ਕੇ ਆਇਆ। ਤੇ ਮੈਂ ਆਪਣੇ ਵੀਰ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਾਂਗਾ ਉਹ ਵੀ ਆ ਜਾਣ, ਤੇ ਜਿੰਨੇ ਵਿਦਵਾਨ ਸੱਜਣ ਨੇ ਉਸਤਾਦ ਜੀ ਨੂੰ ਇੱਕ ਮੋਮੈਂਟੋ ਤੇ ਸਿਰਪਾਓ ਆਪਾਂ ਭੇਟ ਕਰਨਾ ਹੈ। ਤੇ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਜੀ ਅੱਜ ਦੀਆਂ ਇਹ 3 ਕਿਤਾਬਾਂ ਜੋ ਸੰਗਤ ਦੇ ਸਾਹਮਣੇ ਪੇਸ਼ ਹੋ ਰਹੀਆਂ ਨੇ। ਅੱਜ ਮਾਨਯੋਗ ਪ੍ਰਧਾਨਗੀ ਮੰਡਲ ਨੂੰ ਬੇਨਤੀ ਕਰਾਂਗੇ ਭਾਈ ਜਸਪਾਲ ਸਿੰਘ ਹੋਰਾਂ ਦਾ ਸਨਮਾਨ ਕਰਨ। ਸਤਿ ਸ੍ਰੀ ਅਕਾਲ। ਸੋ ਹੁਣ ਵੇਲਾ ਹੈ, ਬਹੁਤ ਬਹੁਤ ਧੰਨਵਾਦ ਭਾਈ ਰਵਿੰਦਰ ਸਿੰਘ ਜੀ ਨਾਲ। ਇੱਕ ਨਿਵੇਕਲਾ ਜਿਹਾ ਮਾਹੌਲ ਤੁਸੀਂ ਇੱਥੇ ਪੈਦਾ ਕਰ ਦਿੱਤਾ, ਬਹੁਤ ਬਹੁਤ ਧੰਨਵਾਦੀ ਹਾਂ, ਸ਼ੁਕਰਗੁਜ਼ਾਰ ਹਾਂ। ਸੋ ਹੁਣ ਜਿਨ੍ਹਾਂ ਪੁਸਤਕਾਂ ਬਾਰੇ ਅਸੀਂ ਹੁਣ ਤੱਕ ਵਿਚਾਰ ਚਰਚਾ ਕਰ ਰਹੇ ਸੀ, ਜਿਸ ਸ਼ਖਸੀਅਤ ਬਾਰੇ ਗੱਲਾਂ ਹੋ ਰਹੀਆਂ ਸੀ, ਉਹਨਾਂ ਦੀਆਂ ਪੁਸਤਕਾਂ ਅਸੀਂ ਲੋਕ ਅਰਪਣ ਕਰਨ ਜਾ ਰਹੇ ਹਾਂ। ਪ੍ਰਧਾਨਗੀ ਮੰਡਲ ਨੂੰ ਬੇਨਤੀ ਕਰਾਂਗਾ ਕਿ ਖੜੇ ਹੋ ਕੇ ਇਹਨਾਂ ਪੁਸਤਕਾਂ ਨੂੰ ਅਸੀਂ ਰਿਲੀਜ਼ ਕਰੀਏ। ਉਸ ਤੋਂ ਬਾਅਦ ਮਾਨਯੋਗ ਡਾਇਰੈਕਟਰ ਸਾਹਿਬਾ ਅਤੇ ਗਿਆਨੀ ਜੀ ਦੇ ਅਸੀਂ ਵਿਚਾਰ ਸੁਣਾਂਗੇ। एक्चुअली बहुत पुराने साथी 26 साल बाद असं मिल हुआ इकट्ठे बड़े हैं जी हाँ मिलने फोटो बहुत बहुत शुक्रिया मानयोग प्रधानगी मंडल जिन्होंने पुस्तकों की अज असी चर्चा की है वो लोक समर्पण हुई ने ज्ञान ज्योति एजुकेशन सोसाइटी और समूह साध संगत के वालों सरदार जसपाल सिंह होरां नूं बहुत बहुत मुबारकबाद दिंदे हैं। उस परम पिता परमात्मा के चरणों के विच ये अरदास ये बेनती भी है कि वो इन्हां नूं लंबी उम्र बख्शे। तो इस तरह जिहड़ा है ये गुरमत साहित्य की सेवा करते रहें। सो हुण मैं बेनती करांगा डायरैक्टर साहिबा डॉक्टर वीरपाल कौर जी जिन्हां दी अगवाई दे विच भाषा विभाग पंजाब दिन रात तरक्कियां कर रहा। डॉक्टर वीरपाल कौर जी डायरैक्टर भाषा विभाग पंजाब। शुक्रिया डॉक्टर अनिक सिंह जी। मंच ते शोभित बहुत ही सत्कारत शख्सियत यानी अवतार सिंह जी, हैक्टन जी, गुरदेव बहादुर गुरद्वारा साहब। सब तो पहला तो अज असी शब्द गुरु शब्द बारे संगीत बारे गुरु साहब के संगीत बारे जो गुरमत संगीत है और शब्द गुरु बारे गल कर रहे हैं।
ਤਾਂ ਸਭ ਤੋਂ ਪਹਿਲਾਂ ਤਾਂ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਅਸੀਂ ਸਾਹਮਣੇ ਦੇਖ ਰਹੇ ਹਾਂ ਕਿ ਇਹ ਸੁਸਾਇਟੀ ਜਿਹੜੀ ਹੈਗੀ ਹੈ ਬਹੁਤ ਹੀ ਮਾਨਵਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਔਰ ਜੋ ਇਹ ਕੰਮ ਕਰ ਰਹੇ ਨੇ ਉਸ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਉਲੀਕਣਾ, ਸਮਾਗਮਾਂ ਨੂੰ ਆਰਗੇਨਾਈਜ਼ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਪਹਿਲਾਂ ਤਾਂ ਮੈਂ ਗਿਆਨ ਜੋਤੀ ਸਾਹਿਤ ਐਜੂਕੇਸ਼ਨ ਸੁਸਾਇਟੀ ਦੇ ਸਭ ਆਰਗੇਨਾਈਜ਼ਰ ਜਿਹੜੇ ਨੇ ਉਪਕਾਰ ਸਿੰਘ ਹੋਰੀ, ਡਾਕਟਰ ਹਨੀਕ ਸਿੰਘ ਹੋਰੀ ਔਰ ਹੋਰ ਮੈਂਬਰ ਸਾਹਿਬਾਨ ਨੂੰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਸਮਾਗਮ ਨੂੰ ਮੈਨੂੰ ਹਿੱਸਾ ਬਣਾਇਆ। ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਗੁਰੂ ਸਿਧਾਂਤ ਦਿੱਤਾ, ਨਾਮ ਜਪੋ, ਵੰਡ ਛਕੋ ਔਰ ਕਿਰਤ ਕਰੋ। ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰਮਤ ਬਾਰੇ ਇਹ ਸਿਧਾਂਤ ਦੇ ਰਹੇ ਸੀ, ਗੁਰਬਾਣੀ ਦੀ ਰਚਨਾ ਕੀਤੀ, ਤਾਂ ਉਸ ਟਾਈਮ ਭਾਈ ਮਰਦਾਨਾ ਜੀ ਵੀ ਨਾਲ ਸੀ। ਤਾਂ ਉਹਨਾਂ ਨੇ ਕਿਹਾ ਬਾਬਾ ਨਾਨਕ ਜੀ ਨੇ ਵੀ ਮਰਦਾਨਾ ਰਬਾਬ ਵਜਾ ਬਾਣੀ ਆਈ ਹੈ। ਔਰ ਉਸ ਦੇ ਨਾਲ ਸਾਨੂੰ ਇਹ ਲੱਗਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ ਦਾ ਔਰ ਸੰਗੀਤ ਦਾ ਕਿੰਨਾ ਮਹੱਤਵ ਹੈ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਔਰ ਉਸ ਦੇ ਮੈਂਬਰ ਸਰਦਾਰ ਜਸਪਾਲ ਸਿੰਘ ਗੁਰਮੁਖ ਸੰਗੀਤ 'ਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਇਹਨਾਂ ਨੂੰ ਮੁਬਾਰਕਬਾਦ ਦਿੰਦੀ ਹਾਂ। ਔਰ ਅੱਜ ਇਸ ਸਮਾਗਮ ਦੇ ਵਿੱਚ ਉਹਨਾਂ ਦੀਆਂ 3 ਪੁਸਤਕਾਂ ਰਿਲੀਜ਼ ਹੋਈਆਂ। ਗੁਰੂ ਸਾਹਿਬ ਦੀ ਇਹਨਾਂ 'ਤੇ ਮਿਹਰ ਹੈ ਔਰ ਇਹ ਮਿਹਰ ਇਸੇ ਤਰ੍ਹਾਂ ਹੀ ਅੱਗੋਂ ਬਣੀ ਰਹੇ ਔਰ ਇਹ ਗੁਰਮੁਖ ਸੰਗੀਤ ਦਾ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਔਰ ਜਿਸ ਪਰਿਵਾਰ ਦੇ ਵਿੱਚ ਹੈ ਉਸ ਪਿਛੋਕੜ ਦੇ ਵਿੱਚੋਂ ਵੀ ਇਹਨਾਂ ਨੂੰ ਸ਼ਬਦ ਗੁਰੂ ਦੇ ਨਾਲ ਮਿਲਣ ਦਾ ਲੜ ਲੱਗਣ ਦਾ ਮੌਕਾ ਮਿਲਿਆ ਔਰ ਇਸੇ ਤਰ੍ਹਾਂ ਇਹ ਇਸ ਆਪਣੇ ਕੰਮ ਦੇ ਵਿੱਚ ਲੱਗੇ ਰਹਿਣ। ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਗੁਰਮੁਖ ਸੰਗੀਤ ਬਾਰੇ ਸਾਧਨਾ ਬਹੁਤ ਲੋੜ ਹੈ, ਜਿਹੜੀ ਸਾਧਨਾ ਇਹਨਾਂ ਨੇ ਕੀਤੀ ਔਰ ਉਹ ਸਾਧਨਾ ਨੂੰ ਆਪਣੇ ਤੱਕ ਹੀ ਸੀਮਤ ਨਹੀਂ ਰੱਖਿਆ। ਜਦੋਂ ਲਾਕਡਾਊਨ ਹੋਇਆ ਤਾਂ ਕਹਿ ਰਹੇ ਸੀ ਕਿ ਆਨਲਾਈਨ ਬੱਚਿਆਂ ਨੂੰ ਸਿੱਖਿਆ ਦੇ ਕੇ ਗੁਰਮੁਖ ਸੰਗੀਤ ਨਾਲ ਜੋੜੀ ਰੱਖਿਆ। ਔਰ ਅੱਜ ਵੀ ਸਾਡੇ ਕੋਲ ਬੱਚੇ ਬੈਠੇ ਨੇ ਜਿਹੜੇ ਇਹਨਾਂ ਦੇ ਤੋਂ ਸਿੱਖ ਕੇ ਨਾਮਣਾ ਖੱਟ ਰਹੇ ਨੇ ਔਰ ਇਹ ਅੱਗੋਂ ਵੀ ਸ਼ਬਦ ਰੂਪ ਕਿਤਾਬਾਂ ਦੇ ਰੂਪ ਵਿੱਚ ਔਰ ਥਿਊਰੀ ਦੇ ਰੂਪ ਵਿੱਚ ਬੱਚਿਆਂ ਨੂੰ ਔਰ ਇਹ ਸਾਧਨਾ ਜਿਹੜੀ ਹੈਗੀ ਹੈ ਗੁਰਮੁਖ ਸੰਗੀਤ ਦੀ ਦਿੰਦੇ ਰਹਿਣਗੇ। ਇਹ ਮੇਰੀ ਅਰਦਾਸ ਹੈ ਕਿ ਇਹ ਹਮੇਸ਼ਾ ਇਸੇ ਤਰ੍ਹਾਂ ਹੀ ਕਰਦੇ ਰਹਿਣ ਤੇ ਗੁਰੂ ਦੀ ਮਿਹਰ ਇਹਨਾਂ 'ਤੇ ਬਣੀ ਰਹੇ। ਗੁਰਮੁਖ ਸੰਗੀਤ ਦੀ ਆਪਣਾ ਮਹੱਤਵ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਇੱਥੇ ਗੱਲ ਹੋ ਰਹੀ ਸੀ ਕਿ ਹਰ ਚੀਜ਼ ਦੇ ਵਿੱਚ ਭਾਵੇਂ ਕੋਈ ਆਵਾਜ਼ ਹੈ, ਭਾਵੇਂ ਕੋਈ ਸੰਗੀਤ ਹੈ, ਸੰਗੀਤ ਦਾ ਆਪਣਾ ਮਹੱਤਵ ਹੈ ਔਰ ਇਸ ਸੰਗੀਤ ਦੀ ਪਹਿਚਾਣ ਨੂੰ ਗੁਰਮੁਖ ਸੰਗੀਤ ਤੋਂ ਸਰਦਾਰ ਜਸਪਾਲ ਸਿੰਘ ਹੋਰਾਂ ਨੇ ਪਛਾਣਿਆ ਔਰ ਇਸ ਨੂੰ ਅਸੀਂ ਕੰਮ ਕੀਤਾ। ਤੁਸੀਂ ਸਾਰੇ ਇਹਨਾਂ ਦੇ ਕੰਮ ਨੂੰ ਜਾਣਦੇ ਹੋ ਔਰ ਆਪਾਂ ਇਸ ਕਿਤਾਬ ਨੂੰ ਪੜ੍ਹ ਕੇ ਸ਼ਬਦ ਗੁਰੂ ਨਾਲ ਗੁਰਮੁਖ ਸੰਗੀਤ ਨਾਲ ਜੁੜਨਾ ਹੈ। ਇਹ ਇਸ ਕਾਮਨਾ ਨਾਲ ਮੈਂ ਅੱਜ ਸਰਦਾਰ ਜਸਪਾਲ ਸਿੰਘ ਹੋਰਾਂ ਨੂੰ ਇਸ ਸ਼ੁਭ ਮੌਕੇ 'ਤੇ ਉਹਨਾਂ ਦੀ ਸਾਧਨਾ ਨੂੰ ਮੁਬਾਰਕਬਾਦ ਦਿੰਦੀ ਹਾਂ ਔਰ ਉਹਨਾਂ ਦਾ ਧੰਨਵਾਦ ਵੀ ਕਰਦੀ ਹਾਂ ਕਿ ਉਹ ਇੰਨਾ ਵਧੀਆ ਕੰਮ ਕਰਕੇ ਸਮਾਜ ਨੂੰ ਗੁਰੂ ਸਾਹਿਬ ਦੇ ਸਿਧਾਂਤ ਨੂੰ ਅੱਗੇ ਤੋਰ ਰਹੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। एसी डायरैक्टर भाषा विभाग डॉक्टर वीरपाल कौर जी बहुत बहुत शुक्रिया। तुसी अपने विचार ते अपना कीमती समा अज दे इस प्रोग्राम लई साडे नाल साझा करके ते बहुत मेहरबानी की है। सोसाइटी वालों हार्दिक धन्यवाद करते हैं। सो हुण वेला है साडे अज दे मुख मेहमान यानी अवतार सिंह जी होरां दा, उन्हां दे की एहसास ने, की महसूस करते ने किताबां बारे, ਅਸੀਂ ਸਾਰੇ ਉਹਨਾਂ ਦੇ ਵਿਚਾਰ ਸ਼ਰਮ ਕਰਾਂਗੇ। ਗਿਆਨੀ ਅਵਤਾਰ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ। बहुत ही सत्कारयोग मंच से विराजमान सत्कार शख्सियत ज्ञान ज्योति एजुकेशन सोसाइटी की समूची टीम, डायरैक्टर मैडम जी, बहुत ही विद्वान श्रोता जन, सब तो पहला फतेह बुलाओ जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 10ਵੀਂ ਗੁਰਮਤਿ ਕਾਲਜ ਦਾ ਵਿਦਿਆਰਥੀ ਹੈ, ਜਿੱਥੇ ਸਰਦਾਰ ਜਸਪਾਲ ਸਿੰਘ ਜੀ ਦੇ ਫਾਦਰ ਸਾਹਿਬ ਪ੍ਰਿੰਸੀਪਲ ਰਹੇ ਨੇ। ਡਾਕਟਰ ਚਮਕੌਰ ਸਿੰਘ ਜੀ ਉਹ ਵੀ ਉੱਥੋਂ ਦੀ ਵਿਦਿਆਰਥੀ ਨੇ, ਉੱਥੋਂ ਹੀ ਪੜ੍ਹ ਕੇ ਗਏ ਨੇ। ਜਦੋਂ ਮੈਂ 1995 ਦੇ ਵਿੱਚ BA ਸ਼ੁਰੂ ਹੋਈ ਸੀ ਗੁਰਮਤਿ ਕਾਲਜ ਦੇ ਵਿੱਚ, ਇੱਕੋ ਹੀ ਸੈਸ਼ਨ ਉਹਨਾਂ ਨੇ ਚਲਾਇਆ ਸੀ। ਉਸ ਸਮੇਂ ਅਸੀਂ BA ਦੇ ਵਿੱਚ ਐਡਮਿਸ਼ਨ ਲਈ ਸੀ। ਉਦੋਂ ਸਰਦਾਰ ਜਸਪਾਲ ਸਿੰਘ ਜੀ ਮੇਰੇ ਖਿਆਲ ਵੀ ਖਾਲਸਾ ਕਾਲਜ ਦੇ ਵਿੱਚ ਗੁਰਮਤਿ ਸੰਗੀਤ ਦੇ ਟੀਚਰ ਸੀ। ਯੂਥ ਫੈਸਟੀਵਲ 'ਤੇ ਜਦੋਂ ਕਾਲਜਾਂ ਦਾ ਹੁੰਦਾ ਯੂਨੀਵਰਸਿਟੀ ਵੱਲੋਂ, ਉੱਥੇ ਇਹਨਾਂ ਦੇ ਦਰਸ਼ਨ ਹੋਏ। ਉਦੋਂ ਤੋਂ ਗੁਰਮਤਿ ਸੰਗੀਤ ਦੇ ਨਾਲ ਜੁੜੀ ਹੋਈ ਸ਼ਖਸੀਅਤ, ਬੜਮੁੱਲਾ ਯੋਗਦਾਨ, 5 ਕਿਤਾਬਾਂ ਜਿਹੜੀਆਂ, ਇੱਕ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਜਸਪਾਲ ਸਿੰਘ ਜੀ ਦਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਸੰਪੂਰਨ ਬਾਣੀ, 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਹੈ। ਔਰ 15 ਰਾਗਾਂ ਦੇ ਵਿੱਚ ਸਰਦਾਰ ਜਸਪਾਲ ਸਿੰਘ ਹੋਣਾ ਨੇ ਜੋ ਇਹ ਮਿਹਨਤ ਕੀਤੀ ਹੈ, ਕੱਲਾ ਕੱਲਾ ਸ਼ਬਦ ਔਰ ਸ਼ਬਦ ਨੂੰ ਫਿਰ ਸੰਗੀਤਬੱਧ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੀ ਬਾਣੀ 19 ਰਾਗਾਂ ਦੇ ਵਿੱਚ ਹੈ। 19 ਰਾਗਾਂ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਸ਼ਬਦ ਲੈ ਕੇ, ਔਰ ਸ਼ਬਦ ਕਿਸ ਸਮੇਂ ਸੰਬੋਧਨ ਕੀਤਾ ਹੈ, ਕਦੋਂ ਗੁਰੂ ਸਾਹਿਬ ਜੀ ਨੇ ਗਾਇਆ, ਪਿੱਛੇ ਕਿਤਾਬ ਦੇ ਉਹ ਸਾਖੀਆਂ ਵੀ ਲਿਖੀਆਂ ਸਰਦਾਰ ਜਸਪਾਲ ਸਿੰਘ ਹੋਣਾ ਨੇ। ਕਿਉਂਕਿ ਇੱਕ ਚਾਨਣ ਜਿਹੜਾ ਹੈ, ਗਿਆਨ ਦਾ ਜਿਹੜਾ ਪ੍ਰਕਾਸ਼ ਹੈ, ਉਹ ਮਿਲ ਜਾਏ। ਜਿਵੇਂ ਗੁਰੂ ਸਾਹਿਬ ਜੀ ਨੇ ਜਿਸ ਪਰਥਾਏ ਇਹ ਜਿਹੜਾ ਸ਼ਬਦ ਉਚਾਰਨ ਕੀਤਾ ਹੈ, ਉਹ ਜਿਹੜੀ ਸੰਖੇਪ ਰੂਪ ਦੇ ਵਿੱਚ ਇਹਦੇ ਵਿੱਚ ਸਾਖੀ ਵੀ ਉਹਨਾਂ ਨੇ ਦਰਜ ਕੀਤੀ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਸਤਿਗੁਰੂ ਦਾ ਸ਼ਬਦ ਦੀਪਕ ਹੈ, ਉਜਿਆਰਾ ਚਾਨਣ ਦੇਣ ਵਾਸਤੇ। ਇੱਕ ਚਾਨਣ ਮੁਨਾਰਾ ਹੈ, ਜੋਤ ਹੈ। ਜਦੋਂ ਇਹ ਜੋਤ ਜਗਦੀ ਹੈ ਹਿਰਦੇ ਅੰਦਰ, ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਦੂਰ ਹੋ ਜਾਂਦਾ। ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਅੰਧਕਾਰ ਦੂਰ ਹੋਇਆ ਔਰ ਰਤਨਾ ਰੂਪੀ ਕੋਠੜੀ ਜਿਹੜੀ ਹੈ, ਕੋਠੜੀ ਕਿਹੜੀ ਹੈ? ਹਿਰਦੇ ਰੂਪੀ ਕੋਠੜੀ ਦੇ ਵਿੱਚੋਂ ਜਿਹੜੇ ਰਤਨ ਸ਼ੁਭ ਗੁਣ ਪੈਦਾ ਹੋਏ, ਦਇਆ, ਧਰਮ, ਖਿਮਾ, ਉਪੇਖਸ਼ਾ, ਇਹ ਜਿਹੜੇ ਰਤਨ ਨੇ, ਸਰਦਾਰ ਜਸਪਾਲ ਸਿੰਘ ਹੋਣਾ ਦੇ ਅੰਦਰ ਉਹ ਸ਼ਬਦ ਦੀ ਕਮਾਈ, ਸ਼ਬਦ ਦਾ ਅਭਿਆਸ ਜਿਹੜਾ ਹੈ, ਤੋ ਇਹਨਾਂ ਦੇ ਹਿਰਦੇ ਅੰਦਰ ਜਿਹੜੇ ਇਹ ਗੁਣ ਨੇ, ਇਹ ਰਤਨਾਂ ਦੀ ਕੋਠੜੀ ਜਿਹੜੀ, ਇਹ ਖਜ਼ਾਨਾ ਇਹਨਾਂ ਦੇ ਅੰਦਰੋਂ ਪ੍ਰਗਟ ਹੋਇਆ ਔਰ ਇਹਨਾਂ ਨੇ ਵਰਤਾਇਆ। ਇੱਕ ਵਿਦਿਆਲਾ ਨੇ ਸਰਦਾਰ ਜਸਪਾਲ ਸਿੰਘ, ਜੇ ਕਹਿ ਦਿੱਤਾ ਜਾਵੇ, ਜਿਵੇਂ ਇੱਕ ਆਪਣੇ ਆਪ ਦੇ ਵਿੱਚ ਇੱਕ ਵਿਦਿਆਲਾ, ਇੱਕ ਯੂਨੀਵਰਸਿਟੀ, ਕਿੰਨੇ ਕੁ ਵਿਦਿਆਰਥੀ ਨੇ ਜਿਹੜੇ ਬੋਲ ਕੇ ਗਏ ਨੇ ਇਹਨਾਂ ਦੇ ਪਾਸੋਂ ਤਾਲੀਮ ਲੈ ਕਰਕੇ, ਸਿੱਖਿਆ ਲੈ ਕੇ ਗੁਰਮਤਿ ਸੰਗੀਤ ਦੀ ਹੋਰ ਖੇਤਰ ਦੇ ਵਿੱਚ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਵਿੱਚ ਅੱਜ ਸਰਦਾਰ ਜਸਪਾਲ ਸਿੰਘ ਜੀ ਦਾ ਨਾਮ ਜਿਹੜਾ ਹੈ ਉਹ ਚਮਕ ਰਿਹਾ। ਜਿੱਥੇ ਅੱਜ ਇਹ 3 ਕਿਤਾਬਾਂ ਨੇ, ਇੱਕ ਬੜਮੁੱਲਾ ਖਜ਼ਾਨਾ ਸੰਗੀਤ ਦਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਜਦੋਂ ਸ਼ਬਦ ਦਾ ਜਿਹੜਾ ਪ੍ਰਚਾਰ ਆਰੰਭ ਕੀਤਾ, ਭਾਈ ਮਰਦਾਨਾ ਜੀ ਨੂੰ ਨਾਲ ਸਾਥੀ ਬਣਾ ਕਰਕੇ, ਤਾਂ ਉਹਨਾਂ ਦੇ ਹੱਥ ਵਿੱਚ ਜਦੋਂ ਰਬਾਬ ਫੜਾਈ, ਰਬਾਬ ਨੂੰ, ਸ਼ਬਦ ਨੂੰ ਰਬਾਬ ਦੇ ਰਾਹੀਂ ਜਦੋਂ ਇਹਦਾ ਵਿਸਥਾਰ ਹੋਇਆ, ਦੂਰ ਤੱਕ ਜਿਹੜੀ ਧੁਨ ਗਈ, ਉਹ ਧੁਨ ਜਿਨ੍ਹਾਂ ਨੇ ਵੀ ਸੁਣੀ ਉਹ ਮੋਹਿਤ ਹੋਏ। ਸ਼ਬਦ ਦੇ ਵਿੱਚ ਐਸੀ ਸਮਰੱਥਾ, ਐਸੀ ਤਾਕਤ ਹੈ। ਸ਼ਬਦ ਕੋਈ ਵੀ ਸੁਣਦਾ ਹੈ। ਸ਼ਬਦ ਜਿਹੜਾ ਹੈ ਹਿਰਦੇ ਨੂੰ ਮੋਮ ਕਰ ਦਿੰਦਾ ਹੈ, ਹਿਰਦਾ ਪਿਘਲਾ ਦਿੰਦਾ ਹੈ। ਹਿਰਦੇ ਅੰਦਰ ਦਇਆ ਆਉਂਦੀ ਹੈ, ਨਿਮਰਤਾ ਆਉਂਦੀ ਹੈ,
ਹਉਮੈ ਦਾ ਨਾਸ਼ ਹੁੰਦਾ ਹੈ ਸ਼ਬਦ ਦੀ ਕਮਾਈ ਦੇ ਨਾਲ। ਭਾਈ ਗੁਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਵਾਹਿਗੁਰੂ ਗੁਰਮੰਤਰ ਦੇ ਦੁਆਰਾ, ਸ਼ਬਦ ਦੀ ਕਮਾਈ ਦੇ ਦੁਆਰਾ ਹਿਰਦੇ ਅੰਦਰੋਂ ਹਉਮੈ ਦਾ ਨਾਸ਼ ਹੁੰਦਾ ਹੈ, ਹਉਮੈ ਮਿਟਦੀ ਹੈ। ਔਰ ਇਹ ਜਿਹੜੀ ਸਮਰੱਥਾ ਸਰਦਾਰ ਜਸਪਾਲ ਸਿੰਘ ਜੀ ਨੂੰ, ਨਹੀਂ ਤਾਂ ਕੋਈ ਇੱਕ ਲੇਖ ਕਿਸੇ ਦਾ ਅਖਬਾਰ ਦੇ ਵਿੱਚ ਛਪ ਜਾਏ ਤਾਂ ਕਿੰਨੀ ਹਉਮੈ ਆ ਜਾਂਦੀ ਵੀ ਅੱਜ ਮੇਰਾ ਇਹ ਲੇਖ ਛਪਿਆ। ਪਰ ਇਹਨਾਂ ਦੇ ਹਿਰਦੇ ਅੰਦਰ 5 ਕਿਤਾਬਾਂ ਲਿਖ ਕੇ ਵੀ ਮਹਾਰਾਜਿਆਂ ਨੇ ਨਿਮਰਤਾ ਜਿਹੜੀ ਹੈ, ਇਹ ਬਖਸ਼ਿਸ਼ ਹੈ ਸਤਿਗੁਰਾਂ ਦੇ ਪਵਿੱਤਰ ਸ਼ਬਦ ਦੀ। ਜਿਸ ਸ਼ਬਦ ਦਾ ਇਹ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਨੇ, ਸਤਿਗੁਰੂ ਜੀ ਰਹਿਮਤ ਕਰਨ। ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਇਹ ਸ਼ਬਦ ਦਾ ਲੰਗਰ ਜਿਹੜਾ ਹੈ ਵਰਤਾਉਂਦੇ ਰਹਿਣ। ਇਹਨਾਂ ਦੀ ਕਲਮ ਜਿਹੜੀ ਹੈ, ਜਿਵੇਂ ਜ਼ਿਕਰ ਹੋਇਆ ਹੈ, ਅਗਾਂਹ ਹੋਰ ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ ਇਹਨਾਂ 'ਤੇ। 51 ਜਿਹੜੀਆਂ ਕਿਤਾਬਾਂ ਨੇ ਮਹਾਰਾਜ, ਇਹਨਾਂ ਨੂੰ ਸਮਰੱਥਾ, ਬਲ ਔਰ ਬੁੱਧ ਜਿਹੜੀ ਹੈ, ਤਾਕਤ ਸਤਿਗੁਰੂ ਜੀ ਬਖਸ਼ਿਸ਼ ਕਰਨ। ਇੰਨੇ ਬੋਲ ਕਹਿੰਦਾ ਹੋਇਆ ਮੈਂ ਖਿਮਾ ਜਾਚਨਾ ਮੰਗਾਂਗਾ ਜੀ। ਵਧਾਈ ਦੇ ਪਾਤਰ ਨੇ, ਲੱਖ ਲੱਖ ਵਧਾਈਆਂ ਸਰਦਾਰ ਜਸਪਾਲ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਮਾਨਯੋਗ ਗਿਆਨੀ ਅਵਤਾਰ ਸਿੰਘ ਜੀਓ। ਸੋ ਹੁਣ ਵੇਲਾ ਹੈ ਸਾਡੇ ਅੱਜ ਦੇ ਪ੍ਰਧਾਨਗੀ ਮੰਡਲ ਨੂੰ ਸਨਮਾਨ ਕਰਨ ਦਾ। ਇੱਕ ਟੋਕਨ ਆਫ ਲਵ ਸੋਸਾਇਟੀ ਵੱਲੋਂ ਉਹਨਾਂ ਨੂੰ ਦਿੱਤਾ ਜਾਵੇਗਾ। ਉਸ ਉਪਰੰਤ ਸਰਦਾਰ ਚਮਕੌਰ ਸਿੰਘ ਜੀ ਹੋਰਾਂ ਵੱਲੋਂ ਧੰਨਵਾਦ ਦੇ ਸ਼ਬਦ ਹੋਣਗੇ। ਉਪਰੰਤ ਅਸੀਂ ਚਾਹ ਦਾ ਪਿਆਲਾ ਨੀਚੇ ਸਾਂਝਾ ਕਰਾਂਗੇ। ਪ੍ਰਧਾਨਗੀ ਮੰਡਲ ਨੂੰ ਬੇਨਤੀ ਹੈ ਜੀ, ਸਾਡੇ ਅੱਜ ਦੇ ਮੁੱਖ ਮਹਿਮਾਨ ਗਿਆਨੀ ਅਵਤਾਰ ਸਿੰਘ ਜੀ ਹੋਰਾਂ ਨੂੰ ਸਨਮਾਨਿਤ ਕੀਤਾ ਜਾਵੇ। ਚਰਨਪਾਲ ਸਿੰਘ ਜੀ ਸਟੇਜ ਤੇ ਆ ਜਾਓ। ਗੁਰਿੰਦਰ ਸੰਧੂ ਜੀ ਨਾਲ ਆਉਂਦੀ ਖੇਚਲ ਕਰਨ ਜੀ। ਗਿਆਨੀ ਅਵਤਾਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮਾਂ, ਆਪਣੇ ਸ਼ਬਦ ਸਾਡੇ ਨਾਲ ਸਾਂਝੇ ਕੀਤੇ। ਇਸ ਮਿਹਰਬਾਨੀ ਲਈ ਗਿਆਨ ਜੋਤੀ ਵੱਲੋਂ ਹਾਰਦਿਕ ਧੰਨਵਾਦ ਕਰਦੇ ਹਾਂ। ਇਹਦੇ ਨਾਲ ਹੀ ਡਾਇਰੈਕਟਰ ਵੀਰਪਾਲ ਕੌਰ ਜੀ ਲਈ ਇੱਕ ਸਨਮਾਨ। ਬਹੁਤ ਬਹੁਤ ਸ਼ੁਕਰੀਆ ਡਾਕਟਰ ਵੀਰਪਾਲ ਜੀਓ। ਜਦੋਂ ਵੀ ਅਸੀਂ ਆਵਾਜ਼ ਮਾਰਦੇ ਹਾਂ, ਤੁਸੀਂ ਬਿਨਾਂ ਸੰਕੋਚ ਤੋਂ ਸਾਨੂੰ ਆਪਣਾ ਸਮਾਂ ਤੇ ਸਾਡੇ ਵਿੱਚ ਆ ਕੇ ਸ਼ਾਮਲ ਹੁੰਦੇ ਹੋ ਤੇ ਇਹਨਾਂ ਸਮਾਗਮਾਂ ਦੀ ਸ਼ੋਭਾ ਵਧਾਉਂਦੇ ਹੋ। ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਸਨਮਾਨ ਭਾਈ ਰਵਿੰਦਰ ਸਿੰਘ, ਭਾਈ ਰਵਿੰਦਰ ਸਿੰਘ ਰਾਜ ਹੋਰਾਂ ਲਈ। ਭਾਈ ਰਵਿੰਦਰ ਸਿੰਘ ਹੋਰਾਂ ਨੇ ਆਪਣੇ ਸ਼ਬਦਾਂ ਨਾਲ ਇੱਕ ਨਵੇਕਲਾ ਜਿਹਾ ਮਾਹੌਲ ਇੱਥੇ ਸਿਰਜਿਆ। ਗਿਆਨ ਜੋਤੀ ਵੱਲੋਂ ਹਾਰਦਿਕ ਧੰਨਵਾਦ। ਸ਼੍ਰੀ ਬਜਿੰਦਰ ਠਾਕਰ ਜੀ ਜਿਨ੍ਹਾਂ ਨੇ ਆਪਣੀ ਕਵਿਤਾ ਦੇ ਨਾਲ ਇੱਕ ਵੱਖਰਾ ਮਾਹੌਲ ਪੈਦਾ ਕੀਤਾ। ਮੁਸ਼ਾਇਰਿਆਂ ਦੀ ਸ਼ਾਨ ਨੇ ਬਜਿੰਦਰ ਠਾਕਰ। ਰਾਸ਼ਟਰੀ ਪੱਧਰ ਤੇ ਵੀ ਇਹ ਆਪਣੀ ਸ਼ਨਾਖਤ ਕਰਵਾ ਚੁੱਕੇ ਨੇ। ਸਤੀਸ਼ ਵਿਦਰੋਹੀ ਜੀ, ਕਲਿੱਕ ਕਰਕੇ ਤੁਸੀਂ ਵੀ ਆ ਜਾਓ। ਤੇ ਸਤੀਸ਼ ਵਿਦਰੋਹੀ ਬਹੁਤ ਅੱਛੇ ਅਧਿਆਪਕ ਨੇ, ਸਿਰ ਤੋੜ ਮਿਹਨਤ ਕਰਦੇ ਨੇ ਬੱਚਿਆਂ ਦੇ ਨਾਲ। ਇਹਨਾਂ ਦਾ ਅਧਿਆਪਨ ਦੇ ਵਿੱਚ ਵੀ ਨਿਵੇਕਲਾ ਨਾ, ਇਸੇ ਤਰ੍ਹਾਂ ਪੁਆਧੀ ਦੀ ਵੀ ਜਿਹੜੀ ਸੇਵਾ ਕਰਨ ਦੇ ਵਿੱਚ, ਪੁਆਧੀ ਬੋਲੀ ਦੇ ਵਿੱਚ ਇਹਨਾਂ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੈ। ਸਤੀਸ਼ ਵਿਦਰੋਹੀ ਜੀ, ਡਾਕਟਰ ਬਖਸ਼ੀਸ਼ ਸਿੰਘ ਜੀ ਅੰਟਾਲ, ਇੱਕ ਸਨਮਾਨ ਚ ਉਹਨਾਂ ਲਈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਹੁਣ ਬੇਨਤੀ ਕਰਾਂਗਾ ਸਰਦਾਰ ਚਮਕੌਰ ਸਿੰਘ ਹੋਰਾਂ ਲਈ ਦੋ ਸ਼ਬਦ ਸਾਰੇ ਅੱਜ ਦੇ ਮਹਿਮਾਨਾਂ ਨੂੰ ਜੀ ਆਇਆਂ ਕਹਿਣ। ਸਰਦਾਰ ਸਤਵੀਰ ਸਿੰਘ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
मैं अपना थोड़ा धन्यवाद करने तो पहला जसपाल सर बेनती करना जी 1 मिनट करना चाहते आप उन्होंने बेटी भी इतने आई हुई है बेटे हाँ बेटा आज बच्चा तरह बुलाई मैं बेटी को बेनती करना 2 मिनट स्टेज है थैंक्स जी मैं पटाल में भाषा भाई के हाल में बैठे सब का बहुत धन्यवाद करना मैंने जसपाल सर ने थोड़ा स्पैशल धन्यवाद करने किया है सब तो पहले तो ये भी तुम इन्ना समा कढ़ के अज प्रोग्राम में शामिल होए हो मैं अपने वालों से जसपाल सर वालों साढ़े स्कूल वालों मैडम वीरपाल जी को डायरैक्टर भाषा भाग पंजाब ਗਿਆਨੀ ਅਵਤਾਰ ਸਿੰਘ ਜੀ ਹੈੱਡ ਗ੍ਰਾਂਥੀ ਫਾਜ਼ਿਲਕਾ ਸਾਹਿਬ ਗੁਰਦੁਆਰਾ ਸਾਹਿਬ ਦਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਕੱਢ ਕੇ ਸਾਡੇ 'ਚ ਪਹੁੰਚੇ ਨੇ ਮੇਰੀ ਮਾੜੀ ਜਿਹੀ ਰਿਕਵੈਸਟ ਕਰਦੇ ਉੱਤੇ ਗਿਆਨ ਜੋਤੀ ਦੇ ਡਾਇਰੈਕਟਰ ਵਿਕਾਸ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਇੱਥੇ ਆ ਪ੍ਰੋਗਰਾਮ ਅਰੇਂਜ ਕਰਨ ਦੇ ਵਿੱਚ ਤੇ ਬਾਕੀ ਜਿਹਨੇ ਸਾਰੀ ਸੰਗਤ ਸਾਡੇ ਵੱਲੋਂ ਕੋਈ ਗਲਤੀ ਰਹਿ ਗਈ ਹੋਵੇ ਬੱਚੇ ਮਾਫ ਕਰ ਦੇਣ ਠੀਕ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਮੇਰੇ ਵੱਲੋਂ ਸਭ ਨੂੰ ਬੇਨਤੀ ਹੈ ਕਿ ਹੁਣ ਥੱਲੇ ਕਿ ਚਾਹ ਦਾ ਕੱਪ ਪੀ ਕੇ ਜਾਣਾ ਹਰੇਕ ਨੇ ਕਿਸੇ ਨੇ ਖਾਲੀ ਨਹੀਂ ਜਾਣਾ ਥੈਂਕਸ ਤੁਹਾਡਾ ਬਹੁਤ एक सम्मान से जसपाल साहब तक मैं लास्ट में एक बेनती करना चाहता मैडम भाषा भाग डायरैक्टर जी ਨੂੰ ਵੀ ਇੰਨਾ ਵਧੀਆ ਬਿਲਡਿੰਗ ਇਹਨਾਂ ਦੇ ਮਾਹੌਲ ਹੈ ਤੇ ਇੱਕ ਸਕੂਲਾਂ ਦਾ ਨਾ ਮੈਡਮ ਜੀ ਪ੍ਰੋਗਰਾਮ ਸਾਰੇ ਦਾ ਬਣਾਇਆ ਜਾਵੇ ਤਾਂ ਕਿ ਹਰੇਕ ਸਕੂਲਾਂ ਦੇ ਬੱਚੇ ਇੱਥੇ ਆਇਆ ਕਿ ਪੰਜਾਬੀ ਦਾ ਪ੍ਰੋਗਰਾਮ ਜਿੰਨੇ ਵੀ ਹੈ ਕਲਚਰ ਹੈ ਇੱਕ ਨਵੀਂ ਚੀਜ਼ ਉਹਨਾਂ ਨੂੰ ਦੇਖਣ ਨੂੰ ਮਿਲੇਗੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਚਾਹੇ ਸਾਡਾ ਸਕੂਲ ਸਭ ਤੋਂ ਪਹਿਲਾਂ ਸ਼ੁਰੂ ਕਰ ਲੈਣਾ ਠੀਕ ਹੈ ਥੈਂਕਸ ਫॉर ਤੁਹਾਡਾ ਸੋ ਹੁਣ ਸਾਰਿਆਂ ਨੂੰ ਬੇਨਤੀ ਹੈ ਨੀਚੇ ਚਾਹ ਦਾ ਕੱਪ ਸਾਂਝਾ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਮਾਣਯੋਗ ਮੁੱਖ ਮਹਿਮਾਨ ਜੀ ਦਾ ਡਾਕਟਰ ਵੀਰਪਾਲ ਕੌਰ ਜੀ ਸਿੰਦਰ ਸਿੰਘ ਨੰਦਾ ਜੀ ਭਾਈ ਰਵਿੰਦਰ ਸਿੰਘ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਚਾਹ ਲਈ ਸਾਰਿਆਂ ਨੂੰ ਸੱਦਾ ਦਿੱਤਾ